आओ आप परमेश्वर का वचन देखांगे और आप देखांगे पुराने नेम दे विच उत्पत ਉਹਦਾ 3 ਅਧਿਆਏ उत्पत 3 अध्याय आप पढ़ांगे ਉਹਦੇ देखो जो भी पढ़े उच्ची आवाज ਦੇ ਵਿੱਚ पढ़े और बच्चों के उपर कंट्रोल करो। उत्पत 3 अध्याय ਉਹਦਾ 1 ਤੋਂ ਲੈ ਕੇ ਉਹਦੇ 15 तक। सब जंगली जानवरों नालों जिन्हां नूं यहोवा परमेश्वर ने बनाया सी चाहते सी ਅਤੇ ਉਸਨੇ ਤੀਵੀਂ ਨੂੰ ਆਖਿਆ ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਤੀਵੀਂ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਵਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੇ ਨਾ ਮਰੋਗੇ, ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਤੇ ਤੁਸੀਂ ਪਰਮੇਸ਼ਵਰ ਵਾਂਗੂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਜਦ ਤੀਵੀਂ ਨੇ ਵੇਖਿਆ ਕਿ ਉਹ ਬ੍ਰਿਛ ਖਾਣ ਲਈ ਚੰਗਾ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬ੍ਰਿਛ ਬੁੱਧ ਦੇਣ ਲਈ ਲੋੜੀਦਾ ਹੈ, ਤਾਂ ਉਸਨੇ ਉਹ ਦੇ ਫਲ ਤੋਂ ਲਿਆ ਅਤੇ ਆਪ ਖਾਧਾ, ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਹਨੇ ਖਾਧਾ। ਤਦ ਦੋਹਾਂ ਦੀਆਂ ਅੱਖੀਆਂ ਖੁੱਲ ਗਈਆਂ ਅਤੇ ਉਹਨਾਂ ਨੇ ਜਾਣ ਲਿਆ ਭਈ ਅਸੀਂ ਨੰਗੇ ਹਾਂ। ਸੋ ਉਹਨਾਂ ਨੇ ਫਗੂੜੀ ਦੇ ਪੱਤੇ ਸਿਓ ਕੇ ਆਪਣੇ ਲਈ ਰਹਿਮਤ ਬਣਾਏ। ਤਾਂ ਉਹਨਾਂ ਨੇ ਯਹੋਵਾ ਪਰਮੇਸ਼ਰ ਦੀ ਆਵਾਜ਼ ਸੁਣੀ ਜਦ ਉਹ ਬਾਗ ਵਿੱਚ ਠੰਡੇ ਵੇਲੇ ਫਿਰਦਾ ਸੀ, ਅਤੇ ਉਸ ਮਰਦ ਅਤੇ ਉਹਦੀ ਤੀਵੀਂ ਨੇ ਬਾਗ ਦੇ ਬ੍ਰਿਛਾਂ ਦੇ ਵਿਚਕਾਰ ਯਹੋਵਾ ਪਰਮੇਸ਼ਰ ਦੇ ਸਾਹਮਣੇ ਆਪਣੇ ਆਪ ਨੂੰ ਲੁਕਾਇਆ। ਤਦ ਯਹੋਵਾ ਪਰਮੇਸ਼ਰ ਨੇ ਆਦਮੀ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈ? ਉਸਨੇ ਆਖਿਆ ਕਿ ਤੇਰੀ ਆਵਾਜ਼ ਬਾਗ ਵਿੱਚ ਸੁਣ ਕੇ ਮੈਂ ਡਰ ਗਿਆ, ਕਿਉਂ ਜੋ ਮੈਂ ਨੰਗਾ ਹਾਂ, ਸੋ ਮੈਂ ਆਪਣੇ ਆਪ ਨੂੰ ਲੁਕਾਇਆ। ਤਾਂ ਉਸਨੇ ਆਖਿਆ ਕਿ ਕਿਨ ਤੈਨੂੰ ਦੱਸਿਆ ਕਿ ਤੂੰ ਨੰਗਾ ਹੈ? ਜਿਸ ਬਿਰਛ ਤੋਂ ਮੈਂ ਤੈਨੂੰ ਹੁਕਮ ਦਿੱਤਾ ਕਿ ਉਸ ਤੋਂ ਨਾ ਖਾਈ, ਕੀ ਤੂੰ ਉਸ ਤੋਂ ਖਾਧਾ? ਫਿਰ ਆਦਮੀ ਨੇ ਆਖਿਆ ਕਿ ਜਿਸ ਤੀਵੀਂ ਨੂੰ ਤੂੰ ਮੈਨੂੰ ਦਿੱਤਾ ਸੀ ਉਸਨੇ ਉਸ ਬਿਰਛ ਤੋਂ ਮੈਨੂੰ ਦਿੱਤਾ ਤੇ ਮੈਂ ਖਾਧਾ। ਤਦ ਯਹੋਵਾ ਪਰਮੇਸ਼ਵਰ ਨੇ ਤੀਵੀਂ ਨੂੰ ਆਖਿਆ ਕਿ ਤੈਂ ਇਹ ਕੀ ਕੀਤਾ? ਤੀਵੀਂ ਨੇ ਆਖਿਆ ਕਿ ਸੱਪ ਨੇ ਮੈਨੂੰ ਭਰਮਾਇਆ ਤਾਂ ਮੈਂ ਖਾਧਾ। ਫਿਰ ਯਹੋਵਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ ਕਿ ਇਸ ਲਈ ਕਿ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਫੀ ਹੈ। ਤੂੰ ਆਪਣੇ ਢਿੱਡ ਭਾਰ ਤੁਰੇਗਾ ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਗਾ। ਅਤੇ ਤੇਰੇ ਅਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੇਰੀ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹਨੂੰ ਉਹਦੀ ਅੱਡੀ ਉੱਤੇ ਡੰਗ ਮਾਰੇਗਾ। सारे बोलो हालेलुया हालेलुया। ये परमेश्वर का वचन है और परमेश्वर का वचन परमेश्वर के आत्मा द्वारा लिखाया है। और प्रभु यीशु मसीह ने क्या आकाश धरती टल जाएगा, मेरा वचन कदे नहीं टलेगा। सो आज सारे लोग अपना ध्यान एक बार फिर परमेश्वर के वचन की ओर बना के रखियो, क्योंकि अज परमेश्वर सानू कुछ सिखाने के लिए जा रहे हैं। कई बार इंसान है जो वो बैठा होंदा बंदगी दे विच, बंदगी ਵਿੱਚ ਬੈਠਾ ਹੁੰਦਾ ਗਾ, ਲੇਕਿਨ ਉਹਦਾ ਧਿਆਨ ਉਹ ਅੱਗੇ ਪਿੱਛੇ ਹੁੰਦਾ ਗਾ, ਜਾਂ ਤਾਂ ਉਹ ਕਿਤੇ ਆਪਣੇ ਕਾਰੋਬਾਰ ਵਿੱਚ ਹੁੰਦਾ ਗਾ, ਜਾਂ ਘਰ ਦੇ ਕੰਮਾਂ ਵਿੱਚ ਹੁੰਦਾ ਗਾ, ਜਾਂ ਫਿਰ ਉਹ ਜਿਸ ਜਗ੍ਹਾ ਬੈਠਾ ਹੋਵੇ ਉਹ ਉੱਪਰ ਲੈਂਟਰ ਨੂੰ ਦੇਖੀ ਜਾਊਗਾ ਜਾਂ ਕੰਧਾਂ ਦੇਖਦਾ ਰਹੇਗਾ, ਜਾਂ ਫਿਰ ਉਹ ਕਿਸੇ ਇਨਸਾਨ ਦੀ ਵੱਲ ਦੇਖਦਾ ਰਹੇਗਾ ਤਾਂ ਦੇਖਦਾ ਰਹੇਗਾ। ਕਿਸੇ ਦਾ ਧਿਆਨ ਉਹ ਕੱਪੜੇ ਉੱਪਰ ਚਲਾ ਜਾਂਦਾ ਗਾ ਜਾਂ ਦਰੀ ਉੱਪਰ ਚਲਾ ਜਾਂਦਾ ਗਾ, ਪਿੱਛੇ ਵੀ ਜਗ੍ਹਾ ਦੇ ਉੱਪਰ ਇਨਸਾਨ ਦਾ ਧਿਆਨ ਚਲਾ ਜਾਂਦਾ ਗਾ ਤੇ ਦੇਖਣ ਵਾਲੇ ਲੱਗਦਾ ਮੈਂ ਬੰਦਗੀ ਵਿੱਚ ਬੈਠਾਂਗਾ। ਤੇ ਜਦੋਂ ਇਨਸਾਨ ਧਿਆਨ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਸੁਣਦਾ ਹੀ ਨਹੀਂ ਹੈ, ਜਦੋਂ ਇਨਸਾਨ ਦਾ ਧਿਆਨ ਪਰਮੇਸ਼ਰ ਦੇ ਵਚਨ ਤੋਂ ਬਣਦਾ ਹੀ ਨਹੀਂ ਹੈ, ਤਾਂ ਫਿਰ ਇਨਸਾਨ ਨੂੰ ਸਮਝ ਨਹੀਂ ਆਉਂਦੀ। ਜਦੋਂ ਸਮਝ ਨਹੀਂ ਆਉਂਦੀ ਤਾਂ ਫਿਰ ਇਨਸਾਨ ਪਰਮੇਸ਼ਰ ਦੇ ਵਚਨ ਨੂੰ ਕਦੇ ਵੀ ਪੂਰਾ ਨਹੀਂ ਕਰ ਸਕਦਾ। ਤੇ ਜਦ ਇਨਸਾਨ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰੇਗਾ ਹੀ ਨਹੀਂ, ਤਾਂ ਫਿਰ ਪਰਮੇਸ਼ਰ ਦਾ ਵਚਨ ਜੋ ਇਨਸਾਨ ਨੂੰ ਹੌਸਲਾ ਦਿੰਦਾ ਗਾ, ਜੋ ਵਚਨ ਇਨਸਾਨ ਨੂੰ ਸ਼ੁੱਧ ਕਰਦਾ ਗਾ, ਜੋ ਵਚਨ ਇਨਸਾਨ ਨੂੰ ਤਸੱਲੀ ਦਿੰਦਾ ਗਾ, ਔਰ ਜਿਸ ਵਚਨ ਦੇ ਦੁਆਰਾ ਇਨਸਾਨ ਨੂੰ ਸ਼ਾਂਤੀ ਮਿਲਦੀ ਹੈ, ਤਾਂ ਉਹ ਵਚਨ ਇਨਸਾਨ ਦੇ ਜੀਵਨ ਦੇ ਵਿੱਚ ਕਦੇ ਵੀ ਕੰਮ ਨਹੀਂ ਕਰਦਾ। ਤੁਸੀਂ ਦੇਖੋ ਆਪਣਾ ਕੰਮਕਾਰ ਛੱਡ ਕੇ ਆਉਨੇ ਹੋ, ਆਪਣਾ ਪਰਿਵਾਰ ਛੱਡ ਕੇ ਆਉਨੇ ਹੋ। ਕਈ ਵਾਰ ਤਾਂ ਐਸਾ ਹੁੰਦਾ ਗਾ ਕਿ ਤੁਹਾਡੇ ਸੰਡੇ ਵਾਲੇ ਦਿਨ ਐਤਵਾਰ ਨੂੰ ਮਤਲਬ ਤੁਹਾਡੇ ਘਰੇ ਰਿਸ਼ਤੇਦਾਰ ਆਉਣੇ ਹੁੰਦੇ ਨੇ, ਤੁਸੀਂ ਐਤਵਾਰ ਨੂੰ ਰਿਸ਼ਤੇਦਾਰਾਂ ਨੂੰ ਮਨਾ ਕਰ ਦਿੰਦੇ ਹੋ ਵੀ ਭਾਈ ਅੱਜ ਸਾਡੇ ਨਾਲ ਆਇਓ, ਅੱਜ ਅਸੀਂ ਬੰਦਗੀ ਵਿੱਚ ਜਾਣਾਗਾ। ਕੋਈ ਇਨਸਾਨ 10 ਕਿਲੋਮੀਟਰ ਤੋਂ ਆਉਂਦਾ ਗਾ, ਕੋਈ 50 ਕਿਲੋਮੀਟਰ ਤੋਂ, ਤੇ ਕੋਈ 25-30 ਕਿਲੋਮੀਟਰ ਜਿੱਥੋਂ ਵੀ ਆਉਂਦਾ ਗਾ। ਮਤਲਬ ਇਨਸਾਨ ਕੀ ਹੈ, ਉਹ ਦੂਰੋਂ ਆਉਂਦਾ ਗਾ। ਕਾਹਦੇ ਲਈ ਆਉਂਦਾ ਗਾ?
ਤਾਂ ਕਿ ਅਸੀਂ ਅੱਜ ਇੱਕ ਵਾਰ ਫਿਰ ਪਰਮੇਸ਼ਰ ਨਾਲ ਸੰਗਤੀ ਕਰ ਸਕੀਏ। ਅੱਜ ਅਸੀਂ ਇੱਕ ਵਾਰ ਫਿਰ ਪਰਮੇਸ਼ਰ ਦੇ ਵਚਨਾਂ ਨੂੰ ਸੁਣ ਸਕੀਏ। ਅੱਜ ਇੱਕ ਵਾਰ ਫਿਰ ਅਸੀਂ ਪਰਮੇਸ਼ਰ ਦੇ ਵਚਨ ਨੂੰ ਜਾਣ ਸਕੀਏ ਕਿ ਸਾਡਾ ਪਰਮੇਸ਼ਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆਏ ਹੋਏ ਨੇ। ਹੁਣ ਦੇਖੋ ਕਿ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਨ ਦੇ ਲਈ ਇੰਨਾ ਸਫ਼ਰ ਤੈਅ ਕਰਦੇ ਹਾਂ, ਅਸੀਂ ਮੌਸਮ ਨੂੰ ਨਹੀਂ ਦੇਖਦੇ, ਅਸੀਂ ਮੌਸਮ ਦੀ ਪਰਵਾਹ ਨਹੀਂ ਕਰਦੇ, ਅਸੀਂ ਕਿਸੇ ਇਨਸਾਨ ਦੀ ਪਰਵਾਹ ਨਹੀਂ ਕਰਦੇ, ਅਸੀਂ ਤਾਂ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਦੇ ਲਈ, ਉਹਨੂੰ ਸਮਝਣ ਦੇ ਲਈ ਇਸ ਜਗ੍ਹਾ ਇਕੱਠੇ ਹੁੰਦੇ ਆ। ਲੇਕਿਨ ਜਦੋਂ ਧਿਆਨ ਨਹੀਂ ਲੱਗਦਾ ਵਚਨ ਦੇ ਉੱਪਰ, ਫਿਰ ਇਨਸਾਨ ਨੂੰ ਕੀ ਲੱਗਦਾ ਹੈਗਾ ਕਿ ਵਚਨ ਬੜਾ ਲੰਬਾ ਚਲਾ ਜਾਂਦਾ ਹੈਗਾ। ਫਿਰ ਇਨਸਾਨ ਨੂੰ ਕੀ ਲੱਗਦਾ ਹੈਗਾ ਕਿ ਵਚਨ ਦੇ ਵਿੱਚ ਜਿਹੜੀ ਸਮਝ ਆਉਣੀ ਸੀਗੀ ਉਹ ਗੱਲ ਸਮਝ ਨਹੀਂ ਆਈ। ਉਹਦਾ ਕਾਰਨ ਕੀ? ਉਹਦਾ ਕਾਰਨ ਇਹ ਹੁੰਦਾ ਹੈਗਾ ਕਿ ਇਨਸਾਨ ਦਾ ਖੁਦ ਦਾ ਧਿਆਨ ਉਹ ਪਰਮੇਸ਼ਰ ਦੇ ਵਚਨ ਦੀ ਓਰ ਨਹੀਂ ਹੈ। ਪਰਮੇਸ਼ਰ ਦੇ ਵਚਨ ਦੀ ਓਰ ਅਗਰ ਧਿਆਨ ਨਹੀਂ ਹੈ ਤਾਂ ਤੁਸੀਂ ਕਦੇ ਵੀ ਪਰਮੇਸ਼ਰ ਦੇ ਕੋਲੋਂ ਆਸ਼ੀਸ਼ ਪ੍ਰਾਪਤ ਨਹੀਂ ਕਰ ਸਕਦੇ। ਪਰਮੇਸ਼ਰ ਦੇ ਕੋਲੋਂ ਕਦੇ ਵੀ ਚੰਗਾਈ ਪ੍ਰਾਪਤ ਨਹੀਂ ਕਰ ਸਕਦੇ। ਤੁਸੀਂ ਕਿਸੇ ਵੀ ਮੁਸ਼ਕਲ ਦੇ ਲਈ, ਮੁਸ਼ਕਲ ਦੇ ਛੁਟਕਾਰੇ ਲਈ ਪਰਮੇਸ਼ਰ ਕੋਲ ਆਏ ਹੋ ਤਾਂ ਤੁਹਾਡੀ ਮੁਸ਼ਕਲ ਦਾ ਹੱਲ ਨਹੀਂ ਹੋ ਸਕਦਾ। ਇਹਦਾ ਮਤਲਬ ਕਿ ਸਭ ਤੋਂ ਵੱਡੀ ਗੱਲ ਕੀ ਹੈ? ਸੁਣਨਾ। ਕਿ ਤੁਹਾਨੂੰ ਬਹੁਤ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈਗਾ। ਪਰਮੇਸ਼ਰ ਦਾ ਕੋਈ ਵੀ ਦਾਸ ਕਿਤੇ ਵੀ ਕੋਈ ਵਚਨ ਸਿਖਾ ਰਿਹਾ ਹੈਗਾ ਤਾਂ ਤੁਹਾਡਾ ਧਿਆਨ ਕਿੱਥੇ ਹੈ? ਸਿਰਫ ਔਰ ਸਿਰਫ ਵਚਨ ਦੀ ਓਰ ਹੋਣਾ ਚਾਹੀਦਾ ਹੈਗਾ। ਕਿਉਂਕਿ ਅੱਜ ਪਰਮੇਸ਼ਰ ਮੇਰੇ ਨਾਲ ਕੀ ਗੱਲਬਾਤ ਕਰਨਾ ਚਾਹੁੰਦਾ ਹੈਗਾ। ਕਈ ਵਾਰ ਇਨਸਾਨ ਨੂੰ ਕੀ ਲੱਗਦਾ ਹੈਗਾ ਕਿ ਜਦੋਂ ਧਿਆਨ ਨਹੀਂ ਹੁੰਦਾ ਫਿਰ ਇਨਸਾਨ ਨੂੰ ਲੱਗਦਾ ਵਚਨ ਬੜਾ ਲੰਬਾ ਚਲਾ ਗਿਆ, ਅਸੀਂ ਤਾਂ ਬੈਠੇ ਬੈਠੇ ਥੱਕ ਗਏ। ਉਸ ਨੂੰ ਪੁੱਛ ਕੇ ਦੇਖੋ ਕਿ ਕੀ ਸਿੱਖਿਆਗਾ, ਫਿਰ ਇਨਸਾਨ ਕਹਿੰਦਾ ਵੀ ਵਚਨ ਬੜਾ ਸੋਹਣਾ ਸੀਗਾ, ਬੜਾ ਵਧੀਆ ਸਿਖਾਇਆ ਸੀਗਾ। ਸਿੱਖਿਆ ਕੀ ਸੀਗਾ? ਹਾਂਜੀ, ਇਹੀ ਸਿੱਖਿਆ ਸੀਗਾ ਕਿ ਸਾਨੂੰ ਵਚਨ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ। ਸਾਨੂੰ ਅੱਜ ਜੋ ਸਿੱਖਿਆਗਾ ਸਾਨੂੰ ਉਸੇ ਅਨੁਸਾਰ ਜੀਵਨ ਜੀਣਾ ਚਾਹੀਦਾਗਾ। ਠੀਕ ਹੈ, ਲੇਕਿਨ ਸਿੱਖਿਆ ਕੀ ਸੀਗਾ? ਫਿਰ ਇਨਸਾਨ ਮੇਰਾ ਤਾਂ ਯਾਦ ਹੀ ਨਹੀਂ ਜੀ ਕੀ ਸਿੱਖਿਆ ਸੀਗਾ। ਮਤਲਬ ਕਿ ਸੁਣਨਾ ਕੀ ਹੈ ਉਹ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਅਗਰ ਧਿਆਨ ਨਾਲ ਸੁਣੋਗੇ, ਧਿਆਨ ਦੇ ਨਾਲ ਸੁਣਨ ਦੇ ਨਾਲ ਕੀ ਹੁੰਦਾਗਾ? ਪਰਮੇਸ਼ਰ ਦਾ ਵਚਨ ਜੀਵਨ 'ਚ ਕੰਮ ਕਰਦਾਗਾ। ਔਰ ਇੱਕ ਗੱਲ ਹੋਰ, ਅਗਰ ਧਿਆਨ ਨਾਲ ਸੁਣਨਾਗਾ ਤਾਂ ਉਹਦੇ ਲਈ ਕੀ ਕਰਨਾ ਪਏਗਾ? ਹਾਲੇਲੂਇਆ। ਕੀ ਕਰਨਾ ਪਏਗਾ? ਹਾਂ, ਅਗਰ ਧਿਆਨ ਨਾਲ ਸੁਣਨਾਗਾ ਤਾਂ ਕੀ ਕਰਨਾ ਪਏਗਾ? ਨਹੀਂ, ਧਿਆਨ ਨਾਲ ਬੈਠਣਾ ਪਏਗਾ। ਕੀ ਕਰਨਾ ਪਏਗਾ? ਧਿਆਨ ਦੇ ਨਾਲ। ਕਿਵੇਂ? ਦੀਵਾਰ ਦੇ ਨਾਲ ਆਪਣੀ ਪਿੱਠ ਲਾ ਕੇ, ਹਨਾ, ਲੱਤਾਂ ਲੰਮੀਆਂ ਕਰਕੇ, ਜਾਂ ਫਿਰ ਉਹ ਜਿਵੇਂ ਮੋਟਰਸਾਈਕਲ ਖੜਾ ਨਾ ਟੇਢਾ ਜਿਹਾ ਖੜਿਆ, ਸਟੈਂਡ ਨਾਲ ਲੱਗਿਆ ਹੋਏਗਾ, ਫਿਰ ਜਾਂ ਸਟੈਂਡ ਲਾ ਕੇ ਬੈਠਣਾ ਪਊਗਾ। ਮਤਲਬ ਇਹ ਕੋਈ ਧਿਆਨ ਥੋੜੀ ਹੈ। ਅਗਰ ਧਿਆਨ ਨਾਲ ਸੁਣਨਾ ਵਚਨ ਤੇ ਪੂਰੀ ਚੌਕਸੀ ਨਾਲ ਬੈਠੋ, ਪੂਰੀ ਚੌਕਸੀ ਨਾਲ ਬੈਠੋ, ਪੂਰੀ ਇਮਾਨਦਾਰੀ ਨਾਲ ਬੈਠੋ। ਜਿਹੜੇ ਲੋਕ ਸਟੈਂਡ ਲਾ ਕੇ ਬੈਠਦੇ ਨੇ, ਸਟੈਂਡ ਪਤਾ ਕਦੋਂ ਲੱਗਦਾ ਮੋਟਰਸਾਈਕਲ ਨੂੰ? ਜਦੋਂ ਮੋਟਰਸਾਈਕਲ ਥੱਕਿਆ ਹੋਵੇ, ਹਨਾ, ਜਦੋਂ ਮੋਟਰਸਾਈਕਲ ਜ਼ਿਆਦਾ ਲੰਬਾ ਚੱਲ ਜਾਏ ਤੇ ਉਦੋਂ ਮੋਟਰਸਾਈਕਲ ਨੂੰ ਕੀ ਮਿਲਦੀ ਹੈ? ਰੈਸਟ ਮਿਲਦੀ ਹੈ। ਇਸ ਲਈ ਸਾਰੇ ਲੋਕ ਧਿਆਨ ਨਾਲ ਬੈਠਿਓ ਤਾਂ ਕਿ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਸੁਣ ਸਕੀਏ, ਉਹਨਾਂ ਨੂੰ ਸਮਝ ਸਕੀਏ। ਕਿਉਂਕਿ ਸਾਡੇ ਪਰਮੇਸ਼ਵਰ ਉਹ ਬਹੁਤ ਹੀ ਮਹਾਨ ਪਰਮੇਸ਼ਵਰ ਨੇ, ਔਰ ਸਾਡੇ ਪਰਮੇਸ਼ਵਰ ਉਹ ਨਿਆਂ ਕਰਨ ਵਾਲੇ ਪਰਮੇਸ਼ਵਰ ਨੇ। ਦੇਖੋ, ਪ੍ਰਭੂ ਯਿਸੂ ਮਸੀਹ ਦੇ ਬਾਰੇ ਆਪਾਂ ਨੇ ਕਈ ਵਾਰ ਸੁਣਿਆਗਾ ਕਿ ਪ੍ਰਭੂ ਯਿਸੂ ਮਸੀਹ ਇੱਕ ਵਾਰ ਫਿਰ ਪ੍ਰਭੂ ਯਿਸੂ ਮਸੀਹ ਆ ਰਹੇ ਨੇ। ਪ੍ਰਭੂ ਯਿਸੂ ਮਸੀਹ ਪਹਿਲਾਂ ਵੀ ਆਏ ਸੀਗੇ, ਪਹਿਲਾਂ ਪ੍ਰਭੂ ਯਿਸੂ ਮਸੀਹ ਆਪਣੀ ਜਾਨ ਦੇਣ ਦੇ ਲਈ ਆਏ, ਲੇਕਿਨ ਹੁਣ ਪ੍ਰਭੂ ਯਿਸੂ ਮਸੀਹ ਉਹ ਤਾਂ ਨਿਆਂ ਕਰਨ ਦੇ ਲਈ ਆ ਰਹੇ ਨੇ। ਪ੍ਰਭੂ ਯਿਸੂ ਮਸੀਹ ਕਾਹਦੇ ਲਈ ਆ ਰਹੇ ਨੇ? ਹੁਣ ਨਿਆਂ ਕਰਨ ਦੇ ਲਈ। ਕਿਹਦਾ ਨਿਆਂ ਕਰਨਗੇ? ਕਿਹਦਾ ਨਿਆਂ ਕਰਨਗੇ? ਜਗਤ ਦਾ ਨਿਆਂ ਕਰਨਗੇ। ਜਦੋਂ ਪ੍ਰਭੂ ਯਿਸੂ ਮਸੀਹ ਨਿਆਂ ਸਿੰਘਾਸਨ ਦੇ ਉੱਪਰ ਬੈਠ ਕੇ ਲੋਕਾਂ ਦਾ ਨਿਆਂ ਕਰਨਗੇ ਤਾਂ ਕਿਹੜਾ ਇਨਸਾਨ ਹੈ ਕਿ ਜਿਹੜਾ ਇਨਸਾਨ ਉਸ ਸਮੇਂ ਪਰਮੇਸ਼ਵਰ ਨੂੰ ਕੋਈ ਰਿਸ਼ਵਤ ਦੇ ਦੇਵੇ? ਹੈ ਕੋਈ ਸੋਨਾ ਦੇ ਦੇਵੇ, ਕੋਈ ਚਾਂਦੀ ਦੇਵੇ, ਕੋਈ ਰੁਪਇਆ ਦੇਵੇ, ਜਾਂ ਉਸ ਟਾਈਮ ਬੈਠ ਕੇ ਕੋਈ ਪ੍ਰਾਰਥਨਾ ਕਰੇ? ਉਦੋਂ ਕੁਝ ਹੋ ਸਕਦਾ ਹੈਗਾ? ਉਦੋਂ ਕੁਝ ਵੀ ਨਹੀਂ ਹੋ ਸਕਦਾ। ਇਹਦਾ ਮਤਲਬ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੇ ਨਿਆਂ ਕਰਨਾਗਾ ਤਾਂ ਪਰਮੇਸ਼ਰ ਨੇ ਨਿਆਂ ਕਿਹੜੀ ਗੱਲ ਦਾ ਕਰਨਾਗਾ? ਸੋਚਦਾ ਕਿ ਜਿਵੇਂ ਤੁਸੀਂ ਸੋਚਦੇ ਹੋ, ਸੋਚਣ ਦੇ ਅਨੁਸਾਰ ਪਰਮੇਸ਼ਰ ਨਿਆਂ ਨਹੀਂ ਕਰਦੇ। ਹਾਲੇਲੂਇਆ। ਮੈਂ ਪਹਿਲਾਂ ਵੀ ਕਿਹਾਗਾ, ਗੱਲਾਂ ਨਾ ਕਰੋ। ਪਰਮੇਸ਼ਰ ਸੋਚ ਦੇ ਅਨੁਸਾਰ ਨਿਆਂ ਨਹੀਂ ਕਰਨ ਵਾਲੇ। ਪਰਮੇਸ਼ਰ ਕਿਵੇਂ ਨਿਆਂ ਕਰਨਗੇ? ਕੰਮਾਂ ਦੇ ਅਨੁਸਾਰ। ਕੰਮ ਕਿਹੜੇ? ਤੁਹਾਡੇ ਘਰ ਦੇ ਕੰਮ ਕਰਨਗੇ ਜਾਂ ਨਹੀਂ ਕਰਨਗੇ? ਘਰ ਦੇ ਕੰਮਾਂ ਦਾ ਨਿਆਂ ਹੋਏਗਾ ਜਾਂ ਨਹੀਂ ਹੋਏਗਾ? ਤੁਹਾਡਾ ਕਾਰੋਬਾਰ, ਉਹਦਾ ਨਿਆਂ ਹੋਊਗਾ ਜਾਂ ਨਹੀਂ ਹੋਊਗਾ? ਪਰਮੇਸ਼ਰ ਪੁੱਛੇਗਾ ਤੁਸੀਂ ਕਿੰਨਾ ਕੰਮ ਕਰਦੇ ਸੀਗੇ,
ਕਿਹਦੇ ਲਈ? ਆਪਣੇ ਸਰੀਰ ਦੇ ਲਈ, ਆਪਣੇ ਕਾਰੋਬਾਰ ਦੇ ਲਈ ਕਿੰਨਾ ਕੰਮ ਕਰਦੇ ਸੀਗੇ ਤੇ ਮੇਰੇ ਲਈ ਕਿੰਨਾ ਕੰਮ ਕਰਦੇ ਸੀਗੇ। ਮਤਲਬ ਕਿ ਪਰਮੇਸ਼ਵਰ ਸਾਡੇ ਕੀ ਕਰਨ ਵਾਲੇ ਨੇ? ਉਹ ਨਿਆਂ ਕਰਨਗੇ। ਔਰ ਬਾਈਬਲ ਦੇ ਵਿੱਚ ਲਿਖਿਆ ਵੀ ਹੈ, ਇੱਕ ਵਚਨ ਪੜ੍ਹੋ ਮੇਰੇ ਨਾਲ ਤੁਸੀਂ, ਪ੍ਰਕਾਸ਼ ਦੀ ਪੋਥੀ ਉਹਦਾ 22 ਅਧਿਆਇ ਉਹਦਾ 12 ਵਚਨ। ਵੇਖ ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ, ਭਈ ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤੇ ਉਹਨੂੰ ਬਦਲਾ ਦਿਆਂ। ਦੇਖੋ, ਜੈਸਾ ਕੋਈ ਇਨਸਾਨ ਕੰਮ ਕਰ ਰਿਹਾ ਹੈਗਾ ਉਹਦੇ ਅਨੁਸਾਰ ਕੀ ਮਿਲਣਾ ਇਨਸਾਨ ਨੂੰ? ਉਹਦੇ ਅਨੁਸਾਰ ਹੀ ਪਰਮੇਸ਼ਰ ਉਹਨੂੰ ਫਲ ਦੇਵੇਗਾ, ਉਹਨੂੰ ਬਦਲਾ ਦੇਵੇਗਾ। ਕਿਹਦੇ ਅਨੁਸਾਰ? ਕੰਮ ਦੇ ਅਨੁਸਾਰ। ਕਿਸ ਸੋਚ ਦੇ ਅਨੁਸਾਰ? ਅੱਜ ਕੋਈ ਇਨਸਾਨ ਇੱਥੇ ਝੂਠ ਬੋਲਦਾ ਹੈਗਾ, ਜਾਂ ਉਹਨੂੰ ਝੂਠ ਬੋਲਣ ਦੀ ਆਦਤ ਹੈ, ਜਾਂ ਉਹ ਗਾਲਾਂ ਕੱਢਦਾ ਹੈਗਾ, ਜਾਂ ਉਹ ਨਸ਼ਾ ਕਰਦਾ ਹੈਗਾ, ਤਾਂ ਉਹ ਸੋਚ ਲਵੇ ਕਿ ਅੱਜ ਤੋਂ ਬਾਅਦ ਬੰਦ। ਦੇਖੋ, ਸੋਚ ਸੋਹਣੀ ਹੈ, ਤਕਰੀਬਨ ਸੋਚ ਹਰ ਇਨਸਾਨ ਦੀ ਚੰਗੀ ਹੁੰਦੀ ਹੈ ਜਾਂ ਨਹੀਂ ਹੁੰਦੀ? ਕੋਈ ਵੀ ਇਨਸਾਨ ਉਹ ਲੜਾਈ ਝਗੜਾ ਨਹੀਂ ਕਰਨਾ ਚਾਹੁੰਦਾ, ਕੋਈ ਵੀ ਇਨਸਾਨ ਉਹ ਨਸ਼ਾ ਨਹੀਂ ਕਰਨਾ ਚਾਹੁੰਦਾ, ਕੋਈ ਵੀ ਇਨਸਾਨ ਉਹ ਠੱਗੀ ਚੋਰੀ ਨਹੀਂ ਕਰਨਾ ਚਾਹੁੰਦਾ। ਸੋਚ ਸੋਹਣੀ ਹੈ, ਉਹਦੀ ਸੋਚ ਚੰਗੀ ਹੈ। ਲੇਕਿਨ ਪਰਮੇਸ਼ਵਰ ਕਦੇ ਵੀ ਕਿਸੇ ਇਨਸਾਨ ਦਾ ਕੰਮ ਨਿਆਂ ਜੋ ਉਹ ਮਤਲਬ ਸੋਚ ਦੇ ਅਨੁਸਾਰ ਨਹੀਂ ਕਰਨਗੇ। ਪਰਮੇਸ਼ਵਰ ਕਿਹਦੇ ਅਨੁਸਾਰ ਨਿਆਂ ਕਰਨਗੇ? ਮੇਰੇ ਨਾਲ ਵਚਨ ਪੜੋ, ਪ੍ਰਕਾਸ਼ ਦੀ ਪੋਥੀ ਉਹਦਾ 20 ਅਧਿਆਇ ਉਹਦਾ 13 ਵਚਨ। ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ ਨੇ ਉਹ ਮੁਰਦੇ ਜਿਹੜੇ ਉਹਨਾਂ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਂ ਉਹਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ। ਦੇਖੋ, ਹਰ ਇੱਕ ਇਨਸਾਨ ਦਾ ਜੋ ਨਿਆਂ ਗਾ ਉਹਦੇ ਕਰਨੀਆਂ ਦੇ ਅਨੁਸਾਰ, ਮਤਲਬ ਉਹਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ। ਫਿਰ ਵਚਨ ਪੜੋ, ਪ੍ਰਕਾਸ਼ ਦੀ ਪੋਥੀ ਉਹਦਾ 2 ਅਧਿਆਇ ਉਹਦਾ 23 ਵਚਨ। ਅਤੇ ਮੈਂ ਉਹਦੇ ਬਾਲਕਾਂ ਨੂੰ ਮਾਰ ਸੁੱਟਾਂਗਾ, ਅਤੇ ਸਾਰੀਆਂ ਕਲੀਸਿਆਂ ਜਾਣ ਲੈਣਗੀਆਂ, ਜੋ ਗੁਰਦਿਆਂ ਅਤੇ ਹਿਰਦਿਆਂ ਦਾ ਜਾਚਣ ਵਾਲਾ ਮੈਂ ਹੀ ਹਾਂ, ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਰਨੀਆਂ ਦੇ ਅਨੁਸਾਰ ਫਲ ਦੇਵਾਂਗਾ। ਦੇਖੋ, ਕੰਮ ਦੇ ਅਨੁਸਾਰ ਪਰਮੇਸ਼ਵਰ ਕੀ ਦੇਣਗੇ? ਫਲ ਦੇਣਗੇ। ਹਾਂ, ਜੈਸਾ ਇਨਸਾਨ ਕੰਮ ਕਰਦਾਗਾ, ਜੈਸੇ ਇਨਸਾਨ ਦੇ ਕੰਮ ਨੇ, ਪਰਮੇਸ਼ਵਰ ਕੰਮ ਦੇ ਅਨੁਸਾਰ ਕੀ ਦੇਣ ਵਾਲੇ ਨੇ? ਉਹ ਤਾਂ ਫਲ ਦੇਣ ਵਾਲੇ ਨੇ। ਹੁਣ ਪ੍ਰਭੂ ਯਿਸੂ ਮਸੀਹ ਆਉਣ ਵਾਲੇ ਨੇ। ਪ੍ਰਭੂ ਯਿਸੂ ਮਸੀਹ ਕਾਹਦੇ ਲਈ ਆਉਣ ਵਾਲੇ ਨੇ? ਉਹ ਤਾਂ ਨਿਆਂ ਕਰਨ ਦੇ ਲਈ। ਔਰ ਨਿਆਂ ਕਿਹਦਾ ਕਰਨਾਗਾ? ਇਹ ਜਦ ਧਰਤੀ ਉੱਪਰ ਜਿੰਨੇ ਲੋਕ ਨੇ ਸਾਰਿਆਂ ਦਾ ਨਿਆਂ ਪ੍ਰਭੂ ਯਿਸੂ ਮਸੀਹ ਨੇ ਕਰਨਾਗਾ। ਔਰ ਕਿਵੇਂ ਕਰਨਾਗਾ? ਸੋਚ ਦੇ ਅਨੁਸਾਰ ਨਹੀਂ। ਸੋਚ ਦੇ ਅਨੁਸਾਰ ਪਰਮੇਸ਼ਵਰ ਨਿਆਂ ਨਹੀਂ ਕਰਨ ਵਾਲੇ, ਲੇਕਿਨ ਪਰਮੇਸ਼ਵਰ ਕਿਹਦੇ ਅਨੁਸਾਰ ਨਿਆਂ ਕਰਨਗੇ? ਉਹਦੇ ਕੰਮਾਂ ਦੇ ਅਨੁਸਾਰ ਨਿਆਂ ਕਰਨ ਵਾਲੇ ਨੇ। ਔਰ ਇਹਦਾ ਮਤਲਬ ਜੋ ਜੈਸੇ ਕੰਮ ਕਰੇਗਾ ਪਰਮੇਸ਼ਵਰ ਉਹਦਾ ਅਜਿਹਾ ਹੀ ਨਿਆਂ ਕਰਨਗੇ। ਇੱਕ ਵਚਨ ਪੜੋ ਮੇਰੇ ਨਾਲ, ਕਹੋ ਤਾਂ ਉਹਦਾ 12 ਅਧਿਆਇ ਉਹਦਾ 14 ਵਚਨ। ਆਦਮੀ ਆਪਣੇ ਬਚਨਾਂ ਦੇ ਫਲ ਦੇ ਕਾਰਨ ਭਲਾਈ ਨਾਲ ਤ੍ਰਿਪਤ ਹੁੰਦਾ ਹੈ, ਅਤੇ ਜਿਹੀ ਕਿਸੇ ਦੀ ਕਰਨੀ ਤੇਹੀ ਉਸ ਦੀ ਭਰਨੀ। ਸਾਰੇ ਬੋਲੋ ਹਾਲੇਲੂਇਆ। ਇਨਸਾਨ ਦੇ ਬਾਰੇ ਕੀ ਲਿਖਿਆਗਾ ਕਿ ਆਦਮੀ ਆਪਣੇ ਵਚਨਾਂ ਦੇ ਕਾਰਨ ਕੀ ਹੁੰਦਾਗਾ? ਭਲਾਈ ਦੇ ਨਾਲ ਤ੍ਰਿਪਤ ਹੁੰਦਾਗਾ। ਲੇਕਿਨ ਜੈਸੀ ਜਿਸ ਦੀ ਕਰਨੀ, ਜੈਸੀ ਕਰਨੀ ਵੈਸੀ ਭਰਨੀ। ਮਤਲਬ ਜੈਸਾ ਕੋਈ ਕਰੇਗਾ ਉਹ ਅਜਿਹਾ ਹੀ ਭਰੇਗਾ। ਇੱਕ ਵਾਰ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਇੱਕ ਵਾਰ ਕੀ ਹੋਇਆ, ਇੱਕ ਇਨਸਾਨ ਸੀਗਾ, ਉਹ ਕਿਤੇ ਨੌਕਰੀ ਕਰਦਾ ਸੀਗਾ, ਔਰ ਨੌਕਰੀ ਕਰਦਾ ਸੀਗਾ ਤੇ ਉਹਦਾ ਇੱਕ ਮੈਨੇਜਰ ਸੀਗਾ, ਤੇ ਉਹਦੇ ਨਾਲ ਝਗੜਾ ਹੋ ਗਿਆ। ਮੈਨੇਜਰ ਨਾਲ ਝਗੜਾ ਹੋਇਆ ਤੇ ਜਿਹੜਾ ਬੰਦਾ ਨੌਕਰ ਸੀਗਾ ਉੱਥੇ, ਉਹਨੇ ਆਪਣੇ ਮੈਨੇਜਰ ਦੇ ਥੱਪੜ ਮਾਰਿਆ। ਗੱਲ ਨੂੰ ਧਿਆਨ ਨਾਲ ਸੁਣੋ ਸਾਰੇ, ਆਪਣਾ ਧਿਆਨ ਮੇਰੇ ਉੱਪਰ ਬਣਾ ਕੇ ਰੱਖੋ ਸਾਰੇ। ਜਦੋਂ ਮੈਨੇਜਰ ਦਾ ਥੱਪੜ ਮਾਰਿਆ, ਮੈਨੇਜਰ ਥੋੜਾ ਜਿਹਾ ਕਮਜ਼ੋਰ ਸੀਗਾ, ਉਹ ਲੜਿਆ ਨਹੀਂ, ਵੈਸੇ ਗੁੱਸਾ ਬਹੁਤ ਸੀ ਉਹਨੂੰ, ਉਹ ਘਰੇ ਆ ਗਿਆ। ਹੁਣ ਉਸ ਨੌਕਰ ਦਾ ਗੁੱਸਾ ਉਹਨੇ ਘਰ ਵਾਲੇ ਦੇ ਉੱਪਰ ਕੱਢਤਾ ਆ ਕੇ, ਉਹਨੇ ਘਰ ਵਾਲੇ ਦੇ ਕੇ ਥੱਪੜ ਮਾਰਿਆ। ਹੁਣ ਘਰ ਵਾਲੀ ਵੀ ਬਹੁਤ ਚੰਗੀ ਸੀਗੀ, ਲੜਦੀ ਨਹੀਂ ਸੀਗੀ। ਹੁਣ ਉਹ ਕਰੇ ਵਿਚਾਰੀ ਕੀ, ਉਹ ਬੇਵਜ੍ਹਾ ਕੁੱਟੀ ਗਈ। ਉਸਨੇ ਆਪਣੇ ਬੜੇ ਮੁੰਡੇ ਨੂੰ ਬੁਲਾਇਆ, ਉਹਦੇ ਥੱਪੜ ਮਾਰਿਆ ਇੱਕ। ਤੇ ਜਿਹੜਾ ਵੱਡਾ ਮੁੰਡਾ ਸੀਗਾ ਉਹ ਵੀ ਸਮਝਦਾਰ ਸੀਗਾ, ਜ਼ਿਆਦਾ ਵੱਡਾ ਨਹੀਂ ਸੀਗਾ, ਲੇਕਿਨ ਉਹ ਵੀ ਸਮਝਦਾਰ ਸੀਗਾ, ਉਹ ਵੀ ਕੁਝ ਨਹੀਂ ਬੋਲਿਆ। ਗੁੱਸਾ ਤਾਂ ਉਹਨੂੰ ਵੀ ਸੀਗਾ। ਉਹਨੇ ਛੋਟੇ ਭਾਈ ਨੂੰ ਕੁੱਟਤਾ, ਉਹਨੇ ਛੋਟੇ ਭਾਈ ਦੇ ਥੱਪੜ ਮਾਰਿਆ ਜੀ। ਹੁਣ ਛੋਟਾ ਭਾਈ ਦੇਖਿਆ ਘਰ ਵਿੱਚ ਕੋਈ ਹੈ ਹੀ ਨਹੀਂ, ਉਧਰ ਰੋਣ ਲੱਗ ਗਿਆ, ਰੋ ਕੇ ਬਾਹਰ ਨਿਕਲ ਗਿਆ। ਰਸਤੇ ਵਿੱਚ ਕੀ ਹੋਇਆ, ਇੱਕ ਕੁੱਤਾ ਬੈਠਾ ਸੀਗਾ, ਜਾ ਕੇ ਉਹਨੇ ਉਹਦੇ ਲੱਤ ਮਾਰੀ, ਕੁੱਤੇ ਦੇ ਲੱਤ ਮਾਰੀ, ਤੇ ਕੁੱਤਾ ਚੀਕਦਾ ਹੋਇਆ ਦੌੜਿਆ ਸੜਕ ਵੱਲ। ਉਹਨੇ ਉੱਥੇ ਇੱਕ ਇਨਸਾਨ ਨੂੰ ਕੱਟ ਲਿਆ, ਇਨਸਾਨ ਨੂੰ ਵੱਢ ਲਿਆ। ਇਹ ਇਨਸਾਨ ਪਤਾ ਕੌਣ ਸੀਗਾ? ਇਹ ਉਹੀ ਸੀਗਾ ਜਿਹਨੇ ਮੈਨੇਜਰ ਦੇ ਥੱਪੜ ਮਾਰਿਆ ਸੀਗਾ। ਗੱਲ ਬਹੁਤ ਧਿਆਨ ਨਾਲ ਸੁਣਿਓ। ਮਤਲਬ ਜੋ ਇਨਸਾਨ ਕਰਦਾਗਾ
ਉਹਨੂੰ ਉਹਦਾ ਬਦਲਾ ਮਿਲਦਾ ਹੈਗਾ। ਇਹਦਾ ਲੋਕ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਹੀ ਸਭ ਕੁਝ ਕਰਨਾ ਗਾ, ਔਰ ਸੰਸਾਰ ਦੇ ਵਿੱਚ ਇੱਥੇ ਇਨਸਾਨ ਨੂੰ ਬਦਲਾ ਮਿਲਦਾ ਹੈਗਾ। ਦੇਖੋ ਗੱਲ ਕਿੱਥੋਂ ਚੱਲੀ ਸੀ ਗੱਲ? ਮੈਨੇਜਰ ਔਰ ਨੌਕਰ ਤੋਂ। ਵਿੱਚ ਕੌਣ ਆ ਗਿਆ? ਪਤਨੀ ਆ ਗਈ, ਫਿਰ ਉਹਦਾ ਬੇਟਾ ਆ ਗਿਆ, ਫਿਰ ਉਹਦਾ ਭਾਈ ਆ ਗਿਆ, ਫਿਰ ਵਿੱਚ ਕੌਣ ਆ ਗਿਆ? ਕੁੱਤਾ ਆ ਗਿਆ। ਫਿਰ ਕੁੱਤੇ ਨੇ ਕੀ ਕਰਿਆ? ਜਾ ਕੇ ਉਸ ਇਨਸਾਨ ਨੂੰ ਵੱਢ ਲਿਆ। ਕਹਿਣ ਦਾ ਮਤਲਬ ਕੀ ਕਿ ਜੈਸੀ ਕਰਨੀ ਵੈਸੀ ਭਰਨੀ। ਫਿਰ ਕੀ ਹੋਇਆ? ਇੱਕ ਵਾਰ ਇੱਕ ਇਨਸਾਨ ਸੀਗਾ, ਉਹ ਕਿਸੇ ਪਾਸੇ ਜਾ ਰਿਹਾ ਸੀਗਾ, ਚਲਦੇ ਚਲਦੇ ਥੱਕ ਵੀ ਗਿਆ ਸੀਗਾ, ਉਹਨੂੰ ਭੁੱਖ ਵੀ ਲੱਗੀ ਸੀਗੀ। ਇਹ ਗੱਲ ਮੈਂ ਪਹਿਲਾਂ ਵੀ ਸ਼ਾਇਦ ਦੱਸੀ ਹੈ। ਭੁੱਖ ਲੱਗੀ ਸੀਗੀ, ਅਚਾਨਕ ਸੜਕ ਦੇ ਉੱਪਰ ਇੱਕ ਬਾਗ ਦਿਖਿਆ ਉਹਨੂੰ, ਸੜਕ ਦੇ ਕਿਨਾਰੇ। ਤਾਂ ਉਸਨੇ ਦੇਖਿਆ ਵੀ ਚਲੋ ਕੁਝ ਖਾਣੇ ਆ। ਹੁਣ ਦੇਖਿਆ ਕੀ ਨੇ? ਅੱਖਾਂ ਨੇ। ਹੁਣ ਜਿਹਨੇ ਦੇਖਿਆ ਉਹ ਤਾਂ ਜਾ ਨਹੀਂ ਸਕਦੀ ਉੱਥੇ। ਫਿਰ ਉੱਥੇ ਗਏ ਕੌਣ? ਪੈਰ ਗਏ। ਦੇਖਿਆ ਅੱਖ ਨੇ, ਗਏ ਪੈਰ। ਜਦੋਂ ਪੈਰ ਉੱਥੇ ਗਏ ਤੇ ਪੈਰ ਤੋੜ ਨਹੀਂ ਸਕਦੇ, ਫਿਰ ਤੋੜਿਆ ਕਿਹਨੇ? ਹੱਥਾਂ ਨੇ ਤੋੜਿਆ। ਦੇਖੋ, ਦੇਖਿਆ ਅੱਖ ਨੇ, ਗਏ ਪੈਰ, ਤੋੜਿਆ ਹੱਥਾਂ ਨੇ। ਜਿਹਨੇ ਤੋੜਿਆ ਉਹ ਖਾ ਨਹੀਂ ਸਕਦਾ, ਤੇ ਖਾਊਗਾ ਕੌਣ? ਖਾਊਗਾ ਮੂੰਹ। ਦੇਖੋ, ਦੇਖਿਆ ਅੱਖ ਨੇ, ਗਏ ਪੈਰ, ਤੋੜਿਆ ਹੱਥਾਂ ਨੇ, ਖਾਦਾ ਕਿਹਨੇ? ਖਾਦਾ ਮੂੰਹ ਨੇ। ਜਿਹਨੇ ਖਾਦਾ ਉਹਨੇ ਰੱਖਿਆ ਨਹੀਂ, ਉਹਨੇ ਅੱਗੇ ਟ੍ਰਾਂਸਫਰ ਕਰਤਾ। ਕਿੱਥੇ? ਪੇਟ 'ਚ। ਹੁਣ ਦੇਖੋ, ਦੇਖਿਆ ਅੱਖ ਨੇ, ਗਏ ਪੈਰ, ਤੋੜਿਆ ਮੂੰਹ ਨੇ। ਹਾਂ, ਤੋੜਿਆ ਕਿਹਨੇ? ਹੱਥਾਂ ਨੇ। ਗੱਲ ਨੂੰ ਧਿਆਨ ਨਾਲ ਸੁਣਿਆ, ਹਾਂ ਧਿਆਨ ਬਣਾ ਕੇ ਰੱਖਿਓ। ਤੋੜਿਆ ਹੱਥਾਂ ਨੇ, ਖਾਦਾ ਮੂੰਹ ਨੇ। ਜਿਹਨੇ ਖਾਦਾ ਉਹਨੇ ਰੱਖਿਆ ਨਹੀਂ, ਚਲਾ ਗਿਆ ਪੇਟ 'ਚ। ਇੰਨੇ ਨੂੰ ਬਾਗ ਦਾ ਮਾਲਕ ਵੀ ਆ ਗਿਆ। ਉਹਨੇ ਹੱਥ ਵਿੱਚ ਡਾਂਗ ਫੜੀ ਹੋਈ ਸੀ, ਸੋਟੀ ਫੜੀ ਹੋਈ ਸੀਗੀ। ਆ ਕੇ ਉਹਦੇ ਮਾਰੇ ਢੂਕਣੇ 'ਚ, ਮਤਲਬ ਪਿੱਠ 'ਚ ਮਾਰੀ। ਹੁਣ ਗਲਤੀ ਕਿਹਦੀ ਸੀਗੀ? ਤੇ ਭੁਗਤਣੀ ਕਿਹਨੂੰ ਪਈ? ਪਿੱਠ ਨੂੰ। ਹੁਣ ਦੇਖੋ, ਜੇ ਪਿੱਠ 'ਚ ਮਾਰੀ ਤੇ ਫਿਰ ਤਕਲੀਫ ਹੋਈ, ਫਿਰ ਅੱਖ ਦੇ ਵਿੱਚੋਂ ਹੰਝੂ ਆਏ ਉਹਦੇ, ਜਿਹਨੇ ਦੇਖਿਆ ਸੀਗਾ। ਇਹਦਾ ਮਤਲਬ ਕਿ ਜੋ ਕਰੇਗਾ ਉਹ ਭਰਦਾਗਾ। ਲੋਕ ਕਹਿੰਦੇ ਨੇ ਕਿ ਜੋ ਕੁਝ ਵੀ ਹੈ ਸੰਸਾਰ ਦੇ ਵਿੱਚ ਹੀ ਹੈ, ਠੀਕ ਹੈ, ਲੇਕਿਨ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਮੈਂ ਆਉਣ ਵਾਲਾਂਗਾ, ਔਰ ਮੈਂ ਕੀ ਹੈ? ਮੈਂ ਤਾਂ ਨਿਆਂ ਕਰਨਾਗਾ। ਦੇਖੋ, ਇੱਥੇ ਵੀ ਲੋਕਾਂ ਨੂੰ ਇਹਦਾ ਫਲ ਮਿਲਦਾਗਾ, ਕਰਮਾਂ ਦਾ ਫਲ ਮਿਲ ਜਾਂਦਾ ਇੱਥੇ ਇਨਸਾਨ ਨੂੰ। ਇੱਕ ਵਾਰ ਇੱਕ ਇਨਸਾਨ ਸੀਗਾ, ਉਹ ਕਿਸੇ ਪਿੰਡ ਦੇ ਵਿੱਚ ਰਹਿੰਦਾ ਸੀਗਾ, ਔਰ ਪਿੰਡ ਤੋਂ ਕਾਫੀ ਦੂਰ ਇੱਕ ਸ਼ਹਿਰ ਸੀਗਾ। ਪਿੰਡ ਤੋਂ ਇੱਕ ਥੋੜਾ ਜਿਹਾ ਦੂਰ ਸ਼ਹਿਰ ਸੀਗਾ। ਹੁਣ ਕੋਈ ਵੀ ਇਨਸਾਨ ਸਮਾਨ ਲੈਣ ਜਾਂਦਾ ਸੀਗਾ, ਉਹ ਪਿੰਡ ਵਿੱਚ ਹੀ ਜਾਂਦਾ ਸੀਗਾ, ਸ਼ਹਿਰ ਵਿੱਚ ਜਾਂਦਾ ਸੀਗਾ। ਹੁਣ ਇਹ ਇਨਸਾਨ ਦੇ ਕੋਲ ਖੇਤ ਸੀਗੇ, ਪਸ਼ੂ ਸੀਗੇ, ਤਾਂ ਇਹ ਇਨਸਾਨ ਕੀ ਕਰਦਾ ਸੀਗਾ? ਉਹਦਾ ਦੁੱਧ ਕੱਢਦਾ ਸੀਗਾ, ਦਹੀਂ ਬਣਾਉਂਦਾ ਸੀਗਾ, ਉਹਦਾ ਘਿਓ ਤਿਆਰ ਕਰਦਾ ਸੀਗਾ। ਫਿਰ ਇਹ ਵੇਚਣ ਦੇ ਲਈ ਬਾਜ਼ਾਰ ਚਲਾ ਜਾਂਦਾ ਸੀਗਾ। ਔਰ ਜਿਸ ਇਨਸਾਨ ਨੂੰ ਵੇਚਦਾ ਸੀਗਾ ਉਹ ਦੁਕਾਨਦਾਰ ਸੀਗਾ। ਦੁਕਾਨਦਾਰ ਕਾਹਦਾ? ਜੋ ਘਰ ਦਾ ਰਾਸ਼ਨ ਹੁੰਦਾ ਹੈਗਾ, ਲੂਣ ਮਿਰਚ ਮਸਾਲਾ ਹਲਦੀ ਜਾਂ ਫਿਰ ਹੋਰ ਜੋ ਰਾਸ਼ਨ, ਚੀਨੀ ਵਗੈਰਾ ਜੋ ਵੀ। ਇਹ ਇਨਸਾਨ ਕੀ ਕਰਦਾ ਸੀਗਾ? ਜਾ ਕੇ ਉਹਨੂੰ ਉਹ ਸਮਾਨ ਦਿੰਦਾ ਸੀਗਾ, ਬਦਲੇ ਵਿੱਚ ਉਹ ਤੋਂ ਸਮਾਨ ਲਿਆਉਂਦਾ ਸੀਗਾ। ਇਸ ਤਰ੍ਹਾਂ ਉਹਦਾ ਕੰਮ ਚੱਲਦਾ ਗਿਆ। ਉਸ ਤੋਂ ਬਾਅਦ ਕੀ ਹੋਇਆ? ਹਰ ਵਾਰ ਹਫ਼ਤੇ ਬਾਅਦ ਉਹਦੇ ਕੋਲ ਜਾਂਦਾ ਹੀ ਸੀਗਾ। ਇੱਕ ਵਾਰ ਜਿਹੜਾ ਦੁਕਾਨ ਦਾ ਮਾਲਕ ਸੀਗਾ, ਜੋ ਕਰਿਆਨੇ ਦਾ ਕੰਮ ਕਰਦਾ ਸੀਗਾ, ਦੁਕਾਨਦਾਰ ਸੀਗਾ, ਉਹਦੇ ਕੋਲੋਂ ਜਦੋਂ ਇਹ ਇਨਸਾਨ ਘਿਓ ਲੈ ਕੇ ਗਿਆ, ਘਿਓ ਦੇ ਏਡੇ ਏਡੇ ਸਾਰੇ ਪੀਸ ਸੀਗੇ, ਤਾਂ ਉਸਨੇ ਸੋਚਿਆ ਕਿ ਬੰਦਾ ਮੇਰੇ ਕੋਲ ਹਰ ਵਾਰ ਆਉਂਦਾ ਗਾ, ਮੇਰੇ ਕੋਲ ਹਰ ਵਾਰ ਮੇਰੇ ਕੋਲ ਆਉਂਦਾ ਗਾ, ਔਰ ਮੇਰੇ ਤੋਂ ਇਹ ਕੀ ਕਰਦਾ ਗਾ? ਰਾਸ਼ਨ ਲੈ ਜਾਂਦਾ ਗਾ। ਲੇਕਿਨ ਜਿਹੜਾ ਇਹ ਘਿਓ ਲੈ ਕੇ ਆਉਂਦਾ ਮੇਰੇ ਕੋਲ, ਮੈਂ ਕਦੇ ਇਹਦਾ ਵੇਟ ਨਹੀਂ ਕਰਿਆ, ਇਹਨੂੰ ਕਦੇ ਤੋਲਿਆ ਨਹੀਂ ਹੈ, ਤੇ ਚਲੋ ਤੋਲ ਕੇ ਦੇਖਦਾ ਕਿੰਨਾ ਵਜਨ ਹੈ। ਤਾਂ ਉਹਨੇ ਵਜਨ ਰੱਖ ਕੇ ਦੇਖਿਆ ਜੀ, ਤੇ 900 ਗ੍ਰਾਮ ਨਿਕਲਿਆ। ਘਿਓ ਦਾ ਵਜਨ ਸੀਗਾ 900 ਗ੍ਰਾਮ। ਜਦ ਕਿ ਉਹ ਕੀ ਕਰਦਾ ਸੀਗਾ? ਉਹ ਤਾਂ ਕਿਲੋ ਦੇ ਹਿਸਾਬ ਨਾਲ ਦਿੰਦਾ ਸੀਗਾ। ਤਾਂ ਜੋ ਦੂਜੀ ਵਾਰ ਉਹ ਇਨਸਾਨ ਆਇਆ ਘਿਓ ਲੈ ਕੇ ਆਇਆ, ਤਾਂ ਉਸਨੇ ਉਹਦੀ ਦੁਕਾਨ ਤੇ ਗਿਆ, ਤੇ ਦੁਕਾਨਦਾਰ ਉਹਦੇ ਨਾਲ ਝਗੜਾ ਸ਼ੁਰੂ ਕਰ ਲਿਆ। ਉਹਨੇ ਕਹਿੰਦਾ ਤੂੰ ਤਾਂ ਬੇਈਮਾਨ ਹੈ, ਤੂੰ ਤਾਂ ਠੱਗ ਹੈ, ਤੂੰ ਮੇਰੀ ਦੁਕਾਨ ਤੇ ਨਾ ਆਇਆ ਕਰ, ਮੈਂ ਤੇਰੇ ਨਾਲ ਕਾਰੋਬਾਰ ਨਹੀਂ ਕਰਨਾ। ਤੇ ਉਹ ਕਹਿੰਦਾ ਗੱਲ ਕੀ ਹੋਈ? ਕਹਿੰਦਾ ਗੱਲ ਕੀ, ਤੂੰ ਘਿਓ ਦੇਖ, ਮੈਂ ਤਾਂ ਕਿਲੋ ਮੰਨਦਾ, ਮੈਂ ਤੂੰ ਕਿਲੋ ਲੈ ਕੇ ਆਉਣਾ ਘਿਓ ਮੇਰੇ ਲਵੇ, ਲੇਕਿਨ ਤੂੰ ਲੈ ਕੇ ਆਉਣਾ ਉਹਨਾਂ ਦਾ 900 ਗ੍ਰਾਮ। ਤੂੰ ਤਾਂ 900 ਗ੍ਰਾਮ ਘਿਓ ਦਿੰਦਾ ਗਾ, ਔਰ ਬਦਲੇ ਵਿੱਚ ਤੂੰ ਮੇਰੇ ਤੋਂ ਇੰਨਾ ਸਮਾਨ ਲੈ ਜਾਂਦਾ ਗਾ। ਕਹਿੰਦਾ ਮੈਂ ਤੇਰੇ ਨਾਲ ਕਾਰੋਬਾਰ ਹੀ ਨਹੀਂ ਕਰਨਾ, ਤੂੰ ਮੇਰੀ ਦੁਕਾਨ ਤਾਂ ਨਾ ਆਈ। ਉਹ ਕਹਿੰਦਾ ਭਾਈ ਸਾਹਿਬ ਦੇਖ, ਮੈਂ ਬੰਦਾ ਗਰੀਬ ਹਾਂ, ਮੇਰੇ ਘਰ ਦੇ ਵਿੱਚ ਕੋਈ ਤਕੜੀ ਨਹੀਂ ਹੈ, ਕੋਈ ਤਰਾਜੂ ਨਹੀਂ ਹੈ ਮੇਰੇ ਘਰ ਦੇ ਵਿੱਚ, ਨਾ ਹੀ ਮੈਂ ਕੋਈ ਐਸਾ ਕੰਮ ਕਰਦਾ ਗਾ। ਲੇਕਿਨ ਜਿਹੜੀ ਚੀਨੀ ਮੈਂ ਤੇਰੇ ਕੋਲ ਲੈਣਾ ਕਿਲੋ, ਇੱਕ ਪਾਸੇ ਮੈਂ ਉਹ ਰੱਖ ਦਾਂਗਾ, ਤੇ ਦੂਜੇ ਪਾਸੇ ਮੈਂ
ਘਿਓ ਰੱਖ ਦਿੰਨਾਗਾ ਔਰ ਦੋਹਾਂ ਦਾ ਵਜ਼ਨ ਬਰਾਬਰ ਹੋ ਜਾਂਦਾਗਾ। ਸਮਝੇ ਨਹੀਂ ਸਮਝੇ? ਹਾਂ, ਮਤਲਬ ਉਹ ਇਨਸਾਨ ਜੋ ਦੁਕਾਨਦਾਰ ਸੀਗਾ ਉਹ ਕਿੰਨਾ ਦਿੰਦਾ ਸੀ ਚੀਨੀ ਨੂੰ? 900, ਹਾਂ 900 ਗ੍ਰਾਮ ਦਾ 100 ਗ੍ਰਾਮ ਦੀ ਕਾਟ ਮਾਰ ਲੈਂਦਾ ਸੀ ਉਹ। ਤੇ ਇਹ ਵੀ ਕੀ ਕਰਦਾ ਸੀਗਾ, ਉਹਦੇ ਬਰਾਬਰ ਹੀ ਕੀ ਕਰਦਾ ਸੀਗਾ, ਘਿਓ ਦਿੰਦਾ ਸੀ ਉਹਨੂੰ। ਹੁਣ ਦੇਖੋ ਉਹ ਵੀ ਜਿਵੇਂ ਕਰਦਾ ਸੀਗਾ ਉਹਦੇ ਨਾਲ ਉਸੇ ਤਰ੍ਹਾਂ ਹੁੰਦਾ ਸੀਗਾ। ਕਹਿਣ ਦਾ ਮਤਲਬ ਕਿ ਸੰਸਾਰ ਦੇ ਵਿੱਚ ਇਨਸਾਨ ਕੁਝ ਵੀ ਕਰਦਾਗਾ, ਕਿਵੇਂ ਵੀ ਕਰਦਾਗਾ, ਇਸ ਸੰਸਾਰ ਦੇ ਵਿੱਚ ਉਸਨੂੰ ਮਿਲ ਸਕਦਾਗਾ। ਲੇਕਿਨ ਜੋ ਪਰਮੇਸ਼ਵਰ ਗੱਲ ਕਰਦੇ ਨੇ, ਇੱਕ ਵਾਰ ਫਿਰ ਵਚਨ ਪੜੋ ਮੇਰੇ ਨਾਲ, ਪ੍ਰਕਾਸ਼ ਦੀ ਪੋਥੀ ਉਹਦਾ 20 ਦੇ ਆਏ, ਉਹਦਾ 12 ਵਚਨ। ਪ੍ਰਕਾਸ਼ ਦੀ ਪੋਥੀ 22 ਦੇ ਉਹਦਾ 12 ਵਚਨ। ਵੇਖ ਮੈਂ ਛੇਤੀ ਆਉਂਦਾ ਹਾਂ ਹਾਂ। ਅਤੇ ਫਲ ਮੇਰੇ ਕੋਲ ਹੈ, ਹਾਂ। ਭਈ ਮੈਂ ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤੇ ਉਹਨੂੰ ਬਦਲਾ ਦਿਆਂ। ਹਾਲੇਲੂਇਆ, ਹਾਲੇਲੂਇਆ। ਦੇਖੋ ਬਾਈਬਲ ਦੇ ਵਿੱਚ ਲਿਖਿਆਗਾ ਵੀ ਜਿਹੋ ਜਿਹਾ ਜਿਸ ਦਾ ਕੰਮ ਹੈ ਉਸ ਨੂੰ ਕੀ ਮਿਲੇਗਾ, ਅਜਿਹਾ ਹੀ ਬਦਲਾ ਮਿਲੇਗਾ। ਹੁਣ ਦੇਖੋ ਆਪਣੇ 3 ਸਟੋਰੀਆਂ ਦੇਖੀਆਂ ਕਿ ਤਿੰਨੇ ਲੋਕਾਂ ਨੇ ਜੋ ਜੋ ਕੀਤਾ ਉਹਨਾਂ ਨੂੰ ਬਦਲੇ ਵਿੱਚ ਉਹੀ ਕੰਮ ਮਿਲਿਆਗਾ। ਲੇਕਿਨ ਦੇਖੋ ਜੋ ਪਰਮੇਸ਼ਵਰ ਇਨਸਾਨ ਦੇ ਲਈ ਇਹ ਕਹਿੰਦੇ ਨੇ ਕਿ ਦੇਖ ਮੈਂ ਆਉਣ ਵਾਲਾ ਹਾਂਗਾ ਔਰ ਮੈਂ ਕੀ ਆ, ਮੈਂ ਤਾਂ ਨਿਆਂ ਕਰਨ ਵਾਲਾ ਹਾਂਗਾ ਔਰ ਜਿਹੋ ਜਿਹਾ ਜੈਸਾ ਕੰਮ ਮਤਲਬ ਜੈਸੀ ਕਰਨੀ ਉਹਨੂੰ ਐਸੀ ਭਰਨੀ ਪਏਗੀ, ਉਹਦੇ ਨਾਲ ਐਸਾ ਹੀ ਹੋਏਗਾ। ਇੱਕ ਵਾਰ ਇਸ ਤਰ੍ਹਾਂ ਹੀ ਹੋਇਆ ਕਿ ਜੋ ਪਰਮੇਸ਼ਵਰ ਦਾ ਦਾਸ ਸੀਗਾ ਯਹੋਸ਼ੂਆ ਤਾਂ ਮਰ ਚੁੱਕਿਆ ਸੀਗਾ ਔਰ ਉਸ ਤੋਂ ਬਾਅਦ ਕੋਈ ਰਾਜਾ ਨਹੀਂ ਸੀਗਾ, ਕੋਈ ਚਲਾਉਣ ਵਾਲਾ ਨਹੀਂ ਸੀਗਾ। ਉਹ ਸਮਾਂ ਸੀਗਾ ਨਿਆਂਇਆਂ ਦਾ, ਕਿ ਨਿਆਂਈ ਲੋਕ। ਤੇ ਉਸ ਤੋਂ ਬਾਅਦ ਇਜ਼ਰਾਇਲ ਪ੍ਰਜਾ ਨੇ ਇਕੱਠੇ ਹੋ ਕੇ ਪਰਮੇਸ਼ਵਰ ਅੱਗੇ ਬੇਨਤੀ ਕਰੀ ਕਿ ਪਰਮੇਸ਼ਵਰ ਅਸੀਂ ਹੁਣ ਯੁੱਧ ਕਰਨ ਦੇ ਲਈ ਜਾਈਏ ਜਾਂ ਨਾ ਜਾਈਏ। ਤਾਂ ਪਰਮੇਸ਼ਵਰ ਨੇ ਦੱਸਿਆ ਦੇਖੋ ਯੁੱਧ ਕਰਨ ਦੇ ਲਈ ਜਾਓ, ਯੁੱਧ ਕਰਨ ਦੇ ਲਈ ਜਾਓ। ਔਰ ਦੱਸਿਆ ਪਰਮੇਸ਼ਵਰ ਨੇ ਕਿ ਕਿਸ ਨੂੰ ਭੇਜਣਾਗਾ। ਤਾਂ ਦੇਖੋ ਇਹ ਸਾਰਾ ਕੰਮ ਹੋ ਗਿਆ ਔਰ ਉੱਥੇ ਕੀ ਹੋਇਆ, ਮੇਰੇ ਨਾਲ ਵਚਨ ਪੜੋ ਤੁਸੀਂ, ਨਿਆਂਇਆਂ ਉਹਦਾ 1 ਦੇ ਆਏ। ਸ਼ਾਂਤ ਰਹੋ ਸਾਰੇ। ਨਿਆਂਇਆਂ 1 ਦੇ ਆਏ, ਉਹਦਾ ਪੜੋ 4, 5। ਤਦ ਯਹੂਦਾ ਚੜਿਆ ਅਤੇ ਯਹੋਵਾ ਨੇ ਕਨਾਨੀਆਂ ਤੇ ਫਰਿਜੀਆਂ ਨੂੰ ਉਹਨਾਂ ਦੇ ਹੱਥੀਂ ਕਰ ਦਿੱਤਾ ਅਤੇ ਉਹਨਾਂ ਨੇ ਬਜਗ ਵਿੱਚ 10,000 ਮਨੁੱਖ ਵੱਡੇ। ਉਹਨਾਂ ਨੇ ਅਦੋਨੀ ਬਜਗ ਨੂੰ ਬਜਗ ਵਿੱਚ ਲੱਭਾ ਅਤੇ ਉਸ ਨਾਲ ਲੜੇ ਅਤੇ ਕਨਾਨੀਆਂ ਔਰ ਫਰਿਜੀਆਂ ਨੂੰ ਮਾਰਿਆ। ਦੇਖੋ ਜਦੋਂ ਇਜ਼ਰਾਈਲ ਦੀ ਲੜਾਈ ਹੋਈ ਤਾਂ ਇਜ਼ਰਾਈਲ ਸੀਗਾ ਉਸਨੇ ਜਿੱਤ ਪ੍ਰਾਪਤ ਕਰ ਲਈ। ਔਰ ਜੋ ਇੱਕ ਉੱਥੇ ਰਾਜਾ ਸੀਗਾ, ਜੋ ਇੱਥੇ ਕਿ ਇਨਸਾਨ ਸੀਗਾ ਅਦੋਨੀ ਬਜਕ, ਉਹ ਉੱਥੋਂ ਦੌੜ ਗਿਆ ਔਰ ਦੌੜ ਗਿਆ। ਫਿਰ ਕੀ ਹੋਇਆ, ਪੜੋਗੇ 6। ਪਰ ਅਦੋਨੀ ਬਜਕ ਭੱਜ ਗਿਆ ਔਰ ਉਹਨਾਂ ਨੇ ਉਸ ਦਾ ਪਿੱਛਾ ਕੀਤਾ ਔਰ ਉਸ ਨੂੰ ਫੜ ਕੇ ਉਸ ਦੇ ਹੱਥਾਂ ਨਾਲੇ ਪੈਰਾਂ ਨੂੰ ਅੰਗੂਠੇ ਵੱਢ ਸੁੱਟੇ। ਦੇਖੋ ਉਸ ਇਨਸਾਨ ਨੂੰ ਫੜਿਆ, ਕਿਹਨੂੰ ਫੜਿਆ, ਅਦੋਨੀ ਬਜਕ ਨੂੰ। ਉਹਨੂੰ ਫੜ ਲਿਆ, ਉਹਦੇ ਹੱਥਾਂ ਦੇ ਤੇ ਉਹਦੇ ਪੈਰਾਂ ਦੇ ਅੰਗੂਠੇ ਕੱਟ ਦੇ। ਕਿੰਨੇ ਅੰਗੂਠੇ ਹੁੰਦੇ ਨੇ ਹੱਥਾਂ ਪੈਰਾਂ ਦੇ? ਅੱਛਾ 20 ਨਾ ਕਹਿ ਦੇ। ਉਹਦੇ ਅੰਗੂਠੇ ਕੱਟ ਦੇ। ਉਹਦਾ ਕਾਰਨ ਕੀ ਸੀਗਾ, ਸੁਣੋ ਧਿਆਨ ਨਾਲ, ਇੱਕ ਬਰਕ ਕੇ ਪੜੋ ਜੀ। ਤਦ ਅਦੋਨੀ ਬਜਕ ਨੇ ਆਖਿਆ, ਹੱਥਾਂ ਪੈਰਾਂ ਦੇ ਅੰਗੂਠੇ ਵੱਡੇ ਹੋਏ 70 ਪਾਤਸ਼ਾਹ ਮੇਰੀ ਮੇਜ਼ ਦੇ ਹੇਠੋਂ ਗਿਰਾਈਆਂ ਚੁਗ ਚੁਗ ਖਾਂਦੇ ਸਨ। ਸੋ ਜਿਹਾ ਮੈਂ ਕੀਤਾ ਸੀ ਪਰਮੇਸ਼ਵਰ ਨੇ ਮੈਨੂੰ ਤਿਹਾ ਹੀ ਵੱਟਾ ਦਿੱਤਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੇਖੋ ਜੋ ਅਦੋਨੀ ਬਜਕ ਸੀਗਾ, ਇਸਨੇ ਕੀ ਕੀਤਾ ਸੀਗਾ, 70 ਰਾਜਿਆਂ ਦੇ ਅੰਗੂਠੇ ਵੱਡੇ ਸੀ ਇਸਨੇ। ਹਾਲੇਲੂਇਆ, ਹਾਲੇਲੂਇਆ। ਸਾਰੇ ਮਿਲ ਕੇ ਚੱਲੋ। ਜਦੋਂ ਇਸ ਦੀ ਵਾਰੀ ਆਈ, ਇਸ ਨੂੰ ਫੜ ਲਿਆ, ਇਸ ਦੇ ਵੀ ਹੱਥਾਂ ਪੈਰਾਂ ਦੇ ਅੰਗੂਠੇ ਵੱਢ ਦਿੱਤੇ। ਫਿਰ ਇਸ ਨੂੰ ਯਾਦ ਆਇਆ ਕਿ ਮੈਂ 70 ਰਾਜਿਆਂ ਦੇ 70 ਪਾਤਸ਼ਾਹਾਂ ਦੇ ਮੈਂ ਅੰਗੂਠੇ ਵੱਡੇ ਨੇ ਔਰ ਉਹ ਮੇਰੀ ਮੇਜ਼ ਦੇ ਉੱਪਰੋਂ ਕੀ ਆ, ਜਿਹੜਾ ਝੂਠਾ ਮੂਠਾ ਜੋ ਵੀ ਡਿੱਗਦਾਗਾ ਉਹ ਖਾਂਦੇ ਸੀਗੇ, ਆਪਣਾ ਗੁਜ਼ਾਰਾ ਕਰਦੇ ਸੀਗੇ। ਅੱਜ ਮੇਰੇ ਨਾਲ ਵੀ ਅਜਿਹਾ ਹੋਇਆਗਾ, ਅੱਜ ਮੇਰੇ ਨਾਲ ਅਜਿਹਾ ਹੋਇਆਗਾ ਕਿ ਜੋ ਮੈਂ ਲੋਕਾਂ ਲਈ ਕਰਦਾ ਸੀਗਾ, ਜੋ ਮੈਂ ਲੋਕਾਂ ਲਈ ਕੀਤਾਗਾ। ਇਹ ਗੱਲ ਰਾਜੇ ਨੇ ਅਦੋਨੀ ਨੂੰ ਮਹਿਸੂਸ ਹੋਈ, ਮਤਲਬ ਕਿ ਉਸਨੇ ਜੈਸਾ ਕੀਤਾ ਸੀਗਾ ਉਹਨੂੰ ਐਸਾ ਹੀ ਭੁਗਤਣਾ ਪਿਆ। ਤੇ ਉਸ ਤੋਂ ਬਾਅਦ ਅਗਰ ਆਪਾਂ ਹੋਰ ਦੇਖਦੇ ਹਾਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ, ਤੇ ਆਪਾਂ ਗੱਲ ਕਰਦੇ ਹਾਂ ਸਮਸੂਨ ਦੀ। ਸਮਸੂਨ ਬਾਰੇ ਤਾਂ ਆਪਾਂ ਬਹੁਤ ਵਾਰ ਸਿੱਖ ਚੁੱਕੇ ਹਾਂ, ਬਹੁਤ ਵਾਰ ਸੁਣਿਆਗਾ ਕਿ ਸਮਸੂਨ ਕਿੱਡਾ ਵੱਡਾ ਯੋਧਾ ਹੋਇਆਗਾ।
ਕਿੱਡਾ ਵੱਡਾ ਯੋਧਾ ਸੀਗਾ, ਕਿੰਨਾ ਸ਼ਕਤੀਸ਼ਾਲੀ ਸੀਗਾ ਔਰ ਕਿੰਨਾ ਤਾਕਤਵਰ ਸੀਗਾ ਉਹ, ਔਰ ਉਹਦਾ ਸਰੀਰ ਕਿੰਨਾ ਮਜ਼ਬੂਤ ਸੀਗਾ, ਇੱਕ ਬਾਡੀ ਬਿਲਡਰ ਸੀਗਾ ਉਹ। ਐਸੇ ਸੀਗਾ, ਬਾਡੀ ਬਿਲਡਰ ਸੀਗਾ ਉਹ। कैसा ਸੀਗਾ ਉਹ? ਕਿਹਦੇ ਵਰਗਾ ਸੀਗਾ ਉਹ? ਯਾਦ है? हाँ, मतलब ऐसा कुछ लिखा नहीं है, लेकिन परमेश्वर किहनूं बल दिंदे ने कि जो कमजोर है। हुण देखो ਆਪਾਂ ਗੱਲ ਕਰਦੇ ਸਮਸੂਨ ਦੀ। ਸਮਸੂਨ ਦਾ ਵਿਆਹ ਵੀ ਹੋ ਗਿਆ ਤੇ ਵਿਆਹ ਤੋਂ ਬਾਅਦ ਜਿਹੜੀ ਉਹਦੀ ਪਤਨੀ ਸੀਗੀ ਉਹ ਕਿਸੇ ਹੋਰ ਨੂੰ ਵਿਆਹਤੀ। ਉਸ ਤੋਂ ਬਾਅਦ ਸਮਸੂਨ ਨੂੰ ਗੁੱਸਾ ਆਇਆ ਤਾਂ ਉਸਨੇ ਲੋਕਾਂ ਦਾ ਨੁਕਸਾਨ ਕੀਤਾ। ਜਦੋਂ ਲੋਕਾਂ ਦਾ ਨੁਕਸਾਨ ਕੀਤਾ, ਫਿਲਿਸਤੀ ਲੋਕਾਂ ਦਾ, ਤਾਂ ਉਹ ਲੋਕ ਇਕੱਠੇ ਹੋ ਕੇ ਉਹਨਾਂ ਸਲਾਹ ਕਰੀ ਵੀ ਸਾਡਾ ਨੁਕਸਾਨ ਕਿਹਨੇ ਕੀਤਾਗਾ। ਤਾਂ ਲੋਕਾਂ ਨੇ ਦੱਸਿਆ ਵੀ ਦੇਖ ਕਿ ਜੋ ਆਪਣਾ ਸਮਸੂਨ ਹੈ ਉਹਨੇ ਨੁਕਸਾਨ ਕੀਤਾਗਾ। ਤੇ ਉਹਨਾਂ ਨੇ ਗੱਲ ਕਰੀ ਵੀ ਇਹਦਾ ਨੁਕਸਾਨ ਕਰਨ ਦਾ ਕਾਰਨ ਕੀ ਹੈ। ਉਹਨਾਂ ਨੇ ਦੱਸਿਆ ਵੀ ਜਿਹੜਾ ਉਹਦਾ ਸਹੁਰਾ ਸੀਗਾ ਉਹਦੀ ਘਰ ਵਾਲੀ ਨੂੰ ਕਿਤੇ ਹੋਰ ਪਾਸੇ ਵਿਆਹਤਾ ਉਹਨੇ। ਤਾਂ ਲੋਕਾਂ ਨੂੰ ਗੁੱਸਾ ਆਇਆ, ਉਹਨਾਂ ਨੇ ਉਹਦੇ ਸਹੁਰੇ ਨੂੰ ਮਾਰਤਾ, ਨਾਲੇ ਉਹਦੀ ਘਰ ਵਾਲੀ ਮਾਰਤੀ। ਜਦੋਂ ਘਰ ਵਾਲੀ ਮਾਰਤੀ, ਸਮਸੂਨ ਨੂੰ ਫੇਰ ਗੁੱਸਾ ਆ ਗਿਆ। ਹਾਂ, ਫਿਰ ਇਹਨਾਂ ਲੋਕਾਂ ਨੇ, ਜੋ ਫਿਲਿਸਤੀ ਲੋਕ ਸੀਗੇ, ਇਹ ਫਿਰ ਇਕੱਠੇ ਹੋ ਗਏ ਜੀ। ਇਹ ਚਲੇ ਗਏ ਉਹਦੇ ਲੋਕਾਂ ਦੇ ਵਿੱਚ, ਇਜ਼ਰਾਈਲ ਦੇ ਵਿੱਚ, ਯਹੂਦਾ ਦੇ ਲੋਕਾਂ ਕੋਲ। ਉਹਨਾਂ ਨੂੰ ਜਾ ਕੇ ਗੱਲ ਕਹਿ ਰਹੇ ਨੇ ਕਿ ਤੁਸੀਂ ਇਦਾਂ ਕਰੋ, ਜਿਹੜਾ ਤੁਹਾਡਾ ਸਾਥੀ ਹੈ ਨਾ ਯਹੂਦਾ, ਆਪਣਾ ਸਮਸੂਨ, ਉਹਨੂੰ ਸਾਡੇ ਹਵਾਲੇ ਕਰ ਦਿਓ। ਤਾਂ ਫਿਰ ਕੀ ਹੋਇਆ ਆਪਾਂ ਬਾਈਬਲ ਦੇ ਵਿੱਚ ਉਹ ਦੇਖਾਂਗੇ। ਨਿਆਂਈਆਂ ਉਹਦਾ 15 ਅਧਿਆਏ ਉਹਦਾ 10 ਵਚਨ ਪੜੋ। ਅਤੇ ਯਹੂਦਾ ਦੇ ਲੋਕਾਂ ਨੇ ਉਹਨਾਂ ਨੂੰ ਆਖਿਆ, ਤੁਸੀਂ ਕਾਹ ਨੂੰ ਸਾਡੇ ਉੱਤੇ ਚੜ੍ਹ ਆਏ ਹੋ? ਉਹਨਾਂ ਆਖਿਆ, ਅਸੀਂ ਸਮਸੂਨ ਨੂੰ ਬੰਨਣ ਆਇਆ ਕਿ ਜੇ ਉਹਨੇ ਸਾਡੇ ਨਾਲ ਕੀਤੀ ਤੇ ਹੀ ਅਸੀਂ ਉਹਦੇ ਨਾਲ ਕਰੀਏ। ਦੇਖੋ ਫਿਲਿਸਤੀ ਲੋਕ ਕਹਿੰਦੇ ਨੇ ਅਸੀਂ ਸਮਸੂਨ ਨੂੰ ਬੰਨਣ ਆਏ ਆ, ਉਹਨੇ ਸਾਡੇ ਨਾਲ ਜੋ ਕੀਤਾਗਾ ਅਸੀਂ ਉਹਦੇ ਨਾਲ ਅਜਿਹਾ ਹੀ ਕਰਨਾਗਾ। ਫਿਰ ਅੱਗੇ 11 ਤਦ ਯਹੂਦਾ ਦੇ 3000 ਜਵਾਨਾਂ ਨੇ ਇਹ ਟਾਪ ਪੱਥਰ ਦੀ ਉਸ ਗੁਫਾ ਉੱਤੇ ਜਾ ਕੇ ਸਮਸੂਨ ਨੂੰ ਆਖਿਆ, ਤੈਨੂੰ ਖਬਰ ਨਹੀਂ ਜੋ ਸਾਡੇ ਉੱਤੇ ਫਿਲਿਸਤੀ ਰਾਜ ਕਰਦੇ ਹਨ, ਸੋ ਤੂੰ ਸਾਡੇ ਨਾਲ ਇਹ ਕੀ ਕੀਤੀ? ਉਹਨੇ ਉਹਨਾਂ ਨੂੰ ਆਖਿਆ, ਜਿਹੀ ਉਹਨਾਂ ਨੇ ਮੇਰੇ ਨਾਲ ਕੀਤੀ ਤੇ ਹੀ ਮੈਂ ਉਹਨਾਂ ਨਾਲ ਕੀਤੀ। ਦੇਖੋ ਸਮਸੂਨ ਦੇ ਭਾਈ ਸੀਗੇ, ਸਮਸੂਨ ਦੇ ਆਪਣੇ ਲੋਕ ਸੀਗੇ। ਸਮਸੂਨ ਨਾਲ ਗੱਲ ਕਰੀ ਵੀ ਤੈਂ ਕੀ ਕੀਤਾ ਯਾਰ, ਤੈਨੂੰ ਪਤਾ ਨਹੀਂ ਸੀ ਤਾਂ ਗੁਲਾਮ ਹੈ ਇੱਥੇ। ਤੇ ਉਹਨੇ ਕੀ ਕਿਹਾ, ਭੇਜਿਆ ਜੀ ਮੇਰੇ ਨਾਲ ਉਹਨਾਂ ਨੇ ਕੀਤੀ, ਉਹਨਾਂ ਨਾਲ ਮੈਂ ਅਜਿਹੀ ਕੀਤੀ। ਕਹਿਣ ਦਾ ਮਤਲਬ ਕਿ ਜੋ ਕਰੇਗਾ ਉਹ ਭਰੇਗਾ। ਤੇ ਸਮਸੂਨ ਦੇ ਲਈ ਵੀ ਲੋਕ ਇਹੀ ਬੋਲਦੇ ਸੀਗੇ ਕਿ ਸਮਸੂਨ ਨੇ ਸਾਡੇ ਨਾਲ ਜੋ ਕੀਤਾਗਾ ਅਸੀਂ ਉਹੀ ਕਰਾਂਗੇ। ਔਰ ਸਮਸੂਨ ਨੇ ਵੀ ਇਹ ਗੱਲ ਕਹੀ ਕਿ ਜੋ ਮੇਰੇ ਨਾਲ ਕੀਤੀ ਉਹੀ ਮੈਂ ਇਹਨਾਂ ਨਾਲ ਕਰਾਂਗਾ। ਅੱਜ ਦੇਖੋ ਇਨਸਾਨ ਹੈ ਜੋ ਅੱਜ ਜੋ ਵੀ ਕਰ ਰਿਹਾਗਾ, ਚਾਹੇ ਪਰਿਵਾਰ ਦੇ ਲਈ ਕਰ ਰਿਹਾਗਾ, ਚਾਹੇ ਆਪਣੇ ਜੀਵਨ ਦੇ ਲਈ ਕਰ ਰਿਹਾਗਾ, ਲੇਕਿਨ ਸਹੀ ਦੇ ਵਿੱਚ ਅਗਰ ਉਹ ਪਰਮੇਸ਼ਵਰ ਲਈ ਨਹੀਂ ਕਰ ਰਿਹਾ ਤੇ ਪਰਮੇਸ਼ਵਰ ਕੀ ਕਰਨਗੇ? ਉਹਦਾ ਨਿਆਂ ਕਰਨਗੇ। ਔਰ ਜੋ ਇਨਸਾਨ ਪਰਮੇਸ਼ਵਰ ਲਈ ਕਰ ਰਿਹਾਗਾ ਤੇ ਪਰਮੇਸ਼ਵਰ ਉਹਦਾ ਵੀ ਨਿਆਂ ਕਰਨਗੇ। ਮਤਲਬ ਜੈਸਾ ਕੋਈ ਕਰੇਗਾ ਉਹ ਐਸਾ ਹੀ ਭਰੇਗਾ, ਔਰ ਜੈਸਾ ਕੋਈ ਬੀਜੇਗਾ। ਬਾਈਬਲ ਦੇ ਵਿੱਚ ਲਿਖਿਆਗਾ ਗਲਾਤੀਆਂ 6 ਦੇ ਉਹਦਾ 7 ਵਚਨ, ਤੁਸੀਂ ਧੋਖਾ ਨਾ ਖਾਓ, ਪਰਮੇਸ਼ਵਰ ਠੱਠਾਂ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਉਹ ਵੱਢੇਗਾ ਵੀ। ਹਾਂ, ਜੋ ਕੁਝ ਬੀਜਦਾ ਹੈ ਉਹੀ ਉਹ ਵੱਢੇਗਾ ਵੀ। ਦੇਖੋ ਜੋ ਅਦੋਨੀ ਬਚਕ ਸੀਗਾ ਉਹਨੇ ਕੀ ਬੀਜਿਆ ਸੀਗਾ ਕਿ ਦੂਜੇ 70 ਰਾਜਿਆਂ ਦੇ ਉਹਨੇ ਅੰਗੂਠੇ ਵੱਢਤੇ ਹੱਥਾਂ ਪੈਰਾਂ ਦੇ, ਲੇਕਿਨ ਅਖੀਰ ਦੇ ਵਿੱਚ ਕੀ ਹੋਇਆ? ਜਦੋਂ ਉਸਨੂੰ ਮਰਨਾ ਪਿਆ ਤਾਂ ਉਹਦੇ ਵੀ ਹੱਥਾਂ ਪੈਰਾਂ ਦੇ ਅੰਗੂਠੇ ਵੱਢੇ ਗਏ। ਤੇ ਪਰਮੇਸ਼ਵਰ ਵੀ ਇਹੀ ਗੱਲ ਕਹਿੰਦੇ ਨੇ ਕਿ ਜੋ ਕਰੋਗੇ ਉਹ ਭਰੋਗੇ, ਜੈਸੀ ਕਰਨੀ ਵੈਸੀ ਭਰਨੀ। ਹੁਣ ਇੱਕ ਵਾਰ ਇਜ਼ਰਾਈਲ ਪ੍ਰਜਾ ਉਹ ਕਿਸੇ ਰਾਜੇ ਦੇ ਗੁਲਾਮੀ ਵਿੱਚ ਸੀਗੀ। ਤਾਂ ਹੋਇਆ ਕਿ ਜੋ ਉੱਥੇ ਦਾ ਰਾਜਾ ਸੀਗਾ ਉਹਦੀ ਜੋ ਘਰ ਵਾਲੀ ਸੀਗੀ ਉਹ ਤਾਂ ਨਾਰਾਜ਼ ਹੋ ਕੇ ਚਲੀ ਗਈ। ਉਸ ਜਗ੍ਹਾ ਇਜ਼ਰਾਈਲ ਦੀ ਪ੍ਰਜਾ ਦੇ ਵਿੱਚੋਂ ਇੱਕ ਲੜਕੀ ਰਾਜੇ ਦੀ ਰਾਣੀ ਬਣਾ ਦਿੱਤੀ ਗਈ। ਜਦੋਂ ਰਾਜੇ ਦੀ ਰਾਣੀ ਬਣਾ ਦਿੱਤੀ ਗਈ ਔਰ ਉਸ ਜਗ੍ਹਾ ਇੱਕ ਜੋ ਰਾਜੇ ਦਾ ਸਭ ਤੋਂ ਨੇੜੇ ਦਾ ਇਨਸਾਨ ਸੀਗਾ, ਸਾਰਾ ਉਹਦਾ ਉਹਦੇ ਕੋਲ ਸੀਗਾ, ਸਾਰੀ ਗੱਲਬਾਤ ਉਹਦੇ ਕੋਲ ਸੀਗੀ। ਉਹਦਾ ਉਸ ਏਰੀਆ ਦੇ ਵਿੱਚ, ਉਸ ਰਾਜ ਦੇ ਵਿੱਚ ਬੜਾ ਮਾਣ ਸਨਮਾਨ ਸੀਗਾ। ਸਾਰੇ ਲੋਕ ਉਸ ਨੂੰ ਮੱਥਾ ਟੇਕਦੇ ਸੀਗੇ, ਸਾਰੇ ਲੋਕ ਉਸ ਨੂੰ ਮਤਲਬ ਪ੍ਰਣਾਮ ਕਰਦੇ ਸੀਗੇ। ਲੇਕਿਨ ਇੱਕ ਇਨਸਾਨ ਐਸਾ ਸੀਗਾ ਕਿ ਜੋ ਉਸ ਇਨਸਾਨ ਨੂੰ ਪਸੰਦ ਨਹੀਂ ਕਰਦਾ ਸੀਗਾ, ਮਤਲਬ ਉਹਨੂੰ ਮੱਥਾ ਨਹੀਂ ਟੇਕਦਾ ਸੀਗਾ, ਉਹਦੀ ਪ੍ਰਸ਼ੰਸਾ ਨਹੀਂ ਕਰਦਾ ਸੀਗਾ। ਜਦੋਂ ਨਾ ਮੱਥਾ ਟੇਕਦਾ ਸੀਗਾ ਨਾ ਪ੍ਰਸ਼ੰਸਾ ਕਰਦਾ ਸੀਗਾ, ਜੋ ਰਾਜ ਦਾ ਇਨਸਾਨ ਸੀਗਾ ਉਸ ਨੂੰ ਬੜਾ ਗੁੱਸਾ ਆਉਂਦਾ ਸੀਗਾ ਕਿ ਪੂਰੇ ਰਾਜ ਦੇ ਲੋਕ ਇਹ ਮੇਰੀ ਪ੍ਰਸ਼ੰਸਾ ਕਰਦੇ ਨੇ, ਮੇਰੀ ਵਡਿਆਈ ਕਰਦੇ ਨੇ,
ਮੇਰੀ ਤਾਰੀਫ ਕਰਦੇ ਨੇ, ਲੇਕਿਨ ਇਹ ਇਨਸਾਨ ਕੈਸਾ ਗਾ, ਇਹ ਇਨਸਾਨ ਕੈਸਾ ਗਾ ਕਿ ਮੈਨੂੰ ਇਹ ਪਸੰਦ ਨਹੀਂ ਕਰਦਾ। ਉਸ ਦੇ ਮਨ ਦੇ ਵਿੱਚ ਇੱਕ ਮਤਲਬ ਐਸਾ ਪਲਾਨ ਆਇਆ ਕਿ ਮੈਂ ਇਹਨੂੰ ਮਾਰ ਦਿੰਨਾਗਾ, ਇਹਨੂੰ ਹੀ ਨਹੀਂ ਔਰ ਜਿੰਨੇ ਵੀ ਇਹਦੇ ਨਾਲ ਦੇ ਲੋਕ ਨੇ ਸਾਰਿਆਂ ਨੂੰ ਮਾਰ ਦਿੰਨਾਗਾ। ਪਤਾ ਕਿਹਦੀ ਗੱਲ ਕਰ ਰਹੇ ਆਪਾਂ, ਕਿਹਦੀ ਗੱਲ ਕਰ ਰਹੇ ਆਪਾਂ? ਹਾਂ, ਮਾਰਦਕਾਈ ਦੀ। ਔਰ ਜੋ ਰਾਜੇ ਦੀ ਪਤਨੀ ਸੀਗੀ ਉਹਦਾ ਨਾਮ ਕੀ ਸੀਗਾ? ਹਾਂ, ਅਸਤਰ ਦੀ ਗੱਲ ਕਰ ਰਹੇ ਆਪਾਂ। ਹੁਣ ਦੇਖੋ ਜੋ ਇਨਸਾਨ ਸੀਗਾ ਉਸਨੇ ਇੱਕ ਪਲਾਨ ਬਣਾਇਆ ਕਿ ਜਿੰਨੇ ਵੀ ਲੋਕ ਨੇ ਯਹੂਦੀ ਉਹਨਾਂ ਸਾਰਿਆਂ ਨੂੰ ਮਾਰ ਦਿੰਨੇ ਆ। ਹੁਣ ਇਹ ਗੱਲ ਜਦੋਂ ਪਤਾ ਲੱਗ ਗਈ ਇਜ਼ਰਾਈਲ ਪਰਜਾ ਦੇ ਲੋਕਾਂ ਨੂੰ ਤਾਂ ਉਹਨਾਂ ਨੇ ਗੱਲ ਕਰੀ, ਉਹ ਤਾਂ ਸਾਡੀ ਆਪਣੀ ਹੈ। ਕੌਣ? ਅਸਤਰ। ਉਹ ਤਾਂ ਯਹੂਦਨ ਹੈ, ਉਹ ਸਾਡੀ ਰੱਖਿਆ ਕਰੇਗੀ। ਉਸ ਤੋਂ ਬਾਅਦ ਕੀ ਹੋਇਆ, ਉਹ ਲੋਕ ਉਸ ਨੂੰ ਮਿਲੇ, ਉਹਦੇ ਨਾਲ ਗੱਲਬਾਤ ਕਰੀ ਔਰ ਦੱਸਿਆ ਜਾ ਕੇ ਸਾਡੀ ਸਿਫਾਰਿਸ਼ ਕਰ, ਸਾਨੂੰ ਬਚਾ ਕਿਵੇਂ ਨਾ ਕਿਵੇਂ। ਲੇਕਿਨ ਅਸਤਰ ਨੇ ਕੀ ਕਿਹਾ ਕਿ ਅਗਰ ਮੈਂ ਚਲੀ ਗਈ ਮੈਂ ਮਰ ਜਾਵਾਂਗੀ, ਮੈਂ ਬਿਨਾਂ ਰਾਜੇ ਦੀ ਆਗਿਆ ਤੋਂ ਉੱਥੇ ਨਹੀਂ ਜਾ ਸਕਦੀ। ਤਾਂ ਲੋਕਾਂ ਨੇ ਕੀ ਕਿਹਾ, ਮਾਰਦਕਾਈ ਨੇ ਕੀ ਕਿਹਾ, ਤੂੰ ਜਾ ਤੇ ਪਰਮੇਸ਼ਵਰ ਤੇਰੀ ਸਹਾਇਤਾ ਕਰੇਗਾ। ਉਸ ਤੋਂ ਬਾਅਦ ਦੇਖੋ ਜੋ ਅਸਤਰ ਸੀਗੀ, ਅਸਤਰ ਚਲੀ ਗਈ, ਉੱਥੇ ਚਲੀ ਗਈ। ਉਸ ਤੋਂ ਪਹਿਲਾਂ ਕੀ ਹੋਇਆ ਸਾਰਿਆਂ ਨੂੰ ਪਤਾ ਹੀ ਹੈ, ਉਹਨਾਂ ਨੇ ਪ੍ਰਾਰਥਨਾ ਕਰੀ, ਵਰਤ ਰੱਖਿਆ, ਉਹ ਚਲੀ ਗਈ, ਰਾਜੇ ਦੇ ਸਾਹਮਣੇ ਪੇਸ਼ ਹੋ ਗਈ। ਔਰ ਰਾਜਾ ਉਸ ਨੂੰ ਦੇਖ ਕੇ ਖੁਸ਼ ਹੋ ਗਿਆ। ਰਾਜੇ ਨੇ ਪੁੱਛਿਆ, ਬੋਲ ਮੈਂ ਤੇਰੇ ਲਈ ਕੀ ਕਰਾਂ? ਤਾਂ ਉਸ ਔਰਤ ਨੇ ਕੀ ਕਿਹਾ, ਅਸਤਰ ਨੇ ਕੀ ਕਿਹਾ ਕਿ ਰਾਜਾ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਘਰੇ ਆਓ, ਮੇਰੇ ਘਰੇ ਆ ਕੇ ਖਾਣਾ ਖਾਓ। ਤੇ ਰਾਜਾ ਖੁਸ਼ ਹੋ ਗਿਆ, ਕਹਿੰਦਾ ਠੀਕ ਹੈ ਮੈਂ ਆਊਂਗਾ। ਫਿਰ ਅਸਤਰ ਨੇ ਕਿਹਾ ਵੀ ਦੇਖੋ ਤੁਸੀਂ ਇਕੱਲੇ ਨਾ ਆਇਓ, ਜਿਹੜਾ ਤੁਹਾਡਾ ਬਹੁਤ ਨੇੜੇ ਇਨਸਾਨ ਹੈ ਉਹਦਾ ਨਾਮ ਕੀ ਸੀਗਾ? ਹਮਾਨ, ਉਹਨੂੰ ਨਾਲ ਲੈ ਕੇ ਆਇਓ, ਤੁਸੀਂ ਮੇਰੇ ਘਰੇ ਆਇਓ, ਖਾਣਾ ਖਾਓ। ਤੇ ਚਲੋ ਰਾਜਾ ਅਰ ਹਮਾਨ, ਹਮਾਨ ਕੌਣ ਸੀਗਾ? ਉਹ ਤਾਂ ਇਜ਼ਰਾਈਲ ਪਰਜਾ ਦੇ ਲੋਕਾਂ ਦਾ ਦੁਸ਼ਮਣ ਸੀਗਾ। ਉਹਨਾਂ ਨੂੰ ਘਰੇ ਬੁਲਾਇਆ ਤੇ ਰਾਜਾ ਖਾਣਾ ਖਾਣ ਦੇ ਲਈ ਚਲਾ ਗਿਆ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਸਾਰੀ ਗੱਲ ਬਾਈਬਲ ਵਿੱਚ ਲਿਖੀ ਹੈ, ਅਸਤਰ ਨੂੰ ਪੜ੍ਹਿਓ ਘਰੇ ਜਾ ਕੇ। ਫਿਰ ਜਦੋਂ ਖਾਣਾ ਖਾਣ ਦੇ ਲਈ ਚਲਾ ਗਿਆ, ਰਾਜੇ ਨੇ ਪੁੱਛਿਆ ਕਿ ਅਸਤਰ ਬੋਲ ਮੈਂ ਤੇਰੇ ਲਈ ਕੀ ਕਰਾਂ, ਤੈਨੂੰ ਮੈਂ ਕੀ ਦੇਵਾਂ, ਅੱਧੇ ਰਾਜ ਤੱਕ ਮੈਂ ਤੈਨੂੰ ਦੇ ਸਕਦਾਗਾ। ਤਾਂ ਉਸ ਅਸਤਰ ਨੇ ਕਿਹਾ ਮੈਂ ਇੱਕ ਬੇਨਤੀ ਕਰਾਂਗੀ ਕਿ ਤੁਸੀਂ ਕੱਲ ਨੂੰ ਮੇਰੇ ਘਰੇ ਆਓ, ਇੱਕ ਵਾਰ ਫਿਰ ਮੇਰੇ ਘਰੇ ਆਓ, ਆ ਕੇ ਮੇਰੇ ਘਰੇ ਖਾਣਾ ਖਾਓ, ਤੁਸੀਂ ਵੀ ਆਓ, ਅਰੇ ਹਮਾਨ ਵੀ ਨਾਲ ਆਵੇ ਤੁਹਾਡੇ। ਤਾਂ ਮੈਂ ਤੁਹਾਡੇ ਨਾਲ ਕੱਲ ਨੂੰ ਗੱਲ ਕਰਾਂਗੇ। ਆਪਾਂ ਬਾਈਬਲ ਦੇ ਵਿੱਚ ਪੜ੍ਹ ਲੈਂਦੇ ਆ। ਅਸਤਰ ਉਹਦਾ ਪੰਜ ਦੇ ਆਏ, ਉਹਦਾ ਪੜ੍ਹੋ ਤੁਸੀਂ 9 ਵਚਨ ਤੋਂ। ਤਦ ਉਸ ਦਿਨ ਹਮਾਨ ਆਨੰਦ ਅਰ ਪ੍ਰਸੰਨ ਹੋ ਕੇ ਬਾਹਰ ਨੂੰ ਸ਼ਾਂਤ ਨਿਕਲਿਆ। ਰਹਿ ਗਏ ਬੱਚੇ, ਕਹਿੰਦੇ ਦੇਖ ਲਓ ਨਾ ਜਦੋਂ ਸ਼ੁਰੂ ਹੋ ਗਿਆ। ਤਦ ਉਸ ਦਿਨ ਹਮਾਨ ਆਨੰਦ ਨਾਲ ਪ੍ਰਸੰਨ ਹੋ ਕੇ ਬਾਹਰ ਨੂੰ ਨਿਕਲਿਆ। ਪਰ ਜਦ ਹਮਾਨ ਨੇ ਮਰਦਕਾਈ ਨੂੰ ਪਾਤਸ਼ਾਹ ਦੇ ਫਾਟਕ ਉੱਤੇ ਵੇਖਿਆ ਕਿ ਨਾ ਉਹ ਉੱਠ ਕੇ ਖੜਾ ਹੋਇਆ ਅਤੇ ਨਾ ਹਟਿਆ, ਤਾਂ ਹਮਾਨ ਕ੍ਰੋਧ ਨਾਲ ਮਰਦਕਾਈ ਦੇ ਵਿਰੁੱਧ ਭਰ ਗਿਆ। ਦੇਖੋ ਹਮਾਨ ਇੱਕ ਰਾਣੀ ਦੇ ਘਰੇ ਖਾਣਾ ਖਾ ਕੇ ਆ ਰਿਹਾਗਾ, ਕਿੰਨਾ ਖੁਸ਼ ਹੋਏਗਾ ਕਿ ਰਾਜੇ ਨਾਲ ਮੈਨੂੰ ਬੁਲਾਇਆਗਾ। ਰਾਜੇ ਨਾਲ ਜੋ ਰਾਜ ਦਾ ਮਾਨ ਸਨਮਾਨ ਕੀਤਾ ਗਿਆ ਉਹੀ ਮੇਰਾ ਮਾਨ ਸਨਮਾਨ ਕੀਤਾ ਗਿਆ। ਅਗਰ ਰਾਜੇ ਦੀ ਚੰਗੀ ਖਾਤਰਦਾਰੀ ਕੀਤੀ ਗਈ ਤੇ ਖਾਤਰਦਾਰੀ ਤਾਂ ਮੇਰੀ ਵੀ ਕੀਤੀ ਗਈ। ਉਹ ਬੜਾ ਖੁਸ਼ ਹੋਇਆ ਕਿ ਦੇਖੋ ਇਸ ਰਾਜ ਦੇ ਵਿੱਚ ਕਿੰਨੇ ਲੋਕ ਨੇ ਜੋ ਮੈਨੂੰ ਪਿਆਰ ਕਰਦੇ ਨੇ, ਕਿੰਨੇ ਲੋਕ ਨੇ ਜੋ ਮੈਨੂੰ ਪਸੰਦ ਕਰਦੇ ਨੇ। ਸਾਰੇ ਲੋਕ ਕੀ ਕਰਦੇ ਨੇ, ਮੇਰੇ ਅੱਗੇ ਗੋਡੇ ਟੇਕਦੇ ਨੇ, ਮੈਨੂੰ ਮੱਥਾ ਟੇਕਦੇ ਨੇ, ਮੇਰੀ ਪ੍ਰਸ਼ੰਸਾ ਕਰਦੇ ਨੇ। ਲੇਕਿਨ ਇੱਕ ਇਨਸਾਨ ਹੈ ਮਰਦਕਾਈ, ਇਹ ਨਾ ਤਾਂ ਉੱਠਦਾਗਾ, ਨਾ ਹੀ ਗੋਡੇ ਟੇਕਦਾਗਾ, ਨਾ ਹੀ ਮੈਨੂੰ ਆਰਾਮ ਸਲਾਮ ਕਰਦਾਗਾ। ਇਹ ਉਸ ਨੂੰ ਬਹੁਤ ਬੁਰਾ ਲੱਗਿਆ। ਜਦੋਂ ਬੁਰਾ ਲੱਗਿਆ ਤਾਂ ਫਿਰ ਦੇਖੋ ਉਹਦੇ ਮਨ ਦੇ ਵਿੱਚ ਕੀ ਆ ਗਿਆ, ਕ੍ਰੋਧ ਭਰ ਗਿਆ। ਫਿਰ ਕੀ ਹੋਇਆ, ਤਾਂ ਵੀ ਹਮਾਨ ਨੇ ਆਪਣੇ ਆਪ ਨੂੰ ਰੋਕਿਆ ਅਤੇ ਜਦੋਂ ਆਪਣੇ ਘਰ ਆਇਆ ਤਾਂ ਉਸਨੇ ਆਪਣੇ ਮਿੱਤਰਾਂ ਨੂੰ ਅਤੇ ਆਪਣੀ ਇਸਤਰੀ ਜਬਸ ਨੂੰ ਸੱਦ ਘੱਲਿਆ। ਹਾਂ ਫਿਰ ਅੱਗੇ ਤਾਂ ਹਮਾਨ ਨੇ ਉਹਨਾਂ ਨੂੰ ਆਪਣੀ ਅਮੀਰੀ ਦਾ ਠਾਠ-ਬਾਠ ਅਤੇ ਆਪਣੇ ਪੁੱਤਰਾਂ ਦੇ ਵਾਅਦੇ ਦੀ ਵਾਰਤਾ ਦੱਸੀ ਅਤੇ ਦੇਖੋ ਉਹ ਬਸ ਹੁਣ ਦੇਖੋ ਹਮਾਨ ਗੁੱਸਾ ਤਾਂ ਬਹੁਤ ਕੀਤਾ ਉਹਨੇ, ਲੇਕਿਨ ਚੁੱਪ ਹੋ ਗਿਆ। ਘਰੇ ਆਇਆ, ਆਪਣੇ ਲੋਕਾਂ ਨੂੰ ਬੁਲਾਇਆ, ਆਪਣੀ ਪਤਨੀ ਨਾਲ ਗੱਲ ਕਰੀ, ਦੱਸਿਆ ਵੀ ਦੇਖੋ ਅੱਜ ਮੈਂ ਕਿੱਥੇ ਜਾ ਕੇ ਆਇਆ। ਅੱਜ ਰਾਣੀ ਨੇ ਮੈਨੂੰ ਆਪਣੇ ਘਰੇ ਬੁਲਾਇਆ ਸੀਗਾ, ਅਸਤਰ ਨੇ ਮੈਨੂੰ ਰਾਜੇ ਨਾਲ ਬੁਲਾਇਆ, ਮੈਂ ਖਾਣਾ ਖਾਧਾ, ਕਾਫੀਆਂ ਗੱਲਾਂ ਕਰੀਆਂ। ਫਿਰ ਕੱਲ ਨੂੰ ਫਿਰ ਮੈਨੂੰ ਬੁਲਾਇਆ ਗਿਆ ਉਹਨੇ, ਮੈਂ ਫਿਰ ਰਾਜੇ ਨਾਲ ਜਾਣਾਗਾ ਖਾਣਾ ਖਾਣ ਦੇ ਲਈ। ਹੁਣ ਦੇਖੋ ਮਰਦਕਾਈ ਜੋ ਗੱਲਾਂ ਕਰ ਰਿਹਾ ਸੀਗਾ, ਲੇਕਿਨ ਮਰਦਕਾਈ ਨੂੰ ਸੌਰੀ ਆਪਣਾ ਜੋ ਹਮਾਨ ਜੋ ਗੱਲਾਂ ਕਰ ਰਿਹਾ ਸੀਗਾ, ਗੱਲਾਂ ਕਰਦੇ ਕਰਦੇ ਉਹਦੇ ਅੰਦਰ ਇੱਕ ਦੁੱਖ ਸੀਗਾ। ਦੁੱਖ ਕਿਹੜੀ ਗੱਲ ਦਾ ਕਿ ਸਾਰੇ ਰਾਜ ਦੇ ਵਿੱਚ ਲੋਕ ਮੈਨੂੰ
ਮਹਿਮਾ ਦਿੰਦੇ ਨੇ ਸਾਰੇ ਰਾਜ ਦੇ ਵਿੱਚ ਲੋਕ ਮੇਰੀ ਪ੍ਰਸ਼ੰਸਾ ਕਰਦੇ ਨੇ, ਗੋਡੇ ਟੇਕਦੇ ਨੇ, ਮੱਥਾ ਟੇਕਦੇ ਨੇ, ਲੇਕਿਨ ਜੋ ਮਾਰਦਕਾਈ ਹੈ ਉਹ ਮੈਨੂੰ ਮੱਥਾ ਨਹੀਂ ਟੇਕਦਾ। ਇਹ ਗੱਲ ਦਾ ਸਾਨੂੰ ਬਹੁਤ ਗੁੱਸਾ ਸੀਗਾ। ਉਸ ਤੋਂ ਬਾਅਦ ਪੜੋ ਇਹਦੇ 13 ਵਚਨ ਨੂੰ। ਪਰ ਇਹਨਾਂ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ, ਜਿੰਨਾ ਚਿਰ ਮਰਦਕਾਈ ਯਹੂਦੀ ਨੂੰ ਮੈਂ ਪਾਤਸ਼ਾਹ ਦੇ ਫਾਟਕ ਉੱਤੇ ਬੈਠਾ ਵੇਖਦਾ ਹਾਂ। ਦੇਖੋ, ਚਾਹੇ ਮੇਰੀ ਰੁਤਬਾ ਬਹੁਤ ਹੈ, ਮੇਰਾ ਮਾਨ ਸਨਮਾਨ ਬਹੁਤ ਹੈ, ਲੋਕ ਮੇਰੀ ਇੱਜ਼ਤ ਕਰਦੇ ਨੇ, ਲੇਕਿਨ ਮੈਨੂੰ ਕੀ ਹੈ, ਮੈਨੂੰ ਖੁਸ਼ੀ ਨਹੀਂ ਇਸ ਗੱਲ ਤੋਂ। ਮੈਨੂੰ ਕੀ ਹੈ, ਮੈਨੂੰ ਤਾਂ ਬਹੁਤ ਗੁੱਸਾ ਹੈਗਾ, ਕਿਉਂਕਿ ਜਦ ਮੈਂ ਮਾਰਦਕਾਈ ਨੂੰ ਬੈਠੇ ਦੇਖਦਾਗਾ, ਅਗਰ 50 ਲੋਕ ਬੈਠੇ ਨੇ, 50 ਦੇ ਵਿੱਚੋਂ 49 ਲੋਕ ਖੜੇ ਹੋ ਜਾਂਦੇ ਨੇ ਆਪਣੇ ਪੈਰਾਂ ਦੇ ਉੱਪਰ, ਮੈਨੂੰ ਸਲਾਮ ਕਰਦੇ ਨੇ, ਲੇਕਿਨ ਮਾਰਦਕਾਈ ਉਹ ਬੈਠੇ ਦਾ ਬੈਠਾ ਹੀ ਹੈ। ਮਤਲਬ ਮੈਨੂੰ ਉਹ 49 ਲੋਕ ਪ੍ਰਣਾਮ ਕਰਦੇ ਨੇ, ਜਾਂ ਮੈਨੂੰ ਉਹ ਲੋਕ ਰਾਮ ਸਲਾਮ ਕਰਦੇ ਨੇ, ਜਾਂ ਮੇਰੇ ਕੇ ਗੋਡੇ ਟੇਕਦੇ ਨੇ, ਮੈਨੂੰ ਖੁਸ਼ੀ ਨਹੀਂ ਹੁੰਦੀ ਜਿੰਨਾ ਮੈਨੂੰ ਦੁੱਖ ਹੁੰਦਾ ਹੈਗਾ। ਕਿਹੜੀ ਗੱਲ ਦੇ ਵਿੱਚ? ਕਿ ਜੋ ਮਾਰਦਕਾਈ ਮੇਰੇ ਨਾਲ ਕਰਦਾ ਹੈਗਾ। ਕੀ ਕਰਦਾ ਹੈਗਾ? ਨਾ ਤਾਂ ਉੱਠ ਕੇ ਖੜਾ ਹੀ ਹੁੰਦਾ ਹੈਗਾ, ਨਾ ਹੀ ਮੈਨੂੰ ਕਦੇ ਰਾਮ ਸਲਾਮ ਕਰਦਾ ਹੈਗਾ, ਨਾ ਹੀ ਮੈਨੂੰ ਕਦੇ ਸਜਦਾ ਕਰਦਾ ਹੈਗਾ। ਮੈਨੂੰ ਕੋਈ ਵੀ ਖੁਸ਼ੀ ਨਹੀਂ ਹੁੰਦੀ। ਤਾਂ ਫਿਰ ਕੀ ਹੋਇਆ? ਤਾਂ ਉਸ ਦੀ ਇਸਤਰੀ ਜੱਟ ਨੇ ਅਤੇ ਉਸ ਦੇ ਮਿੱਤਰਾਂ ਨੇ ਉਸ ਨੂੰ ਆਖਿਆ ਕਿ 50 ਹੱਥ ਉੱਚੀ ਸੂਲੀ ਬਣਵਾਈ ਜਾਵੇ ਅਤੇ ਕੱਲ ਨੂੰ ਪਾਤਸ਼ਾਹ ਨੂੰ ਆ ਕੇ ਮਾਰਦਕਾਈ ਨੂੰ ਉਸ ਉੱਤੇ ਚੜਾਇਆ ਜਾਵੇ। ਤਦ ਆਨੰਦ ਨਾਲ ਪਾਤਸ਼ਾਹ ਦੇ ਸੰਗ ਪ੍ਰਸ਼ਾਦ ਛਕਣ ਨੂੰ ਜਾਈ ਅਤੇ ਹਮਾਨ ਨੂੰ ਇਹ ਗੱਲ ਚੰਗੀ ਲੱਗੀ ਅਤੇ ਉਸ ਨੇ ਸੂਲੀ ਬਣਵਾਈ। ਸਾਰੇ ਬੋਲੋ ਹਾਲੇਲੂਇਆ। ਹੁਣ ਦੇਖੋ, ਉਹਦੀ ਪਤਨੀ ਅਤੇ ਉਹਦੇ ਮਿੱਤਰਾਂ ਨੇ ਕੀ ਸਲਾਹ ਦਿੱਤੀ? ਤੂੰ ਇਦਾਂ ਕਰ, ਤੂੰ ਤਾਂ ਰਾਜ ਦਾ ਖਾਸ ਹੈ, ਤੂੰ ਰਾਜ ਦਾ ਖਾਸ ਹੈ, ਤੂੰ ਕੀ ਕਰ, ਜਾ ਕੇ ਇੱਕ ਸੂਲੀ ਬਣਵਾ, 50 ਹੱਥ ਉੱਚੀ ਸੂਲੀ ਬਣਾ ਦੇ। ਕੱਲ ਨੂੰ ਜਗਰਾਜ ਨੂੰ ਕਹਿ ਦੇ ਕਿ ਮੈਨੂੰ ਮਾਰਦਕਾਈ ਪਸੰਦ ਨਹੀਂ ਹੈ, ਇਹਨੂੰ ਸੂਲੀ ਉੱਪਰ ਚੜ੍ਹ ਕੇ ਇਹਨੂੰ ਮਰਵਾ ਦੇ। ਉਸ ਤੋਂ ਬਾਅਦ ਕੀ ਹੈ? ਤੂੰ ਖਾਣਾ ਖਾਣ ਦੇ ਲਈ ਜਾਈਂ। ਹੁਣ ਮਾਰਦਕਾਈ ਨੂੰ ਹਮਾਨ ਨੂੰ ਇਹ ਗੱਲ ਚੰਗੀ ਲੱਗੀ ਔਰ ਉਸਨੇ ਉਹੀ ਕੰਮ ਕੀਤਾ। ਤਾਂ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਲੋਕ ਖਾਣਾ ਖਾਣ ਚਲੇ ਗਏ। ਜਦੋਂ ਖਾਣਾ ਖਾਣ ਚਲੇ ਗਏ ਤਾਂ ਉਸ ਤੋਂ ਬਾਅਦ ਕੀ ਹੋਇਆ? ਜੋ ਰਾਜਾ ਸੀਗਾ, ਰਾਜੇ ਨੇ ਉੱਥੇ ਅਸਤਰ ਨਾਲ ਗੱਲ ਕਰੀ ਕਿ ਦੇਖ, ਤੈਨੂੰ ਕੱਲ ਵੀ ਬੁਲਾਇਆ, ਤੈਨੂੰ ਮੈਨੂੰ ਗੱਲ ਨਹੀਂ ਦੱਸੀ, ਗੱਲ ਕੀ ਹੈ? ਤੈਨੂੰ ਮੈਨੂੰ ਅੱਜ ਵੀ ਬੁਲਾਇਆ ਖਾਣੇ ਦੇ ਉੱਪਰ, ਔਰ ਮੈਂ ਅੱਜ ਵੀ ਆਇਆਗਾ, ਮੈਨੂੰ ਦੱਸ ਕੇ ਗੱਲ ਕੀ ਹੈ? ਤਾਂ ਫਿਰ ਜੋ ਅਸਤਰ ਸੀਗੀ ਉਸਨੇ ਦੱਸਿਆ ਕਿ ਮੇਰੇ ਮਹਾਰਾਜ, ਮੇਰੇ ਸਵਾਮੀ, ਮੇਰੇ ਉੱਪਰ ਤੇ ਮੇਰੇ ਲੋਕਾਂ ਦੇ ਉੱਪਰ ਕੀ ਹੈ? ਉਹ ਮੌਤ ਦਾ ਪਹਿਰਾ ਆ ਗਿਆ ਹੈਗਾ, ਅਸੀਂ ਸਾਰੇ ਮਰਨ ਵਾਲੇ ਹੀ ਹਾਂ, ਮੈਂ ਮੇਰੇ ਲੋਕਾਂ ਦੇ ਨਾਲ ਮਰ ਜਾਵਾਂਗੇ। ਤੇ ਰਾਜੇ ਨੇ ਜੋ ਗੱਲ ਸੁਣੀ ਤਾਂ ਰਾਜੇ ਨੂੰ ਗੁੱਸਾ ਆਇਆ। ਰਾਜੇ ਨੇ ਕਿਹਾ ਵੀ ਉਹ ਕੌਣ ਹੈ ਜੋ ਤੈਨੂੰ ਮਾਰਨਾ ਚਾਹੁੰਦਾ ਹੈਗਾ? ਤਾਂ ਉਸ ਅਸਤਰ ਨੇ ਦੱਸਿਆ ਕਿ ਤੇਰਾ ਸਾਥੀ ਜਿਹੜਾ ਹਮਾਨ ਹੈ, ਇਹ ਕੀ ਹੈ? ਇਹੀ ਮੈਨੂੰ ਮਾਰਨਾ ਚਾਹੁੰਦਾ ਹੈਗਾ ਔਰ ਮੇਰੇ ਲੋਕਾਂ ਨੂੰ ਮਾਰਨਾ ਚਾਹੁੰਦਾ ਹੈਗਾ। ਤਾਂ ਆਪਾਂ ਵਚਨ ਦੇ ਵਿੱਚੋਂ ਦੇਖਾਂਗੇ ਅਸਤਰ ਉਹਦਾ 7 ਅਧਿਆਇ ਉਹਦੇ 6 ਵਚਨ ਨੂੰ ਪੜੋ। ਅਸਤਰ ਨੇ ਆਖਿਆ, ਉਹ ਵਿਰੋਧੀ ਅਤੇ ਵੈਰੀਏ ਦੁਸ਼ਟ ਹਮਾਨ ਹੈ। ਤਦ ਹਮਾਨ ਪਾਤਸ਼ਾਹ ਅਤੇ ਮਲਕਾ ਦੇ ਸਾਹਮਣੇ ਪੈ ਆ ਗਿਆ। ਦੇਖੋ, ਉਸਨੇ ਦੱਸਤਾ ਵੀ ਇਹੀ ਇਨਸਾਨ ਹੈ ਕਿ ਜਿਹੜਾ ਮੈਨੂੰ ਮਾਰਨਾ ਚਾਹੁੰਦਾ ਹੈਗਾ ਔਰ ਮੇਰੇ ਲੋਕਾਂ ਨੂੰ ਮਾਰਨਾ ਚਾਹੁੰਦਾ ਹੈਗਾ। ਤੇ ਉਸ ਤੋਂ ਬਾਅਦ ਜੋ ਰਾਜਾ ਸੀਗਾ ਉਹ ਤਾਂ ਗੁੱਸੇ ਨਾਲ ਭਰ ਗਿਆ ਔਰ ਬਾਹਰ ਨਿਕਲ ਗਿਆ। ਉਸ ਤੋਂ ਬਾਅਦ ਜੋ ਹਮਾਨ ਸੀਗਾ ਉਹ ਤਾਂ ਉਹਦੇ ਅੱਗੇ ਬੇਨਤੀ ਕਰਨ ਲੱਗ ਗਿਆ ਅਸਤਰ ਅੱਗੇ, ਔਰ ਬੇਨਤੀ ਕਰਦਾ ਉਹਦਾ ਉਹਦੇ ਬੈੱਡ ਦੇ ਉੱਪਰ ਡਿੱਗ ਗਿਆ। ਅਚਾਨਕ ਉੱਪਰੋਂ ਰਾਜਾ ਵੀ ਆ ਗਿਆ। ਤਾਂ ਰਾਜੇ ਨੇ ਸਾਰੀ ਗੱਲ ਦੇਖੀ, ਇਹਦਾ ਰਾਣੀ ਦੇ ਉੱਪਰ ਬੈੱਡ ਦੇ ਉੱਪਰ ਡਿੱਗਿਆ ਪਿਆਗਾ। ਤਾਂ ਰਾਜੇ ਦਾ ਕ੍ਰੋਧ ਹੋਰ ਵੀ ਭੜਕ ਗਿਆ। ਉਸ ਤੋਂ ਬਾਅਦ ਕੀ ਹੋਇਆ? ਪੜੋ 7-9। ਫਿਰ ਉਹਨਾਂ ਖੁਸਰਿਆਂ ਵਿੱਚੋਂ ਇੱਕ ਖੁਸਰੇ ਹਰਬੋਨਾਹ ਨੇ ਪਾਤਸ਼ਾਹ ਦੇ ਸਨਮੁਖ ਆਖਿਆ, ਨਾਲੇ ਵੇਖੋ ਜੀ 50 ਹੱਥ ਉੱਚੀ ਸੂਲੀ ਜਿਹੜੀ ਹਮਾਨ ਨੇ ਮਾਰਦਕਾਈ ਲਈ ਜਿਸ ਨੇ ਪਾਤਸ਼ਾਹ ਦਾ ਭਲਾ ਕੀਤਾ ਸੀ ਬਣਵਾਈ ਹੈ, ਉਹਦੇ ਘਰ ਖੜੀ ਹੈ। ਪਾਤਸ਼ਾਹ ਨੇ ਆਖਿਆ ਕਿ ਇਹ ਨੂੰ ਉਹਦੇ ਉੱਤੇ ਟੰਗ ਦਿਓ। ਫਿਰ ਤਦ ਉਹਨਾਂ ਨੇ ਹਮਾਨ ਨੂੰ ਉਸ ਸੂਲੀ ਉੱਤੇ ਜਿਹੜੀ ਉਸ ਨੇ ਮਾਰਦਕਾਈ ਲਈ ਬਣਵਾਈ ਸੀ ਟੰਗ ਦਿੱਤਾ। ਤਾਂ ਪਾਤਸ਼ਾਹ ਦਾ ਕ੍ਰੋਧ ਸ਼ਾਂਤ ਹੋਇਆ। ਦੇਖੋ, ਇਸ ਨੇ ਕੀ ਕੀਤਾ ਸੀਗਾ? ਇੱਕ ਸੂਲੀ ਬਣਵਾਈ ਸੀਗੀ, ਕਾਹਦੇ ਲਈ? ਮਾਰਦਕਾਈ ਦੇ ਲਈ। ਲੇਕਿਨ ਦੇਖੋ, ਮਰਨਾ ਇਸ ਨੂੰ ਖੁਦ ਪਿਆ। ਕਿਹਦੇ ਉੱਪਰ? ਸੂਲੀ ਦੇ ਉੱਪਰ ਹੀ ਮਰਨਾ ਪਿਆ। ਕਹਿਣ ਦਾ ਮਤਲਬ ਕਿ ਜੈਸਾ ਕਰਿਆ ਸੀਗਾ ਇਹਨੂੰ ਐਸਾ ਹੀ ਭਰਨਾ ਪਿਆ। ਪਲਾਨ ਸੀਗਾ ਕਿ ਮੈਂ ਸਾਰਾ ਜੋ ਯਹੂਦੀ ਲੋਕ ਨੇ ਉਹਨਾਂ ਨੂੰ ਮਰਵਾ ਦਿਆਂਗਾ, ਮੈਂ ਉਸ ਮਾਰਦਕਾਈ ਨੂੰ ਮਰਵਾ ਦਿਆਂਗਾ। ਲੇਕਿਨ ਦੇਖੋ, ਉਲਟਾ ਹੋ ਗਿਆ। ਉਲਟਾ ਕੀ ਹੋ ਗਿਆ ਕਿ ਜੈਸਾ ਕਰਨ ਦੀ ਸੋਚੀ ਸੀਗੀ ਇਹਦੇ ਨਾਲ ਅਜਿਹਾ ਹੀ ਹੋ ਗਿਆ। ਬਾਈਬਲ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਇਹੀ ਕਹਿੰਦੇ ਨੇ ਕਿ ਜਿਹੋ ਜਿਹਾ ਕੋਈ ਕਰੇਗਾ ਉਹ ਐਸਾ ਉਹਨੂੰ ਬਦਲਾ ਮਿਲੇਗਾ। ਔਰ ਇੱਕ ਵਾਰ ਇਦਾਂ ਹੀ ਹੋਇਆ
ਕਿ ਪਰਮੇਸ਼ਰ ਦਾ ਦਾਸ ਸੀਗਾ ਪਿਆਰਾ ਦਾਸ। ਪਿਆਰਾ ਦਾਸ ਕੌਣ ਸੀਗਾ? ਬਾਈਬਲ ਵਿੱਚ ਲਿਖਿਆ ਹੈਗਾ ਜਿਸ ਨੂੰ ਪਰਮੇਸ਼ਰ ਕਹਿੰਦੇ ਨੇ ਮੇਰਾ ਪਿਆਰਾ ਦਾਸ ਹੈ। ਬਾਈਬਲ ਪੜ੍ਹਨ ਵਾਲੇ ਬੋਲੋ ਹਾਲੇਲੂਇਆ। ਜੋ ਪਰਮੇਸ਼ਰ ਦਾ ਪਿਆਰਾ ਦਾਸ ਹੈ ਉਹ ਕੌਣ ਸੀਗਾ? ਬੋਲੋ ਬੋਲੋ, ਇਕੱਲੇ ਇਕੱਲੇ ਦਾ ਨਾਮ ਲੈ ਲਓ, ਕੋਈ ਤਾਂ ਹੋਊਗਾ। ਦਾਨੀਅਲ। ਦਾਨੀਅਲ ਕੌਣ ਸੀਗਾ? ਪਰਮੇਸ਼ਰ ਦਾ ਇੱਕ ਬਹੁਤ ਹੀ ਪਿਆਰਾ ਦਾਸ ਹੋਇਆਗਾ। ਤੇ ਵੈਸੇ ਦਾਸ ਸਾਰੇ ਪਿਆਰੇ ਨੇ, ਸਾਰੇ ਦਾਸ ਪਰਮੇਸ਼ਰ ਦੇ ਪਿਆਰੇ ਨੇ। ਤੁਸੀਂ ਪਿਆਰੇ ਨਹੀਂ ਹੋ ਹੈ ਕਿ ਤੁਸੀਂ ਜ਼ਿਆਦਾ ਪਿਆਰੇ ਹੋ? ਹਾਂ, ਪਰਮੇਸ਼ਰ ਦਾ ਦਾਸ ਦਾਨੀਅਲ, ਉਹ ਪਰਮੇਸ਼ਰ ਦਾ ਪਿਆਰਾ ਦਾਸ ਸੀਗਾ। ਔਰ ਦਾਨੀਅਲ ਵੀ ਇੱਕ ਗੁਲਾਮੀ ਦੇ ਵਿੱਚ ਸੀਗਾ। ਦਾਨੀਅਲ ਇਕੱਲਾ ਹੀ ਨਹੀਂ, ਉਹਦੇ ਨਾਲ ਦੇ ਜੋ ਪਰਜਾ ਸੀਗੇ, ਉਹਦੇ ਨਾਲ ਦੇ ਕੁਝ ਲੋਕ ਉਹ ਗੁਲਾਮੀ ਵਿੱਚ ਸੀਗੇ। ਹੁਣ ਬਾਈਬਲ ਦੇ ਵਿੱਚ ਲਿਖਿਆ ਹੈਗਾ, ਇੱਕ ਵਚਨ ਪੜ੍ਹੋ ਮੇਰੇ ਨਾਲ, ਦਾਨੀਅਲ 6 ਅਧਿਆਏ ਉਹਦਾ 1 2 3। ਦਾਰਾਂ ਨੂੰ ਚੰਗਾ ਲੱਗਾ ਜੋ ਉਸ ਰਾਜ ਤੇ 120 ਮਨਸਦਾਰ ਠਹਿਰਾਏ ਜੋ ਕੁੱਲ ਰਾਜ ਉੱਤੇ ਸਰਦਾਰੀ ਕਰਨ, ਅਤੇ ਉਹਨਾਂ ਉੱਤੇ 3 ਪ੍ਰਧਾਨ ਜਿਨ੍ਹਾਂ ਵਿੱਚੋਂ ਇੱਕ ਦਾਨੀਅਲ ਸੀ। ਇਸ ਕਰਕੇ ਜੋ ਮਨਸੂਬਦਾਰ ਉਹਨਾਂ ਨੂੰ ਲੇਖਾ ਦੇਣ ਤਾਂ ਜੋ ਰਾਜੇ ਨੂੰ ਘਾਟਾ ਨਾ ਪਵੇ। ਇੱਕ ਚੰਗਾ ਆਤਮਾ ਦਾਨੀਅਲ ਵਿੱਚ ਸੀ, ਇਸੇ ਕਰਕੇ ਉਹ ਮਨਸੂਬਦਾਰਾਂ ਦੇ ਪ੍ਰਧਾਨਾਂ ਨਾਲੋਂ ਵਡਿਆਈ ਮਿਲੀ ਅਤੇ ਰਾਜਾ ਨੇ ਚਾਹਿਆ ਭਈ ਉਹਨੂੰ ਸਾਰੇ ਰਾਜ ਉੱਤੇ ਮੁਖਤਿਆਰ ਕਰੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਜੋ ਦਾਰਾ ਰਾਜਾ ਸੀਗਾ ਉਹਨੇ 120 ਲੋਕ ਠਹਿਰਾਏ ਹੋਏ ਸੀਗੇ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। 120 ਲੋਕ ਠਹਿਰਾਏ ਸੀਗੇ ਕਿਹਦੇ ਲਈ? ਆਪਣੇ ਰਾਜ ਭਾਗ ਦੇ ਲਈ, ਕਿ ਮੇਰੇ ਰਾਜ ਭਾਗ ਦੀ ਦੇਖਭਾਲ ਕਰਨਗੇ। ਲੇਕਿਨ 120 ਲੋਕਾਂ ਦੇ ਉੱਪਰ ਵੀ ਕਿੰਨੇ ਲੋਕ ਸੀਗੇ? 3 ਲੋਕ। 3 ਲੋਕਾਂ ਦੇ ਉੱਪਰ ਵੀ ਇੱਕ ਲੋਕ ਕੱਢ ਕੇ ਬਾਕੀ 122 ਲੋਕਾਂ ਦੇ ਉੱਪਰ ਕੌਣ ਸੀਗਾ? ਦਾਨੀਅਲ ਸੀਗਾ। ਦਾਨੀਅਲ ਕਿਉਂ ਸੀਗਾ? ਕਿਉਂਕਿ ਪਰਮੇਸ਼ਰ ਦਾ ਆਤਮਾ ਉਹਦੇ ਅੰਦਰ ਕੰਮ ਕਰਦਾ ਸੀਗਾ। ਹੁਣ ਦੇਖੋ 122 ਲੋਕਾਂ ਦੇ ਉੱਪਰ ਕੌਣ ਕਰ ਰਿਹਾ ਹੈਗਾ? ਪ੍ਰਧਾਨ ਕੌਣ ਹੈ? ਉਹ ਤਾਂ ਦਾਨੀਅਲ। ਹੁਣ ਜਿਹੜੇ ਇਹ ਲੋਕ ਸੀਗੇ, ਇਹਨਾਂ ਲੋਕਾਂ ਨੂੰ ਚੰਗਾ ਨਹੀਂ ਲੱਗਿਆ। ਕਿਉਂ? ਹੈ ਤਾਂ ਗੁਲਾਮ, ਇਹ ਹੈ ਤਾਂ ਯਹੂਦੀ, ਹੈ ਤਾਂ ਇਜ਼ਰਾਈਲ ਦਾ, ਲੇਕਿਨ ਸਾਡੇ ਉੱਪਰ ਹਕੂਮਤ ਕਰੇ, ਸਾਡੇ ਉੱਪਰ ਇਹ ਰਾਜ ਚਲਾਵੇ, ਇਹ ਗੱਲ ਚੰਗੀ ਨਹੀਂ ਹੈ। ਆਪਾਂ ਕੀ ਕਰਦੇ ਹਾਂ? ਆਪਾਂ ਇਹਨੂੰ ਖਤਮ ਕਰ ਦਿੰਦੇ ਹਾਂ। ਉਹਨਾਂ ਲੋਕਾਂ ਨੇ ਬੜੇ ਪ੍ਰਯਤਨ ਕਰੇ, ਬੜੀਆਂ ਕੋਸ਼ਿਸ਼ਾਂ ਕਰੀਆਂ ਕਿ ਦਾਨੀਅਲ ਦੇ ਵਿੱਚ ਕੋਈ ਨੁਕਸ ਮਿਲੇ, ਲੇਕਿਨ ਕਿਤੇ ਵੀ ਕੋਈ ਨੁਕਸ ਨਹੀਂ ਮਿਲਿਆ। ਜਦੋਂ ਕੋਈ ਨੁਕਸ ਨਹੀਂ ਮਿਲਿਆ ਤਾਂ ਉਹਨਾਂ ਲੋਕਾਂ ਨੇ ਸੋਚਿਆ ਇਦਾਂ ਕਰਦੇ ਆ ਕਿ ਇਹ ਆਪਣੇ ਪਰਮੇਸ਼ਵਰ ਦੀ ਮਹਿਮਾ ਬੜੀ ਕਰਦਾ ਹੈਗਾ, ਆਪਣੇ ਪਰਮੇਸ਼ਵਰ ਦੀ ਵਡਿਆਈ ਬਹੁਤ ਕਰਦਾ ਹੈਗਾ। ਆਪਾਂ ਕੀ ਕਰਦੇ ਆ? ਇਹਨੂੰ ਇਹਦੇ ਪਰਮੇਸ਼ਵਰ ਦੇ ਪਿਆਰ ਦੇ ਵਿੱਚ ਹੀ, ਮਤਲਬ ਇਹਨੇ ਆਪਣੇ ਪਰਮੇਸ਼ਵਰ ਨੂੰ ਛੱਡਣਾ ਨਹੀਂ ਹੈ, ਆਪਣੇ ਪਰਮੇਸ਼ਵਰ ਦੇ ਖਿਲਾਫ ਨਹੀਂ ਜਾਣਾ। ਆਪਾਂ ਐਸਾ ਕਾਨੂੰਨ ਤਿਆਰ ਕਰਦੇ ਆ ਕਿ ਜਿਹਦੇ ਕਰਕੇ ਜਾਂ ਤੈਨੂੰ ਪਰਮੇਸ਼ਵਰ ਛੱਡਣਾ ਪਵੇ ਜਾਂ ਫਿਰ ਇਹਨੂੰ ਸਜ਼ਾ ਮਿਲੇ ਕੋਈ ਨਾ ਕੋਈ। ਹੁਣ ਦੇਖੋ ਉਹ ਜਾਣ ਚੁੱਕੇ ਸੀਗੇ ਕਿ ਅਗਰ ਜੋ ਦਾਨੀਅਲ ਹੈ ਅੱਜ ਸਾਡੇ ਉੱਪਰ ਰਾਜ ਕਰ ਰਿਹਾ ਹੈਗਾ, ਉਹਦਾ ਕਾਰਨ ਕੌਣ ਹੈ? ਇਹਦਾ ਪਰਮੇਸ਼ਵਰ ਹੀ ਹੈ। ਇਹਦਾ ਪਰਮੇਸ਼ਵਰ ਹੀ ਹੈ ਕਿ ਜੋ ਇਹਨੂੰ ਇੰਨੀ ਸਮਝ ਦਿੰਦਾਗਾ, ਇੰਨਾ ਗਿਆਨ ਦਿੰਦਾਗਾ। ਅਗਰ ਇਹ ਆਪਣੇ ਪਰਮੇਸ਼ਵਰ ਨੂੰ ਛੱਡ ਬੈਠਾ ਤੇ ਸਾਡੇ ਵਰਗਾ ਹੋ ਜਾਏਗਾ। ਲੇਕਿਨ ਦੇਖੋ ਉਸ ਤੋਂ ਬਾਅਦ ਕੀ ਹੋਇਆ? ਇਹਨਾਂ ਨੇ ਇੱਕ ਯੋਜਨਾ ਬਣਾਈ। ਔਰ ਯੋਜਨਾ ਕੀ ਬਣਾਈ? ਇਹ ਤਾਂ ਰਾਜੇ ਕੋਲ ਚਲੇ ਗਏ। ਰਾਜੇ ਨੂੰ ਜਾ ਕੇ ਕਿਹਾ ਕਿ ਰਾਜਾ, ਆਪਾਂ ਬਾਈਬਲ ਤੋਂ ਪੜ੍ਹਦੇ ਹਾਂ ਦਾਨੀਅਲ ਉਹਦਾ 6 ਅਧਿਆਏ ਉਹਦਾ 7 ਵਚਨ ਪੜ੍ਹੋ। ਰਾਜ ਦੇ ਸਾਰੇ ਪ੍ਰਧਾਨਾਂ, ਦੀਵਾਨਾਂ, ਮਨਸਬਦਾਰਾਂ, ਸਲਾਹਕਾਰਾਂ ਤੇ ਸਰਦਾਰਾਂ ਨੇ ਆਪੋ ਵਿੱਚ ਸਲਾਹ ਕੀਤੀ ਹੈ ਕਿ ਇੱਕ ਸ਼ਾਹੀ ਵਿਧੀ ਠਹਿਰਾਈ ਜਾਵੇ ਅਤੇ ਮਨਾਹੀ ਦਾ ਇੱਕ ਪੱਕਾ ਕਾਨੂੰਨ ਬਣਾਇਆ ਜਾਵੇ ਕਿ ਜਿਹੜਾ ਕੋਈ 30 ਦਿਹਾੜਿਆਂ ਤੱਕ ਤੁਹਾਤੋਂ ਬਾਅਦ ਇਹ ਰਾਜਨ ਕਿਸੇ ਦਿਉਤੇ ਦੀ ਜਾਂ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੋਰੇ ਵਿੱਚ ਸੁੱਟਿਆ ਜਾਵੇ। ਪੜੋ ਕੇ ਫਿਰ ਵੀ। ਹੁਣ ਇਹ ਰਾਜਨ ਇਸ ਵਿਧੀ ਨੂੰ ਤੋਰੋ ਅਤੇ ਲਿਖਤ ਉੱਤੇ ਆਪਣੀ ਸਹੀ ਪਾ ਦਿਓ ਜੋ ਨਾ ਬਦਲੀ ਜਾਵੇ, ਮਾਦੀਆਂ ਤੇ ਫਾਰਸੀਆਂ ਦੀ ਮਨਾਹੀ ਦੇ ਪੱਕੇ ਕਾਨੂੰਨ ਦੇ ਅਨੁਸਾਰ ਜੋ ਬਦਲਦਾ ਨਹੀਂ। ਸੋ ਰਾਜਾ ਨੇ ਉਸ ਲਿਖਤ ਉੱਤੇ ਅਤੇ ਵਿਧੀ ਉੱਤੇ ਸਹੀ ਪਾਈ। ਦੇਖੋ ਉਹ ਲੋਕ ਇਕੱਠੇ ਹੋ ਚਲੇ ਗਏ ਰਾਜੇ ਕੋਲ। ਰਾਜਾ ਇਦਾਂ ਕਰੋ ਕਿ ਤੁਸੀਂ ਇੱਕ ਐਲਾਨ ਕਰੋ, ਇੱਕ ਕਾਨੂੰਨ ਬਣਾਓ ਆਪਣੇ ਦੇਸ਼ ਦੇ ਵਿੱਚ ਕਿ 30 ਦਿਨਾਂ ਤੱਕ ਸਿਵਾਏ ਤੁਹਾਡੇ ਤੋਂ ਕਿਸੇ ਵੀ ਦੇਵੀ ਦੇਵਤੇ ਦੀ, ਕਿਸੇ ਵੀ ਹੋਰ ਮਤਲਬ ਦੇਵਤੇ ਦੀ ਪੂਜਾ ਨਾ ਹੋਵੇ, ਤੁਹਾਡੀ ਪੂਜਾ ਕੀਤੀ ਜਾਏ। ਹੁਣ ਇਹ ਲੋਕ ਜਾਣਦੇ ਸੀਗੇ ਕਿ ਦਾਨੀਅਲ ਕੌਣ ਹੈ? ਉਹਦਾ ਪਰਮੇਸ਼ਰ ਦਾ ਦਾਸ ਹੈ। ਔਰ ਪਰਮੇਸ਼ਰ ਦੇ ਜੋ ਦਾਸ ਹੈ ਦਾਨੀਅਲ, ਇਹ ਆਪਣੇ ਪਰਮੇਸ਼ਰ ਨੂੰ ਕਦੇ ਵੀ ਨਹੀਂ ਛੱਡ ਸਕਦਾ। ਹੁਣ ਦੇਖੋ ਇਹਨਾਂ ਲੋਕਾਂ ਨੇ ਕਾਨੂੰਨ ਬਣਾਇਆ। ਹੁਣ ਜੋ ਰਾਜਾ ਸੀਗਾ ਦਾਰਾ, ਉਹ ਜਾਣਦਾ ਨਹੀਂ ਸੀਗਾ ਕਿ ਇਹ ਲੋਕ ਐਸਾ ਕਿਉਂ ਬੋਲ ਰਹੇ ਨੇ, ਇਹ ਲੋਕ ਐਸਾ ਕਿਉਂ ਸੋਚ ਰਹੇ ਨੇ, ਜਾਂ ਇਹ ਲੋਕ ਐਵੇਂ ਕਿਉਂ ਚਾਹੁੰਦੇ ਨੇ। ਦਾਰਾ ਰਾਜਾ ਕੁਝ ਨਹੀਂ ਜਾਣਦਾ ਸੀਗਾ, ਲੇਕਿਨ ਰਾਜੇ ਨੂੰ ਚੰਗਾ ਲੱਗਿਆ
ਉਹਨੇ ਕਿਹਾ ਭਾਈ ਠੀਕ ਹੈ ਤੁਸੀਂ ਇਦਾਂ ਕਰ ਲਓ। ਫਿਰ ਉਹਨਾਂ ਨੇ ਲਿਖਿਆ ਔਰ ਇਹਦੇ ਕੋਲੋਂ ਮੋਹਰ ਲਵਾਤੀ। ਕਿਹਦੇ ਕੋਲੋਂ? ਰਾਜੇ ਕੋਲੋਂ। ਹੁਣ ਜਦੋਂ ਇਹ ਗੱਲ ਦਾ ਪਤਾ ਲੱਗਿਆ ਦਾਨੀਏਲ ਨੂੰ ਕਿ ਇਹ ਗੱਲ ਰਾਜੇ ਦੀ ਮਤਲਬ ਪੂਰੇ ਰਾਜ ਦੇ ਵਿੱਚ ਫੈਲ ਚੁੱਕੀ ਹੈ, ਤਾਂ ਦਾਨੀਏਲ ਘਰੇ ਆਇਆ, ਆਪਣੇ ਮਿੱਤਰਾਂ ਨਾਲ ਗੱਲਬਾਤ ਕਰੀ। ਮਤਲਬ ਹਾਂ, ਦਾਨੀਏਲ ਘਰੇ ਆਇਆ ਤਾਂ ਉਹਨੇ ਕੀ ਕੀਤੀ, ਆ ਕੇ ਕੀ ਕਰਿਆ ਉਹਨੇ, ਆਪਣੀ ਕੋਠੜੀ ਦੇ ਵਿੱਚ ਆਪਣੇ ਕਮਰੇ ਵਿੱਚ ਚਲਾ ਗਿਆ। ਔਰ ਕੀ ਲਿਖਿਆ ਬਾਈਬਲ ਦੇ ਵਿੱਚ, ਪੜ੍ਹੋ 10 ਨੂੰ। ਤਦ ਦਾਨੀਏਲ ਨੂੰ ਮਾਲੂਮ ਹੋਇਆ ਕਿ ਉਸ ਲਿਖਤ ਤੇ ਸਹੀ ਪੈ ਗਈ ਹੈ। ਤਾਂ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ ਕੇ ਜਿਹੜੀ ਯਰੂਸ਼ਲਮ ਵੱਲ ਸੀ ਅਤੇ ਦਿਨ ਵਿੱਚ 3 ਵਾਰੀ ਗੋਡੇ ਨਵਾ ਕੇ ਪਰਮੇਸ਼ਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ। ਦੇਖੋ, ਪਹਿਲਾਂ ਵੀ ਦਾਨੀਏਲ ਕਰਦਾ ਸੀਗਾ, ਔਰ ਪਹਿਲਾਂ ਕਰਦਾ ਸੀਗਾ, ਲੋਕ ਜਾਣਦੇ ਸੀਗੇ ਕਿ ਦਾਨੀਏਲ ਦਿਨ ਦੇ ਵਿੱਚ 3 ਵਾਰ ਪ੍ਰਾਰਥਨਾ ਕਰਦਾ ਹੈ ਗੋਡੇ ਟੇਕ ਕੇ। ਔਰ ਉਹਨਾਂ ਨੇ ਇਹੀ ਗੱਲ ਕਹੀ ਸੀਗੀ ਕਿ ਤੁਹਾਡੇ ਤੋਂ ਬਿਨਾਂ ਕਿਸੇ ਦੀ ਪੂਜਾ ਨਾ ਕੀਤੀ ਜਾਏ, ਤੁਹਾਡੇ ਤੋਂ ਬਿਨਾਂ ਕਿਸੇ ਦਾ ਨਾਮ ਨਾ ਲਿਆ ਜਾਏ। ਤੇ ਦਾਨੀਏਲ ਤੇ ਕੰਮ ਕਰਦਾ ਹੀ ਸੀਗਾ। ਤੇ ਕਿੱਥੇ ਗਿਆ ਸੀਗਾ ਇਹ? ਆਪਣੀ ਕੋਠੜੀ ਵਿੱਚ, ਆਪਣੇ ਕਮਰੇ ਦੇ ਵਿੱਚ। ਕੀ ਕੀਤਾ ਜਾ ਕੇ? ਬਾਰੀ ਖੋਲੀ। ਬਾਰੀ ਕਿਹੜੇ ਪਾਸੇ ਸੀਗੀ? ਤੇ ਜਰੂਸਲਮ ਪਾਸੇ ਬਾਰੀ ਖੋਲ ਕੇ ਹੀ ਕਿਉਂ ਪ੍ਰਾਰਥਨਾ ਕਰਨੀ ਸੀਗੀ? ਜਰੂਸਲਮ ਪਾਸੇ ਹੀ ਬਾਰੀ ਖੋਲ ਕੇ ਪ੍ਰਾਰਥਨਾ ਕਿਉਂ ਕਰਨੀ ਸੀਗੀ? ਭਵਨ ਸੀਗਾ ਉਧਰ। ਕਿਹੜਾ ਸੀਗਾ? ਜਿਹੜਾ ਪਰਮੇਸ਼ਰ ਦੇ ਦਾਸ ਸੁਲੇਮਾਨ ਨੇ ਬਣਾਇਆ ਸੀਗਾ। ਔਰ ਉੱਥੇ ਇੱਕ ਗੱਲ ਲਿਖੀ ਵੀ ਸੀ, ਪਰਮੇਸ਼ਵਰ ਨੇ ਲਿਖਾਈ ਸੀ, ਉਹ ਲਿਖਾਈ ਸੀਗੀ ਕਿ ਜੇ ਕੋਈ ਤੁਹਾਡੇ ਵਿੱਚ ਗੁਲਾਮ ਹੈ, ਤੁਸੀਂ ਕਿੱਥੇ ਵੀ ਹੋ, ਅਗਰ ਇਸ ਦੀ ਤਰਫ ਤੁਸੀਂ ਦੇਖ ਕੇ ਪ੍ਰਾਰਥਨਾ ਕਰਦੇ ਹੋ ਤਾਂ ਤੁਹਾਡੀ ਪ੍ਰਾਰਥਨਾ ਸੁਣੀ ਜਾਏਗੀ। ਦੂਜਾ ਇਤਿਹਾਸ ਉਹਦਾ 6 ਅਧਿਆਏ ਉਹਦਾ 36 ਤੋਂ 38 ਤੱਕ ਪੜ੍ਹ ਕੇ ਦੇਖਿਓ, ਉੱਥੇ ਗੱਲ ਲਿਖੀ ਹੋਈ ਹੈ ਕਿ ਅਗਰ ਕੋਈ ਗੁਲਾਮੀ ਵਿੱਚ ਹੈ, ਅਗਰ ਉਹ ਆਪਣਾ ਧਿਆਨ ਜਰੂਸਲਮ ਵੱਲ ਮਤਲਬ ਕਰਕੇ ਪ੍ਰਾਰਥਨਾ ਕਰਦਾ ਹੈਗਾ ਤਾਂ ਪਰਮੇਸ਼ਰ ਪ੍ਰਾਰਥਨਾ ਉਹਦੀ ਸੁਣੇਗਾ। ਚਲੋ ਖੈਰ, ਆਪਣਾ ਇਹ ਸਬਜੈਕਟ ਨਹੀਂ ਹੈ। ਹੁਣ ਦੇਖੋ, ਜਦੋਂ ਦਾਨੀਏਲ ਨੇ ਪ੍ਰਾਰਥਨਾ ਕਰੀ ਤਾਂ ਇਹ ਗੱਲ ਦਾ ਪਤਾ ਚੱਲ ਗਿਆ, ਲੋਕਾਂ ਨੂੰ ਪਤਾ ਲੱਗ ਚੱਲਣਾ ਹੀ ਸੀਗਾ ਕਿਉਂਕਿ ਸਾਜ਼ਿਸ਼ ਸੀ ਉਹਨਾਂ ਲੋਕਾਂ ਦੀ। ਉਸ ਤੋਂ ਬਾਅਦ ਉਹ ਰਾਜੇ ਕੋਲ ਚਲੇ ਗਏ। ਰਾਜੇ ਨੂੰ ਦੱਸਿਆ ਇੱਕ ਇਨਸਾਨ ਰਾਜਾ ਐਸਾ ਹੈਗਾ ਕਿ ਜੋ ਤੁਹਾਡੀ ਪੂਜਾ ਨਹੀਂ ਕਰਦਾ, ਉਹ ਤਾਂ ਕਿਸੇ ਹੋਰ ਦੇਵਤੇ ਦੀ ਪੂਜਾ ਕਰਦਾ ਹੈਗਾ। ਤਾਂ ਰਾਜੇ ਨੂੰ ਪਤਾ ਲੱਗਿਆ ਇਹ ਤਾਂ ਦਾਨੀਏਲ ਹੈ। ਦਾਨੀਏਲ ਨੂੰ ਤਾਂ ਰਾਜਾ ਬਚਾਉਣਾ ਚਾਹੁੰਦਾ ਸੀਗਾ। ਚਲੋ ਉਸ ਤੋਂ ਬਾਅਦ ਕੀ ਹੋਇਆ ਉਹ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਰਮੇਸ਼ਵਰ ਨੇ ਦਾਨੀਏਲ ਨੂੰ ਬਚਾ ਲਿਆ ਸ਼ੇਰਾਂ ਦੇ ਘੋੜੇ ਦੇ ਵਿੱਚੋਂ। ਲੇਕਿਨ ਜਿਨ੍ਹਾਂ ਲੋਕਾਂ ਨੇ ਪਲਾਨ ਬਣਾਇਆ ਸੀਗਾ, ਜਿਨ੍ਹਾਂ ਲੋਕਾਂ ਨੇ ਯੋਜਨਾ ਬਣਾਈ ਸੀਗੀ, ਆਪਾਂ ਉਹਨਾਂ ਬਾਰੇ ਦੇਖਦੇ ਹਾਂ। ਇਹ ਦਾਨੀਏਲ ਉਹਦਾ 6 ਅਧਿਆਏ ਉਹਦਾ 24 ਵਚਨ। ਤਾਂ ਰਾਜੇ ਨੇ ਹੁਕਮ ਦਿੱਤਾ ਔਰ ਉਹ ਉਹਨਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਦਾਨੀਏਲ ਉੱਤੇ ਦੋਸ਼ ਲਾਇਆ ਸੀ ਲੈ ਆਏ ਅਤੇ ਉਹਨਾਂ ਨੂੰ ਉਹਨਾਂ ਦੇ ਬਾਲ ਬੱਚਿਆਂ ਤੇ ਤੀਵੀਆਂ ਸਣੇ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ। ਤਾਂ ਸ਼ੇਰ ਉਹਨਾਂ ਉੱਤੇ ਬਲਵਾਨ ਹੋਏ ਅਤੇ ਘੁਰੇ ਦੇ ਥੱਲੇ ਤੋੜੀਆਂ ਪੜਨ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਹਨਾਂ ਦੀਆਂ ਹੱਡੀਆਂ ਤੋੜ ਤਾੜ ਦਿੱਤੀਆਂ। ਦੇਖੋ, ਇਹ ਲੋਕਾਂ ਨੇ ਕੀ ਕੀਤਾ ਸੀਗਾ? ਦਾਨੀਏਲ ਦੇ ਵਿਰੋਧ ਵਿੱਚ ਗਏ ਸੀਗੇ। ਦਾਨੀਏਲ ਨੂੰ ਇਹ ਲੋਕ ਫਸਾਉਣਾ ਚਾਹੁੰਦੇ ਸੀਗੇ। ਜਦ ਕਿ ਦਾਨੀਏਲ ਨੇ ਕੀ ਕੀਤਾ? ਉਹ ਸੱਚੇ ਪਰਮੇਸ਼ਰ ਦੀ ਆਰਾਧਨਾ ਕੀਤੀ, ਸੱਚੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਕੀਤੀ। ਲੇਕਿਨ ਇਹ ਲੋਕ ਕੀ ਕਰਦੇ ਸੀਗੇ? ਇਹ ਤਾਂ ਰਾਜ ਦੇ ਅੱਗੇ ਮੰਨਦੇ ਸੀਗੇ, ਰਾਜ ਦੀ ਉਪਾਸਨਾ ਕਰਦੇ ਸੀਗੇ। ਲੇਕਿਨ ਫਿਰ ਦੇਖੋ ਉਲਟਾ ਹੋ ਗਿਆ। ਉਲਟਾ ਕੀ ਹੋ ਗਿਆ? ਕਿਉਂਕਿ ਜੈਸਾ ਕਰ ਰਹੇ ਸੀਗੇ ਇਹਨਾਂ ਨੂੰ ਉਹਦਾ ਫਲ ਮਿਲਿਆ, ਜੈਸਾ ਕਰ ਰਹੇ ਸੀਗੇ ਇਹਨਾਂ ਨੂੰ ਐਸਾ ਹੀ ਭਰਨਾ ਪਿਆ। ਇਹਦਾ ਮਤਲਬ ਕਿ ਜਦੋਂ ਰਾਜੇ ਨੇ ਦੇਖਿਆ ਕਿ ਦਾਨੀਏਲ ਤਾਂ ਬਚ ਗਿਆ, ਉਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਬੁਲਾਇਆ, ਇਹਨਾਂ ਦੇ ਬੱਚਿਆਂ ਨੂੰ, ਇਹਨਾਂ ਦੀ ਪਤਨੀਆਂ ਨੂੰ ਕਿੱਥੇ ਸੁੱਟ ਦਿੱਤਾ? ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ। ਜਦ ਕਿ ਇਹ ਲੋਕੀ ਚਾਹੁੰਦੇ ਸੀਗੇ ਕਿ ਜੋ ਦਾਨੀਏਲ ਹੈ ਉਹ ਖਤਮ ਹੋ ਜਾਏ। ਹੁਣ ਦੇਖੋ, ਦਾਨੀਏਲ ਉਸ ਰਾਜ ਦੀ ਪੂਜਾ ਨਾ ਕਰਕੇ ਵੀ ਬਚ ਗਿਆ, ਲੇਕਿਨ ਇਹ ਲੋਕ ਉਸ ਰਾਜ ਦੀ ਪੂਜਾ ਕਰਦੇ ਹੋਏ ਵੀ ਮਰ ਗਏ। ਦੇਖੋ, ਪਰਮੇਸ਼ਵਰ ਜਦ ਵੀ ਆਪਣੇ ਲੋਕਾਂ ਦਾ ਨਿਆਂ ਕਰਦੇ ਨੇ, ਜਦ ਵੀ ਆਪਣੇ ਲੋਕਾਂ ਨੂੰ ਬਚਾਉਣ ਦੇ ਪੱਖ ਵਿੱਚ ਆਉਂਦੇ ਨੇ, ਤਾਂ ਉਦੋਂ ਪਰਮੇਸ਼ਵਰ ਕਦੇ ਵੀ ਕਿਸੇ ਦੀ ਪਰਵਾਹ ਨਹੀਂ ਕਰਦੇ। ਔਰ ਪਰਮੇਸ਼ਵਰ ਦਾ ਜੋ ਕੰਮ ਕਰਨ ਦਾ ਤਰੀਕਾ ਹੈਗਾ ਉਹ ਬੜਾ ਹੀ ਅਦਭੁਤ ਤਰੀਕਾ ਹੈਗਾ, ਕਿਉਂਕਿ ਪਰਮੇਸ਼ਵਰ ਸੱਚਮੁੱਚ ਕੀ ਕਰਨ ਵਾਲੇ ਨੇ? ਉਹ ਤਾਂ ਨਿਆਂ ਕਰਨ ਵਾਲੇ ਨੇ। ਪਰਮੇਸ਼ਵਰ ਜਾਣਦੇ ਨੇ ਕਿ ਜੋ ਇਨਸਾਨ ਪਰਮੇਸ਼ਵਰ ਪਿੱਛੇ ਚੱਲਦਾ ਹੈਗਾ, ਪਰਮੇਸ਼ਵਰ ਨੇ ਉਸ ਨੂੰ ਕਿਸ ਤਰ੍ਹਾਂ ਬਚਾਉਣਾ ਹੈਗਾ। ਔਰ ਦੇਖੋ, ਦਾਨੀਏਲ ਵੀ ਬਚ ਗਿਆ, ਲੇਕਿਨ ਜੋ ਦਾਨੀਏਲ ਦਾ ਨੁਕਸਾਨ ਕਰਨਾ ਚਾਹੁੰਦੇ ਸੀਗੇ, ਉਹਨਾਂ ਨੇ ਜੋ ਸੋਚਿਆ ਸੀਗਾ ਔਰ ਜਿਵੇਂ ਸੋਚਿਆ ਸੀਗਾ ਉਲਟਾ ਉਹਨਾਂ ਨਾਲ ਉਸੇ ਤਰ੍ਹਾਂ ਹੀ ਹੋ ਗਿਆ। ਹੁਣ ਦੇਖੋ, ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਜੈਸੀ ਕਰਨੀ ਵੈਸੀ ਭਰਨੀ। ਹੁਣ ਦੇਖੋ ਇਹਨਾਂ ਲੋਕਾਂ ਨੇ ਕੀ ਕੀ ਕੀਤਾ ਔਰ ਕਿਵੇਂ ਕਿਵੇਂ ਕੀਤਾ। ਔਰ ਜਿਹਨੇ ਜੋ ਜੋ ਬੁਰਾ ਕੀਤਾ ਉਹਦੇ ਨਾਲ ਖੁਦ ਬੁਰਾ ਹੋਇਆ, ਖੁਦ ਉਹਨਾਂ ਨੂੰ ਮਰਨਾ ਪਿਆ, ਉਹਨਾਂ ਨੂੰ ਖੁਦ ਹੀ ਮਰਨਾ ਪਿਆ। ਇੱਕ ਬਚਨ ਪੜ੍ਹੋ ਮੇਰੇ ਨਾਲ, ਲੂਕਾ ਉਹਦਾ 6 ਅਧਿਆਏ ਉਹਦਾ 38 ਵਚਨ ਪੜ੍ਹੋ। 38 ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ,
ਪੂਰਾ ਮੇਘ ਦਬ ਦਬ ਕੇ ਹਿਲਾ ਕੇ ਅਤੇ ਡੁੱਲਦਾ ਹੋਇਆ ਤੁਹਾਡੇ ਪੱਲੇ ਪਾਉਣਗੇ, ਕਿਉਂਕਿ ਜਿਸ ਮੇਘ ਨਾਲ ਤੁਸੀਂ ਮਿਲਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਲਿਆ ਜਾਵੇਗਾ। ਦੇਖੋ ਕੀ ਹੈ, ਦਿਓਗੇ ਤੇ ਤੁਹਾਨੂੰ ਦਿੱਤਾ ਜਾਏਗਾ। ਹੈ ਤੁਹਾਨੂੰ ਇੱਕ ਵਾਰ ਫਿਰ ਪੜੋ, ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ। ਹਾਲੇਲੂਇਆ। ਦਿਓ ਤੁਹਾਨੂੰ। ਹੁਣ ਲੋਕ ਸਿੱਖਦੇ ਨੇ, ਲੋਕ ਸਿਖਾਉਂਦੇ ਨੇ ਕਿ ਦਿਆ ਕਰੋ। ਕੀ ਦਿਆ ਕਰੋ? ਕੀ ਦਿਆ ਕਰੋ? ਤੁਸੀਂ ਕੀ ਦਿੰਦੇ ਹੋ? ਜ਼ਿਆਦਾਤਰ ਸਿੱਖਣ ਵਾਲੇ ਔਰ ਸਿਖਾਉਣ ਵਾਲੇ ਕੀ ਸਿਖਾਉਂਦੇ ਨੇ ਕਿ ਦਿਆ ਕਰੋ, ਦਿਓ ਤੁਹਾਨੂੰ ਦਿया ਜਾਏਗਾ, दो तो तुम्हें दिया जाएगा, दियो तो दिता जाएगा। की दिता जाएगा? मुट्ठी बंद करके दिया करो, है मुट्ठी बंद करके दिया करो। खैर लेकिन इतने की कहता परमेश्वर का वचन पढ़ो, दियो तो ਤੁਹਾਨੂੰ ਦਿੱਤਾ ਜਾਵੇਗਾ। ਪੂਰਾ ਮੇਘ ਦਬ ਦਬ ਕੇ ਹਿਲਾ ਕੇ ਅਤੇ ਡੁੱਲਦਾ ਹੋਇਆ ਤੁਹਾਡੇ ਪੱਲੇ ਪਾਉਣਗੇ, ਕਿਉਂਕਿ ਜਿਸ ਮੇਘ ਨਾਲ ਤੁਸੀਂ ਮਿਲਦੇ ਹੋ ਉਸੇ ਨਾਲ ਤੁਹਾਡੇ ਲਈ ਮੋੜ ਮਿਲਿਆ ਜਾਵੇਗਾ। देखो दियो तो दिता जाएगा, पूरा माप, घट नहीं वध नहीं, पूरा माप। इदा नहीं कि जो इंसान चीनी दिंदा सीगा वो 900 ग्राम दिंदा सीगा ते बदले ਵਿੱਚ ਉਹਨੂੰ ਵੀ 900 ग्राम ਘਿਓ ਮਿਲਿਆ। ਕਹਿਣ ਦਾ ਮਤਲਬ ਜਿਵੇਂ ਤੁਸੀਂ ਕਰ ਰਹੇ ਹੋ ਤੇ ਤੁਹਾਡੇ ਨਾਲ ਉਸੇ ਤਰ੍ਹਾਂ ਕੀਤਾ ਜਾਏਗਾ, ਦਬ ਦਬ ਕੇ ਹਿਲਾ ਕੇ ਫਿਰ ਡੁੱਲਦਾ ਉਹ ਤੁਹਾਡੇ ਪੱਲੇ ਪਾਇਆ ਜਾਏਗਾ। मतलब जैसा करोगे ਉਹਦਾ ਫਲ ਤੁਹਾਨੂੰ ऐसा ही मिलेगा। ਹੁਣ ਜੋ ਇਨਸਾਨ ਪਰਮੇਸ਼ਰ ਵਿੱਚ ਜੀਵਨ ਜੀ ਰਿਹਾਗਾ, ਕਿਵੇਂ ਤੁਹਾਡਾ ਜੀਵਨ ਕਿੰਨਾ ਗਾ? ਕੋਈ ਦੱਸ ਸਕਦਾਗਾ ਕਿੰਨਾ ਜੀਵਨ ਹੈ ਤੁਹਾਡਾ? ਹਾਲੇਲੂਇਆ, ਹਾਲੇਲੂਇਆ। ਤੁਹਾਡਾ ਜੀਵਨ ਕਿੰਨਾ ਗਾ? ਕਿਸੇ ਨੂੰ ਗਾਰੰਟੀ ਹੈ ਕਿ ਮੈਂ 120 ਸਾਲ ਤੱਕ ਜਿੰਦਾ ਰਵਾਂਗਾ? हाँ लिखे सही हो रहा है, बाइबल में लिखे ना तो वो है 120 साल तो है ही, परमेश्वर ने लिख के देता वो है 120 साल। लेकिन कोई जानता नहीं है कि मैं कितना चਿਰ जीनागा। मान के चलो अगर छोटा 120 साल का जीवन है, अगर तुम 120 साल का जीवन अपना परमेश्वर ਨੂੰ ਦੇ ਦਿੰਦੇ ਹੋ ਤਾਂ परमेश्वर ਕੀ ਕਹੇਗਾ ਤੁਹਾਨੂੰ? ਬਦਲੇ ਵਿੱਚ ਕਿੰਨਾ ਦੇਵੇਗਾ? ਬਦਲੇ ਵਿੱਚ परमेश्वर ਕਿੰਨਾ ਦੇਣਗੇ? ਹਾਂ ਅਨੰਤ ਕਾਲ ਦਾ ਜੀਵਨ। ਇਹ ਜੀਵਨ ਤੁਹਾਡਾ ਖਤਮ ਹੋ ਜਾਏਗਾ, जो परमेश्वर देंगे वो कदे खत्म होने वाला नहीं है, वो कदे भी खत्म होने वाला नहीं है। मतलब जो भी इंसान करेगा परमेश्वर के लिए, परमेश्वर उसका फल देंगे, परमेश्वर उसका बदला देंगे। गल बहुत ध्यान नाल सुनियो, तुसी परमेश्वर को थोड़ा दे रहे हो तो परमेश्वर की तुहानू थोड़ा ही देवेगा। तुसी परमेश्वर को बहुता दे रहे हो तो परमेश्वर तुहानू की है बहुता ही देवेगा। तुसी परमेश्वर को 2 घंटे 24 मिनट ही दे रहे हो, 25 नहीं करते भाई, 2.5 घंटे नहीं करते पे, 2 घंटे 24 मिनट दे रहे हो तो परमेश्वर की है उस हिसाब नाल तुहानू दा फल देवेगा। जे तुसी परमेश्वर दे विच मगन रहने हो, दिन रात परमेश्वर की व्यवस्था में बने रहने हो, परमेश्वर की अधीनता में चलते हो, उसकी आज्ञाकारी करते हो, सब कुछ करते हो तो परमेश्वर की है ऐसा तुहानू जीवन देंगे। मतलब कि अगर इंसान परमेश्वर के विच बनया रहिंदा गा तो परमेश्वर की सारे दुख दे विचों, सारी विपता दे विचों, सारे रोगां दे विचों उसनू बचा के रखेगा। ਇਹਦਾ मतलब जो इंसान परमेश्वर की आज्ञाकारी करता है ईमानदारी नाल, सच्चाई नाल, आत्मा नाल, ते परमेश्वर की है ਉਹਦੇ ਵਿੱਚੋਂ ਸਾਰੇ ਰੋਗਾਂ ਨੂੰ ਉਹ ਦੂਰ ਕਰੇਗਾ। मतलब जैसा कोई करेगा परमेश्वर ਉਹਦੇ ਨਾਲ वैसा ही होण देणगे। इजराइल प्रजा ਜਦੋਂ ਗੁਲਾਮੀ ਵਿੱਚੋਂ ਬਾਹਰ ਨਿਕਲੀ ਸੀ, ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ, ਤੇ ਜਿੰਨਾ ਚਿਰ ਇਜ਼ਰਾਈਲ ਪ੍ਰਜਾ ਸਹੀ ਸੀਗੀ परमेश्वर ਉਹਦੇ ਉੱਪਰ ਆਪਣੀ ਕਿਰਪਾ ਨੂੰ ਬਣਾ ਕੇ ਰੱਖਦੇ ਸੀਗੇ। ਲੇਕਿਨ ਜਦੋਂ ਇਜ਼ਰਾਈਲ ਪ੍ਰਜਾ ਗੜਬੜੀ ਕਰਦੀ ਸੀਗੀ ਤੇ ਨਾਲ ਦੀ ਨਾਲ ਉਹਨਾਂ ਨੂੰ ਭੁਗਤਣਾ ਪੈਂਦਾ ਸੀਗਾ। ਹਾਲੇਲੂਇਆ, ਹਾਲੇਲੂਇਆ। ਉਹਨਾਂ ਨੂੰ ਕੀ ਸੀਗਾ? ਭੁਗਤਣਾ ਪੈਂਦਾ ਸੀਗਾ। ਅੱਜ ਤੁਸੀਂ ਦੇਖੋ, ਤੁਸੀਂ ਅੱਜ ਫੈਸਲਾ ਲੈ ਲਓ ਕਿ ਤੁਸੀਂ ਹਰ ਰੋਜ਼ 2 ਘੰਟੇ 24 ਮਿੰਟ ਦੇਣੇ ਨੇ ਤੇ ਤੁਹਾਡੀ ਸਮੱਸਿਆ ਚਲੀ ਜਾਏਗੀ, ਤੁਹਾਡੀ ਪਰੇਸ਼ਾਨੀ ਚਲੀ ਜਾਏਗੀ। ਤੁਹਾਨੂੰ ਪਤਾ ਚੱਲ ਜਾਏ ਕਿ ਅਸੀਂ ਪ੍ਰਾਰਥਨਾ ਕਰਨੀ ਆਪਣੇ ਗੋਡਿਆਂ ਦੇ ਭਾਰ ਬੈਠ ਕੇ, ਆਪਣੇ ਹੱਥਾਂ ਨੂੰ ਉਠਾ ਕੇ ਪ੍ਰਾਰਥਨਾ ਕਰਨੀ ਹੈ। ਜੋ ਇਦਾਂ ਸ਼ੁਰੂ ਕਰੋਗੇ ਤਾਂ ਪਰਮੇਸ਼ਵਰ ਕੀ ਕਰੇਗਾ? ਤੁਹਾਡੇ ਰੋਗ ਦੂਰ ਕਰੇਗਾ, ਤੁਹਾਡੇ ਜੀਵਨ ਦੇ ਵਿੱਚ ਸ਼ਾਂਤੀ ਲੈ ਕੇ ਆਏਗਾ ਪਰਮੇਸ਼ਵਰ। ਜਦ ਤੁਸੀਂ 2 ਘੰਟੇ 24 ਮਿੰਟ ਹੀ ਪਰਮੇਸ਼ਵਰ ਨੂੰ ਨਹੀਂ ਦੇ ਰਹੇ ਤੇ ਪਰਮੇਸ਼ਵਰ ਤੁਹਾਨੂੰ ਬਦਲਾ ਕਿਹੜੀ ਗੱਲ ਦਾ ਦੇਵੇ? ਤੁਸੀਂ ਅਗਰ 15 ਮਿੰਟ 20 ਮਿੰਟ ਅੱਧਾ ਘੰਟਾ ਪ੍ਰਾਰਥਨਾ ਵੀ ਕਰਦੇ ਹੋ, 10-15 ਮਿੰਟ 20 ਮਿੰਟ ਤੁਸੀਂ ਵਚਨ ਵੀ ਪੜ੍ਹਦੇ ਹੋ ਤੇ ਫਾਇਦਾ ਕੀ ਹੈ? ਕੋਈ ਵੀ ਫਾਇਦਾ ਨਹੀਂ। ਤਾਂ ਫਿਰ ਇਨਸਾਨ ਕਹਿੰਦਾ ਯਾਰ ਮੇਰੇ ਘਰ ਦੇ ਹਾਲਾਤ ਕੁਝ ਵਿਗੜ ਗਏ, ਮੇਰੇ ਘਰ ਦੇ ਵਿੱਚ ਸਮੱਸਿਆ ਆ ਗਈ, ਮੇਰੇ ਜੀਵਨ ਦੇ ਵਿੱਚ ਬਿਮਾਰੀ ਆ ਗਈ। ਇਹਦਾ ਮਤਲਬ ਤੁਸੀਂ ਕੁਝ ਕਰਦੇ ਹੀ ਨਹੀਂ ਪਏ। ਔਰ ਬਾਈਬਲ ਦੇ ਵਿੱਚ ਲਿਖਿਆ ਹੈ ਜੈਸਾ ਕਰੋਗੇ परमेश्वर वैसे ਤੁਹਾਡਾ ਕੀ ਹੈ ਤੁਹਾਨੂੰ ਫਲ ਦੇਵੇਗਾ, परमेश्वर वैसे ਤੁਹਾਨੂੰ ਬਦਲਾ ਦੇਵੇਗਾ।
ਇਹਦਾ ਮਤਲਬ ਕਿ ਸਾਡੇ ਪਰਮੇਸ਼ਵਰ ਉਹ ਨਿਆਂਈ ਪਰਮੇਸ਼ਵਰ ਨੇ। ਸਾਡੇ ਪਰਮੇਸ਼ਵਰ ਬੇਨਿਆਈ ਪਰਮੇਸ਼ਵਰ ਨਹੀਂ। ਉਹ ਜਦ ਵੀ ਨਿਆਂ ਕਰਦੇ ਨੇ ਤਾਂ ਪਰਮੇਸ਼ਵਰ ਕੀ ਕਰਨਗੇ? ਆਪਣੇ ਵਚਨ ਦੇ ਅਨੁਸਾਰ ਹੀ ਨਿਆਂ ਕਰਨਗੇ। ਹਾਲੇਲੂਇਆ। ਮਤਲਬ ਜੈਸਾ ਕੋਈ ਕਰੇਗਾ ਉਹ ਐਸਾ ਹੀ ਉਹਨੂੰ ਫਲ ਮਿਲੇਗਾ, ਐਸਾ ਹੀ ਉਹਨੂੰ ਬਦਲਾ ਮਿਲੇਗਾ। ਹੁਣ ਦੇਖੋ ਇਹਨਾਂ ਲੋਕਾਂ ਨੇ ਜੋ ਕੀਤਾ, ਜਿਵੇਂ ਕੀਤਾ ਤਾਂ ਕੀ ਹੋਇਆ? ਇਹਨਾਂ ਦੇ ਜੀਵਨ ਦੇ ਵਿੱਚ ਐਸਾ ਹੀ ਹੋਇਆ। ਕੋਈ ਐਸਾ ਇਨਸਾਨ ਹੈ ਕਿ ਜੋ ਪਰਮੇਸ਼ਵਰ ਦੇ ਵਿੱਚ ਇਮਾਨਦਾਰੀ ਨਾਲ ਚੱਲ ਰਿਹਾ ਹੈਗਾ, ਵਿਸ਼ਵਾਸ ਨਾਲ ਚੱਲ ਰਿਹਾ ਹੈਗਾ, ਆਤਮਾ ਨਾਲ ਚੱਲ ਰਿਹਾ ਹੈਗਾ, ਔਰ ਉਹਨੂੰ ਸਮੱਸਿਆ ਹੋਵੇ, ਕੋਈ ਉਹਨੂੰ ਪਰੇਸ਼ਾਨੀ ਹੋਵੇ, ਕੋਈ ਖਾਣ ਪੀਣ ਦੇ ਵਿੱਚ ਸਮੱਸਿਆ, ਉੱਠਣ ਬੈਠਣ ਦੇ ਵਿੱਚ ਸਮੱਸਿਆ, ਘਰ ਦੇ ਵਿੱਚ ਸਮੱਸਿਆ, ਅਗਰ ਕੁਝ ਹੈ ਸਮੱਸਿਆ ਤਾਂ ਉਹਦਾ ਕੋਈ ਨਾ ਕੋਈ ਕਾਰਨ ਹੈ ਕਿ ਤੁਸੀਂ ਪਰਮੇਸ਼ਵਰ ਦੇ ਲਈ ਕੁਝ ਨਹੀਂ ਕਰ ਰਹੇ। ਆਪਣੇ ਕਾਰੋਬਾਰ ਲਈ ਕਰ ਰਹੇ ਹੋ, ਆਪਣੇ ਬੱਚਿਆਂ ਲਈ ਕਰ ਰਹੇ ਹੋ, ਆਪਣੇ ਪਰਿਵਾਰ ਦੇ ਲਈ ਕਰ ਰਹੇ ਹੋ, ਲੇਕਿਨ ਪਰਮੇਸ਼ਵਰ ਦੇ ਲਈ ਤੁਸੀਂ ਕੁਝ ਵੀ ਨਹੀਂ ਕਰ ਰਹੇ। ਜਦ ਕਿ ਪਰਮੇਸ਼ਵਰ ਕੀ ਹੈ? ਉਹ ਤਾਂ ਇਨਸਾਨ ਨੂੰ ਕੰਮ ਦਾ ਕੀ ਦੇਣਗੇ? ਬਦਲਾ ਦੇਣਗੇ। ਹੁਣ ਤੁਸੀਂ ਕਿਹੜੇ ਕੰਮ ਦੇ ਵਿੱਚ ਜ਼ਿਆਦਾ ਵਫਾਦਾਰ ਹੋਏ ਪਏ ਹੋ? ਆਪਣੇ ਕੰਮ ਦੇ ਲਈ ਜਾਂ ਪਰਮੇਸ਼ਵਰ ਦੇ ਕੰਮ ਦੇ ਲਈ? ਆਪਣੇ ਕੰਮ ਦੇ ਲਈ ਤਾਂ 8-8 ਘੰਟੇ, 12-12 ਘੰਟੇ, 14-14 ਘੰਟੇ ਕੰਮ ਕਰਦੇ ਹੋ, ਲੇਕਿਨ ਪਰਮੇਸ਼ਵਰ ਦੇ ਕੰਮ ਦੇ ਲਈ 2 ਘੰਟੇ 24 ਮਿੰਟ ਵੀ ਕੱਢਣੇ ਬਹੁਤ ਔਖੇ ਹੋਏ ਪਏ ਨੇ। ਤੇ ਇਨਸਾਨ ਆਪਣੇ ਕੰਮ ਦੇ ਲਈ 8 ਘੰਟੇ ਕਰਕੇ ਵੀ ਉਹਨੂੰ ਲੱਗਦਾ ਹੋਵੇ ਮਤਲਬ ਕਿ ਸਮਾਂ ਘੱਟ ਸੀਗਾ, ਅੱਜ ਮੇਰਾ ਕੰਮ ਬਾਕੀ ਰਹਿ ਗਿਆ। ਤੇ ਪਰਮੇਸ਼ਵਰ ਦੇ 2 ਘੰਟੇ 24 ਮਿੰਟ ਬੜਾ ਜ਼ਿਆਦਾ ਲੱਗਦੇ ਨੇ ਕਿ 2 ਘੰਟੇ 24 ਮਿੰਟ ਦਈਏ। ਆਪਣੇ ਕੰਮ ਦੇ ਲਈ ਇਨਸਾਨ ਨੂੰ 8 ਘੰਟੇ, 12 ਘੰਟੇ, 16 ਘੰਟੇ ਵੀ ਬਹੁਤ ਥੋੜੇ ਲੱਗਦੇ ਨੇ, ਲੇਕਿਨ ਪਰਮੇਸ਼ਵਰ ਦੇ ਕੰਮ ਦੇ ਲਈ ਇਸਨੂੰ 2 ਘੰਟੇ 24 ਮਿੰਟ ਵੀ ਬਹੁਤ ਜ਼ਿਆਦਾ ਲੱਗਦੇ ਨੇ। ਲੇਕਿਨ ਸਹੀ ਦੇ ਵਿੱਚ ਸਾਡੇ ਪਰਮੇਸ਼ਵਰ ਕਿਸੇ ਵੀ ਇਨਸਾਨ ਦੀ ਸੋਚ ਦੇ ਅਨੁਸਾਰ ਕੰਮ ਨਹੀਂ ਕਰਨ ਵਾਲੇ। ਹਾਲੇਲੂਇਆ। ਪਰਮੇਸ਼ਵਰ ਸੋਚ ਦੇ ਅਨੁਸਾਰ ਕੰਮ ਨਹੀਂ ਕਰਦੇ, ਲੇਕਿਨ ਪਰਮੇਸ਼ਵਰ ਤਾਂ ਕੰਮ ਦੇ ਅਨੁਸਾਰ ਨਿਆਂ ਕਰਨਗੇ। ਤੁਸੀਂ ਕੀ ਸੋਚਦੇ ਹੋ? ਤੁਸੀਂ ਕਿਵੇਂ ਸੋਚਦੇ ਹੋ? ਕਿੰਨਾ ਸੋਚਦੇ ਹੋ? ਪਰਮੇਸ਼ਵਰ ਨੂੰ ਕੋਈ ਵੀ ਫਰਕ ਨਹੀਂ ਪੈਂਦਾ। ਤੁਸੀਂ ਕੀ ਕਰ ਰਹੇ ਹੋ? ਪਰਮੇਸ਼ਵਰ ਨੇ ਉਸ ਗੱਲ ਦੇ ਵਿੱਚ ਇੰਟਰਸਟ ਹੈ ਕਿ ਤੁਸੀਂ ਕੀ ਕਰ ਰਹੇ ਹੋ, ਕਿਉਂਕਿ ਜੋ ਯਹੂਦਾ ਇਸਕਰਿਓਤੀ ਸੀਗਾ, ਉਸਨੇ ਕੀ ਕਰਿਆ ਸੀਗਾ? ਉਸਨੇ ਪ੍ਰਭੂ ਯਿਸੂ ਮਸੀਹ ਨੂੰ ਪਕੜਵਾਇਆ ਸੀਗਾ। ਕਾਹਦੇ ਲਈ ਪਕੜਾਇਆ ਸੀਗਾ? ਕਿਉਂਕਿ ਯਹੂਦਾ ਇਸਕਰਿਓਤੀ ਦਾ ਮੰਨਣਾ ਸੀਗਾ, ਉਹਦੀ ਸੋਚ ਸੀਗੀ, ਕੀ ਸੋਚ ਸੀਗੀ? ਕਿ ਪ੍ਰਭੂ ਯਿਸੂ ਮਸੀਹ ਨੂੰ ਇਹ ਲੋਕ ਰਾਜਾ ਬਣਾ ਦੇਣਗੇ, ਔਰ ਜਦੋਂ ਯਿਸੂ ਮਸੀਹ ਰਾਜਾ ਬਣ ਗਏ ਤੇ ਆਪਣੇ ਲੋਕਾਂ ਨੂੰ ਆਜ਼ਾਦ ਕਰ ਦੇਵੇਗਾ। ਉਹਦੀ ਸੋਚ ਸੀਗੀ, ਲੇਕਿਨ ਕੰਮ ਕੈਸਾ ਹੋਇਆ? ਉਹਦਾ ਕੰਮ ਗਲਤ ਹੋਇਆ, ਔਰ ਉਹਦੇ ਕਰਕੇ ਉਹਨੂੰ ਕੀ ਹੈ? ਉਸ ਨੂੰ ਆਤਮ ਹੱਤਿਆ ਕਰਨੀ ਪਈ। ਲੇਕਿਨ ਦੇਖੋ ਪਰਮੇਸ਼ਵਰ ਕਦੇ ਵੀ ਕਿਸੇ ਇਨਸਾਨ ਦੀ ਸੋਚ ਦੇ ਅਨੁਸਾਰ ਨਹੀਂ, ਉਹ ਤਾਂ ਕੰਮ ਦੇ ਅਨੁਸਾਰ ਨਿਆਂ ਕਰਨ ਵਾਲੇ ਨੇ। ਔਰ ਜੋ ਵਚਨ ਪੜ੍ਹਿਆ ਅੱਜ ਆਪਾਂ ਕੀ ਪੜ੍ਹਿਆ ਸੀਗਾ? ਕਿੰਨਾ? 1 ਤੋਂ ਲੈ ਕੇ 15 ਤੱਕ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ ਕਿ ਪਰਮੇਸ਼ਵਰ ਸਾਨੂੰ ਕੀ ਸਿਖਾਉਣ ਵਾਲੇ ਨੇ। ਹੁਣ ਦੇਖੋ ਆਪਾਂ ਸਾਰੇ ਜਾਣਦੇ ਹਾਂ ਕਿ ਉਤਪਤ 3 ਅਧਿਆਇ ਦੇ ਵਿੱਚ ਕੌਣ ਸੀਗਾ? ਕੀ ਸੀਗਾ ਉੱਥੇ? ਆਦਮ ਹਵਾ। ਆਦਮ ਹਵਾ ਕਿੱਥੇ ਸੀਗੇ? ਅਦਨ ਬਾਗ ਦੇ ਵਿੱਚ। ਅਦਨ ਬਾਗ ਦੇ ਵਿੱਚ ਸੀਗਾ ਆਦਮ ਹਵਾ। ਤਾਂ ਉੱਥੇ ਕੀ ਹੋਇਆ? ਪਰਮੇਸ਼ਵਰ ਨੇ ਸਭ ਕੁਝ ਬਣਾਇਆ ਸੀਗਾ, ਉੱਥੇ ਸਾਰੇ ਫਲ ਸੀਗੇ ਉੱਥੇ, ਔਰ ਇੱਕ ਦਰਖਤ ਉੱਥੇ ਪਰਮੇਸ਼ਵਰ ਨੇ ਲਗਾਇਆ ਸੀਗਾ। ਕਿਹੜਾ ਦਰਖਤ ਸੀਗਾ ਉਹ? ਭਲੇ ਔਰ ਬੁਰੇ ਦਾ ਦਰਖਤ, ਜਿਸ ਨੂੰ ਬਾਈਬਲ ਦੇ ਵਿੱਚ ਨਾਮ ਦਿੱਤਾ ਗਿਆ ਹੈਗਾ। ਪਰਮੇਸ਼ਵਰ ਨੇ ਕੀ ਕਿਹਾ ਸੀਗਾ ਆਦਮ ਤੇ ਹਵਾ ਨੂੰ? ਕਿ ਤੁਸੀਂ ਸਾਰੇ ਫਲ ਖਾਇਓ। ਹਾਲੇਲੂਇਆ। ਸਾਰੇ ਫਲ ਖਾਇਓ, ਲੇਕਿਨ ਜੋ ਭਲੇ ਤੇ ਬੁਰੇ ਦਾ ਦਰਖਤ ਹੈ ਉਹਦਾ ਫਲ ਤੁਸੀਂ ਨਹੀਂ ਖਾਣਾ। ਜੋ ਤੁਸੀਂ ਖਾਓਗੇ ਫਿਰ ਕੀ ਹੋ ਜਾਓਗੇ? ਤੁਸੀਂ ਮਰ ਜਾਓਗੇ। ਇਹ ਗੱਲ ਕਿਹਨੂੰ ਕਹੀ ਸੀਗੀ? ਆਦਮ ਤੇ ਹਵਾ ਨੂੰ। ਇਹ ਗੱਲ ਨੂੰ ਕੌਣ ਜਾਣਦਾ ਸੀਗਾ? ਆਦਮ ਹਵਾ ਜਾਣਦੇ ਸੀ ਜਾਂ ਨਹੀਂ ਜਾਣਦੇ ਸੀਗੇ? ਜਾਣਦੇ ਸੀਗੇ। ਕਿਵੇਂ ਪਤਾ? ਕਿਵੇਂ ਪਤਾ ਇਹਨਾਂ ਨੂੰ? ਕਿ ਜਦੋਂ ਸ਼ੈਤਾਨ ਆਦਮ ਦੇ ਕੋਲ ਗਿਆ ਪਹਿਲਾਂ, ਉਸਨੇ ਨਹੀਂ ਖਾਧਾ। ਹਵਾ ਦੇ ਕੋਲ ਗਿਆ, ਹਵਾ ਨਾਲ ਗੱਲਬਾਤ ਕਰੀ। ਹਵਾ ਕੀ ਕਹਿੰਦੀ? ਕਿ ਪਰਮੇਸ਼ਵਰ ਨੇ ਕਿਹਾਗਾ ਕਿ ਜਿਸ ਦਿਨ ਖਾਓਗੇ ਉਸ ਦਿਨ ਮਰੋਗੇ। ਇਹਦਾ ਮਤਲਬ ਜੇ ਨਹੀਂ ਖਾਂਦੇ ਫਿਰ ਮਰਦੇ ਵੀ ਨਹੀਂ। ਅੱਜ ਤਕਰੀਬਨ ਇਸ ਗੱਲ ਨੂੰ 6000 ਸਾਲ ਹੋ ਚੁੱਕੇ ਨੇ। ਇਸ ਗੱਲ ਨੂੰ ਤਕਰੀਬਨ 6000 ਸਾਲ ਹੋ ਚੁੱਕੇ ਨੇ। ਅਗਰ ਆਦਮ ਹਵਾ ਅੱਜ ਤੱਕ ਫਲ ਨਾ ਖਾਂਦੇ ਤਾਂ ਕੀ ਇਹਨਾਂ ਨੂੰ ਸਜ਼ਾ ਮਿਲਦੀ? ਨਹੀਂ ਮਿਲਦੀ। ਕੀ ਆਦਮ ਹਵਾ ਮਰ ਜਾਂਦੇ? ਨਹੀਂ ਮਰਦੇ ਸੀਗੇ। ਲੇਕਿਨ ਇੱਕ ਜਣਾ ਹੋਰ ਵੀ ਸੀਗਾ ਕਿ ਜੋ ਇਹ ਗੱਲ ਨੂੰ ਜਾਣਦਾ ਸੀਗਾ। ਉਹ ਕੌਣ ਸੀਗਾ? ਸ਼ੈਤਾਨ। ਚਲੋ ਸ਼ੈਤਾਨ ਬਾਰੇ ਤਾਂ ਸਾਰੇ ਜਾਣਦੇ ਨੇ, ਬੜੇ ਖੁਸ਼ ਹੋ ਕੇ ਬੋਲਦੇ ਹੋ, ਹਨਾ? ਬੜੇ ਖੁਸ਼ ਹੋ ਕੇ ਸਾਰਿਆਂ ਦੇ ਉੱਪਰ ਚਿਹਰੇ ਦੇ ਉੱਪਰ ਰੌਣਕ ਆ ਗਈ। ਅੱਛਾ, ਗਲਤੀ ਕਿਹਨੇ ਕਰੀ ਸੀਗੀ?
ਗਲਤੀ ਕਿਹਨੇ ਕਰੀ ਸੀਗੀ? ਸਾਰੇ ਬੋਲੋ, ਕੋਈ ਬਾਤ ਨਹੀਂ। ਸਤਾਨ ਨੇ ਗਲਤੀ ਕਿਹਨੇ ਕਰੀ ਸੀਗੀ? ਸਾਰੇ ਇੱਕ ਮਨ ਹੋ ਕੇ ਬੋਲਿਆ ਕਰੋ ਨਾ, ਬਾਈਬਲ ਦੇ ਵਿੱਚ ਲਿਖਿਆ ਵੀ ਇੱਕ ਮਨ ਹੋਵੋ। ਕੋਈ ਤੁਸੀਂ ਕੀ ਕਹਿੰਦੇ, ਤੁਸੀਂ ਕੀ ਕਹਿੰਦੇ ਹੋ? ਗਲਤੀ ਕਿਹਨੇ ਕਰੀ ਸੀਗੀ? ਕਿਹਨੇ ਕਰੀ ਸੀਗੀ? ਕੀ ਗਲਤੀ ਕਰੀ ਸੀ ਉਹਨੇ? ਫਲ ਖਾਧਾ। ਕੀ ਗਲਤੀ ਕਰੀ ਸੀਗੀ? ਫਲ ਖਾਧਾ। ਵਾਕਈ ਹਵਾ ਨੇ ਗਲਤੀ ਕਰੀ ਸੀਗੀ? ਗਲਤੀ ਕਿਹਨੇ ਕਰੀ ਸੀਗੀ? ਹਾਂ? ਆਪਣੇ ਕਰਵਾਈ ਸੀ ਗਲਤੀ ਉਹ ਕੀਤੀ। ਸਹੀ ਵਿੱਚ ਗਲਤੀ ਸ਼ੈਤਾਨ ਨੇ ਕਰੀ ਸੀਗੀ। ਗੱਲ ਬਹੁਤ ਧਿਆਨ ਨਾਲ ਸੁਣਿਓ। ਜਦੋਂ ਆਦਮ ਤੇ ਹਵਾ ਨੇ ਫਲ ਖਾਧਾ, ਆਦਮ ਤੇ ਹਵਾ ਨੇ ਫਲ ਖਾਧਾ, ਆਪਾਂ ਨੂੰ ਪਤਾ ਹੈਗਾ ਕਿ ਕੀ ਹੋਇਆ ਉੱਥੇ। ਪਰਮੇਸ਼ਵਰ ਨੇ ਪੁੱਛਿਆ, ਪਰਮੇਸ਼ਵਰ ਨੇ ਜਦੋਂ ਆਦਮ ਨੂੰ ਪੁੱਛਿਆ, ਆਦਮ ਕਹਿੰਦਾ ਮੈਨੂੰ ਔਰਤ ਨੇ ਖਵਾਤਾ, ਔਰਤ ਨੇ ਕਹਿੰਦਾ ਮੈਨੂੰ ਸੱਪ ਨੇ ਖਵਾਤਾ। ਦੇਖੋ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਜਦੋਂ ਇਹਨਾਂ ਨੇ ਫਲ ਖਾ ਲਿਆ, ਪਰਮੇਸ਼ਵਰ ਦੀ ਆਗਿਆ ਨੂੰ ਤੋੜ ਦਿੱਤਾ। ਹੁਣ ਬਚਨ ਸਮਝ ਆਏਗਾ ਸਾਰਿਆਂ ਨੂੰ ਹੀ ਕਿ ਜਦੋਂ ਇਹਨਾਂ ਨੇ ਫਲ ਖਾ ਲਿਆ, ਫਿਰ ਪਰਮੇਸ਼ਵਰ ਨੇ ਕੀ ਕਿਹਾ ਸੀਗਾ ਔਰਤ ਨੂੰ? ਸ਼ਰਾਬ ਦਿੱਤਾ ਸੀਗਾ ਫਿਰ ਉਹਨੂੰ। ਕੀ ਕਿਹਾ ਸੀਗਾ? ਬੋਲੋ ਤਾਂ ਸਹੀ। ਚਲੋ ਪੜ੍ਹ ਕੇ ਦੇਖੋ, ਜਾਂ ਤੂੰ ਬੱਚਾ ਜਨੇਗੀ ਤੇਰੇ ਪਿੰਡਾਂ ਹੋਣਗੀਆਂ। ਪੜੋ 3 ਦੀ 16 ਪੜੋ। ਉਸਨੇ ਤੀਵੀ ਨੂੰ ਆਖਿਆ ਹਾਂ। ਕਿ ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ, ਹਾਂ। ਪੀੜ ਨਾਲ ਤੂੰ ਬੱਚੇ ਜਣੇਗੀ ਹਾਂ। ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ। ਹਾਂ, ਉਹ ਤੇਰੇ ਉੱਪਰ ਹੁਕਮ ਚਲਾਵੇਗਾ। ਇਹ ਕਦੋਂ ਹੋਇਆ? ਜਦੋਂ ਫਲ ਖਾਧਾ। ਗੱਲ ਬਹੁਤ ਧਿਆਨ ਨਾਲ ਸੁਣਿਓ। ਜਦੋਂ ਫਲ ਖਾਧਾ, ਫਿਰ ਜੀਵਨ ਦੇ ਵਿੱਚ ਐਸਾ ਹੋਇਆ ਨਾ, ਫਿਰ ਇਹ ਇਨਸਾਨ ਦੇ ਲਈ ਕੀ ਲਿਖਿਆ ਹੈ? ਆਦਮੀ ਲਈ 17। ਫਿਰ ਉਸਨੇ ਆਦਮੀ ਨੂੰ ਆਖਿਆ ਕਿ ਇਸ ਲਈ ਕਿ ਤੂੰ ਆਪਣੀ ਤੀਵੀਂ ਦੀ ਗੱਲ ਸੁਣੀ ਅਤੇ ਉਸ ਬ੍ਰਿਛ ਤੋਂ ਖਾਧਾ, ਹਾਂ। ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਹੂੰ। ਕਿ ਉਸ ਤੋਂ ਨਾ ਖਾਈ, ਹੂੰ। ਸੋ ਜ਼ਮੀਨ ਤੇਰੇ ਕਾਰਨ ਸ਼ਰਾਪਤ ਹੋਈ। ਤੂੰ ਆਪਣੇ ਜੀਵਨ ਦੇ ਸਾਰੇ ਦਿਨ ਉਸ ਤੋਂ ਦੁੱਖ ਨਾਲ ਖਾਵੇਂਗਾ। 18 ਪੜ੍ਹ ਦੋ। ਉਹ ਕੰਡੇ ਅਤੇ ਕੰਡਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ। ਸਾਰੇ ਬੋਲੋ ਹਾਲੇਲੂਇਆ। ਹੁਣ ਦੇਖੋ, ਇਹ ਇਹਨਾਂ ਦੇ ਜੀਵਨ ਵਿੱਚ ਜਦੋਂ ਦੁੱਖ ਆਇਆਗਾ, ਜਦੋਂ ਸ਼ਰਾਪ ਆਇਆਗਾ, ਇਹ ਕਦੋਂ ਆਇਆ? ਜਾਂ ਫਲ ਖਾਦਾ। ਜਦੋਂ ਫਲ ਖਾਧਾ, ਉਸ ਤੋਂ ਪਹਿਲਾਂ ਕੋਈ ਦੁੱਖ ਨਹੀਂ ਸੀਗਾ। ਉਸ ਤੋਂ ਪਹਿਲਾਂ ਕੋਈ ਵੀ ਨਾ ਜੀਵਨ ਦੇ ਵਿੱਚ ਸ਼ਰਾਪ ਨਹੀਂ ਸੀਗਾ। ਲੇਕਿਨ ਜਦੋਂ ਫਲ ਖਾਧਾ, ਉਦੋਂ ਆਇਆ। ਹੁਣ ਸੋਚਣ ਵਾਲੀ ਗੱਲ ਹੈ, ਹੁਣ ਸੋਚਣ ਵਾਲੀ ਗੱਲ ਹੈ ਕਿ ਫਲ ਖਾਧਾ ਕਿਹਨੇ? ਹਵਾ ਨੇ। ਫਲ ਹਵਾ ਨੇ ਖਾਧਾ। ਗਲਤੀ ਕਿਹਨੇ ਕਰੀ? ਹਵਾ ਨੇ ਗਲਤੀ ਕਰੀ। ਹਾਂ, ਜ਼ਿਆਦਾਤਰ ਆਪਾਂ ਨੂੰ ਦੇਖਦੇ ਗਲਤੀ ਕਿਹਨੇ ਕਰੀ ਸੀਗੀ? ਹਵਾ ਨੇ। ਕਿਉਂਕਿ ਹਵਾ ਵੀ ਜਾਣਦੀ ਸੀਗੀ ਕਿ ਫਲ ਨਹੀਂ ਖਾਣਾ। ਆਦਮਾ ਵੀ ਜਾਣਦਾ ਸੀਗਾ ਫਲ ਨਹੀਂ ਖਾਣਾ। ਕੀ ਸ਼ੈਤਾਨ ਨਹੀਂ ਜਾਣਦਾ ਸੀਗਾ? ਸ਼ੈਤਾਨ ਤਾਂ ਜਾਣਦਾ ਸੀਗਾ। ਸ਼ੈਤਾਨ ਚੰਗੀ ਤਰ੍ਹਾਂ ਜਾਣਦਾ ਸੀਗਾ ਕਿ ਪਰਮੇਸ਼ਵਰ ਨੇ ਇਹਨਾਂ ਨੂੰ ਆਗਿਆ ਦਿੱਤੀ ਹੈ। ਪਰ ਆ ਕੇ ਗੱਲ ਕਿਵੇਂ ਕਰ ਰਿਹਾ ਹੈਗਾ ਕਿ ਪਰਮੇਸ਼ਵਰ ਨੇ ਤੁਹਾਨੂੰ ਸਾਰੇ ਫਲ ਖਾਣ ਤੋਂ ਮਨਾ ਕੀਤਾ ਹੈਗਾ। ਬਾਈਬਲ ਵਿੱਚ ਲਿਖਿਆ ਹੈਗਾ, ਇੱਕ ਵਾਰ ਪੜ੍ਹੋ ਵਚਨ ਨੂੰ, ਉਤਪਤ 3 ਦੇ ਆਏ ਉਹਦਾ 3 ਸ਼ੁਰੂਆਤ ਪੜ੍ਹੋ। ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ ਚਾਤਰ ਸੀ, ਅਤੇ ਉਸਨੇ ਉਸ ਤੀਵੀ ਨੂੰ ਆਖਿਆ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਵਿੱਚ ਤੋਂ ਤੁਸੀਂ ਨਾ ਖਾਓ। ਦੇਖੋ, ਚੰਗੀ ਤਰ੍ਹਾਂ ਜਾਣਦਾ ਸੀ ਸੱਪ ਵੀ ਕਿ ਫਲ ਨਹੀਂ ਖਾਣਾ। ਫਿਰ ਦੇਖੋ ਕੀ ਹੈ ਆਗੇ ਕਹਿੰਦਾ ਹੈਗਾ ਕਿ ਪਰਮੇਸ਼ਵਰ ਨੇ ਸੱਚ ਨੂੰ ਮਨਾ ਕਰਿਆਗਾ ਕਿ ਕਿਸੇ ਬਿਰਖ ਤੋਂ ਨਾ ਖਾਇਓ। ਇਹਦਾ ਮਤਲਬ ਜਾਣਦਾ ਸੀਗਾ ਚੰਗੀ ਤਰ੍ਹਾਂ। ਜਾਣਨ ਤੋਂ ਬਾਅਦ ਇੱਕ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਚਲੋ ਹਵਾ ਨੇ ਗਲਤੀ ਕਰੀ, ਆਦਮ ਨੇ ਗਲਤੀ ਕਰੀ, ਦੋਹਾਂ ਦੀ ਗਲਤੀ ਨਜ਼ਰ ਆਉਂਦੀ ਹੈ। ਲੇਕਿਨ ਗਲਤੀ ਤਾਂ ਸ਼ੈਤਾਨ ਨੇ ਵੀ ਕਰੀ। ਗਲਤੀ ਤਾਂ ਸ਼ੈਤਾਨ ਨੇ ਵੀ ਕਰੀ। ਔਰ ਗਲਤੀ ਕੀ ਕਰੀ ਸ਼ੈਤਾਨ ਨੇ, ਆਪਾਂ ਉਹਦੇ ਪਰ ਦੇਖਦੇ ਹਾਂ। ਉਤਪਤ 3 ਦੇ ਆਏ, ਉਹਦਾ 14 ਵਚਨ ਪੜੋ। ਫਿਰ ਯਹੋਵਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ, ਹਾਂ। ਭਈ ਇਸ ਲਈ ਕਿ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸ਼ਰਾਪੀ ਹੈ। ਹਾਂ। ਤੂੰ ਆਪਣੇ ਢਿੱਡ ਭਰ ਤੁਰੇਂਗਾ ਹੂੰ। ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਂਗਾ। ਅੱਗੇ ਪੜੋ 15। ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਦੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹਦੀ ਹੱਡੀ ਨੂੰ ਡੰਕ ਮਾਰੇਗਾ। ਦੇਖੋ ਕੀ ਲਿਖਿਆ ਪਰਮੇਸ਼ਵਰ ਦੇ ਵਚਨ ਦੇ ਵਿੱਚ। ਪਰਮੇਸ਼ਵਰ ਨੇ ਕੀ ਕਿਹਾ ਹੈਗਾ 14 ਦੇ ਵਿੱਚ, ਫਿਰ ਯਹੋਵਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ ਕਿ ਤੈਂ ਇਹ ਕੀਤਾਗਾ। ਕੀ ਕੀਤਾਗਾ? ਤੈਂ ਕੀ ਕਰਿਆਗਾ? ਹਾਲੇਲੂਇਆ, ਹਾਲੇਲੂਇਆ। ਕੀ ਕਰਿਆਗਾ? ਬੋਲੋ ਤੇ ਸਾਰੇ। ਫਲ ਖਵਾਇਆਗਾ। ਤੈਂ ਫਲ ਖਵਾਇਆਗਾ। ਫਿਰ ਕੀ ਹੈ ਤੇਰੇ ਜੀਵਨ ਦੇ ਵਿੱਚ ਹੁਣ ਇਹ ਹੋਏਗਾ। ਕੀ ਹੋਵੇਗਾ?
ਤੂੰ ਢਿੱਡ ਦੇ ਭਾਰ ਚੱਲੇਗਾ, ਤੂੰ ਮਿੱਟੀ ਖਾਇਆ ਕਰੇਗਾ। ਇਹਦਾ ਮਤਲਬ ਜੇ ਸ਼ੈਤਾਨ ਉਦੋਂ ਫਲ ਨਾ ਖਵਾਉਂਦਾ, ਕੀ ਸ਼ੈਤਾਨ ਦੇ ਜੀਵਨ ਦੇ ਵਿੱਚ ਇਹ ਸਮੱਸਿਆ ਆਉਂਦੀ? ਨਹੀਂ ਹੋਣਾ, ਕੀ ਪਰਮੇਸ਼ਵਰ ਹੁਣ ਕੁਝ ਕਹਿੰਦਾ? ਨਹੀਂ ਗਿਆ। ਪਰਮੇਸ਼ਵਰ ਨਿਆਂ ਕਦੋਂ ਕਰਦੇ ਨੇ? ਉਹਦਾ ਕੰਮ ਦੇ ਅਨੁਸਾਰ ਕਰਦੇ ਨੇ। ਹਾਲੇਲੂਇਆ। ਸਮਝ ਆਈ ਜਾਂ ਨਹੀਂ ਆਈ? ਇੱਕ ਵਾਰ ਫਿਰ ਪੜੋ 14। ਫਿਰ ਯਹੋਵਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ, ਭਈ ਇਸ ਲਈ ਕਿ ਤੂੰ ਇਹ ਕੀਤਾ, ਹਾਂ ਦੇਖੋ, ਇਸ ਲਈ ਤੂੰ ਇਹ ਕੀਤਾ, ਹਾਂ ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸ਼ਰਾਪੀ ਹੈ। ਤੂੰ ਸਾਰੇ ਡੰਗਰਾਂ ਨਾਲੋਂ ਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈ। ਤੂੰ ਕੀ ਹੈ? ਸਾਰੇ ਜਾਨਵਰਾਂ ਨਾਲੋਂ ਕੀ ਹੈ? ਸਰਾਪੀ ਹੈ। ਫਿਰ ਪੜੋ ਜੇ ਅੱਗੇ। ਤੂੰ ਆਪਣੇ ਢਿੱਡ ਭਰ ਤੁਰੇਗਾ ਹੂੰ। ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਗਾ। ਤੂੰ ਆਪਣੇ ਢਿੱਡ ਦੇ ਭਾਰ ਚੱਲੇਗਾ, ਤੂੰ ਆਪਣੇ ਸਾਰੇ ਦਿਨ ਮਿੱਟੀ ਖਾਇਆ ਕਰੇਗਾ। ਹੁਣ ਇਹਨੂੰ ਉਲਟਾ ਕਰਕੇ ਪੜੋ, ਕੋਈ 14 ਨੂੰ ਉਲਟਾ ਕਰਕੇ ਕੋਈ ਪੜ ਸਕਦਾ ਧਿਆਨ ਦੇ ਨਾਲ, ਜੇ ਕਿਸੇ ਨੂੰ ਸਮਝ ਆਈ ਹੋਵੇ। ਜੇ ਤੂੰ ਕੋਈ ਆਪਣੇ ਹਾਂ ਇੱਕ ਮਿੰਟ, ਜੇ ਕਿਸੇ ਨੂੰ ਸਮਝ ਆਈ ਹੈ ਵਚਨ ਕੋਈ ਵੀ ਹੈ, ਉਹ ਅਗਰ ਉਲਟਾ ਕਰਕੇ ਪੜੇ ਤਾਂ ਉਹਨੂੰ ਪਤਾ ਚੱਲ ਜਾਏਗਾ, ਜੇ ਕਿਸੇ ਨੂੰ ਸਮਝ ਆਈ ਹੈ। ਸਾਰੇ ਸਮਝਦਾਰ ਬੈਠੇ ਹੋ? ਸਾਰੇ ਸਮਝਦਾਰ ਬੈਠੇ ਹੋ? ਹਾਂ 14 ਨੂੰ ਉਲਟਾ ਕਰਕੇ ਪੜੋ। ਫਿਰ ਯਹੋਵਾ ਪਰਮੇਸ਼ਵਰ ਨੇ ਹਾਂ ਸੱਪ ਨੂੰ ਆਖਿਆ, ਹਾਂ ਭਈ ਤੂੰ ਇਸ ਲਈ ਹਾਂ। ਕਿ ਤੂੰ ਇਹ ਨਹੀਂ ਕੀਤਾ, ਹਾਂ ਨਹੀਂ ਤੂੰ ਇਹ ਨਾ ਕਰਦਾ, ਹਾਂ ਇਹ ਨਾ ਕਰਦਾ, ਭਈ ਤੂੰ ਨਾ ਕਰਦਾ, ਤੂੰ ਸਾਰੇ ਡੰਗਰਾਂ ਤੇ ਸਾਰੇ ਜੰਗਲੀ ਜਾਨਵਰਾਂ ਨਾਲ ਸ਼ਰਾਪੀ ਨਾ ਹੁੰਦਾ, ਹਾਂ ਤੂੰ ਆਪਣੇ ਢਿੱਡ ਭਾਰ ਨਾ ਤੁਰਦਾ ਹਾਂ। ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਨਾ ਖਾਇਆ ਕਰਦਾ। ਹਾਂ ਦੇਖੋ, ਅਗਰ ਨਾ ਕਰਦਾ, ਅਗਰ ਨਾ ਕਰਦਾ ਤੇ ਫਿਰ ਉਹਦੇ ਜੀਵਨ ਦੇ ਵਿੱਚ ਵੀ ਕੁਝ ਨਹੀਂ ਹੋਣ ਵਾਲਾ ਸੀਗਾ। ਹਾਲੇਲੂਇਆ। ਇਹਦਾ ਮਤਲਬ ਸਭ ਤੋਂ ਵੱਡੀ ਗਲਤੀ ਕਿਹਨੇ ਕਰੀ? ਸ਼ੈਤਾਨ ਨੇ ਕਰੀ। ਸਮਝਾਈ ਜਾਂ ਨਹੀਂ ਆਈ? ਸਭ ਤੋਂ ਵੱਡੀ ਗਲਤੀ ਕਿਹਨੇ ਕਰੀ? ਸ਼ੈਤਾਨ ਨੇ। ਆਦਮ ਹਵਾ ਨੂੰ ਤਾਂ ਪਤਾ ਹੀ ਸੀਗਾ ਕਿ ਫਲ ਨਹੀਂ ਖਾਣਾ। ਸ਼ੈਤਾਨ ਨੂੰ ਪਤਾ ਸੀਗਾ ਜੇ ਫਲ ਖਾ ਲਿਆ ਇਹ ਪਾਪ ਕਰ ਲੈਣਗੇ। ਇੱਥੇ ਦੇਖੋ, ਸ਼ੈਤਾਨ ਨੂੰ ਪਰਮੇਸ਼ਰ ਨੇ ਕੀ ਕਿਹਾ? ਫਿਰ ਯਹੋਵਾ ਪਰਮੇਸ਼ਰ ਨੇ ਸੱਪ ਨੂੰ ਆਖਿਆ ਕਿ ਤੈਂ ਇਹ ਕੀਤਾਗਾ, ਅਗਰ ਤੂੰ ਨਾ ਕਰਦਾ, ਨਾ ਤੂੰ ਢਿੱਡ ਦੇ ਭਾਰ ਚੱਲਦਾ, ਸੱਪ ਦੇ ਲਈ ਬੋਲ ਰਿਹਾਗਾ, ਨਾ ਤੂੰ ਸ਼ਰਾਪੀ ਹੁੰਦਾ ਤੇ ਨਾ ਤੂੰ ਮਿੱਟੀ ਖਾਇਆ ਕਰਦਾ। ਹੁਣ ਦੇਖੋ, ਜਦੋਂ ਇਹ ਗੱਲ ਕਿਹਦੇ ਉੱਪਰ ਆ ਗਈ? ਸ਼ੈਤਾਨ ਨੇ ਕੰਮ ਕੀਤਾ, ਔਰ ਉਸੇ ਟਾਈਮ ਤੋਂ ਸ਼ੈਤਾਨ ਔਰ ਪਰਮੇਸ਼ਰ ਦੇ ਵਿੱਚ ਕੀ ਹੋ ਗਈ? 15 ਪੜੋ। ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਦੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਦੇਖੋ ਕਦੋਂ ਹੋਇਆ? ਕਿ ਜਦੋਂ ਸ਼ੈਤਾਨ ਨੇ ਇਹ ਕੰਮ ਕੀਤਾ। ਜਦੋਂ ਸ਼ੈਤਾਨ ਦਾ ਇਹ ਕੰਮ ਸ਼ੁਰੂ ਹੋ ਗਿਆ ਸੀਗਾ, ਫਿਰ ਪਰਮੇਸ਼ਰ ਨੇ ਕੀ ਕਿਹਾ? ਕਿ ਤੇਰੇ ਵਿੱਚ ਤੇ ਤੀਵੀਂ ਦੀ ਸੰਤਾਨ ਵਿੱਚ, ਤੇਰੀ ਸੰਤਾਨ ਵਿੱਚ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਕੀ ਕਰਾਂਗਾ? ਮੈਂ ਵੈਰ ਪਾਵਾਂਗਾ। ਇਹਦਾ ਮਤਲਬ ਅਗਰ ਸ਼ੈਤਾਨ ਆਦਮ ਹਵਾ ਨੂੰ ਫਲ ਨਾ ਖਵਾਉਂਦਾ, ਆਦਮ ਹਵਾ ਕੀ ਰਹਿੰਦੇ? ਆਦਮ ਹਵਾ ਕੀ ਰਹਿੰਦੇ? ਉਹ ਤਾਂ ਪਵਿੱਤਰ ਰਹਿੰਦੇ। ਤੇ ਸ਼ੈਤਾਨ, ਉਹ ਵੀ ਠੀਕ ਰਹਿੰਦਾ ਸੀ। ਸ਼ੈਤਾਨ ਨੂੰ ਤਾਂ ਕੁਝ ਮਿਲਣਾ ਨਹੀਂ ਸੀਗਾ, ਸ਼ੈਤਾਨ ਨੂੰ ਤਾਂ ਕੁਝ ਕਰਨਾ ਹੀ ਨਹੀਂ ਸੀਗਾ। ਲੇਕਿਨ ਇਹ ਸਭ ਕੁਝ ਹੋਣ ਤੋਂ ਬਾਅਦ ਬਾਈਬਲ ਦੇ ਵਿੱਚ ਪੜਾਂਗੇ ਆਪਾਂ, ਪ੍ਰਕਾਸ਼ ਦੀ ਪੋਥੀ ਉਹਦਾ 20 ਦੇ ਪ੍ਰਕਾਸ਼ ਦੀ ਪੋਥੀ ਉਹਦਾ 20 ਦੇ ਉਹਦਾ 10 ਵਚਨ ਪੜੋ। ਅਤੇ ਸ਼ੈਤਾਨ ਜੇ ਨੇ ਉਹਨੂੰ ਪਰਮਾਇਆ ਸੀ, ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ, ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ, ਅਤੇ ਰਾਤ ਦਿਨ ਉਹ ਜੁਗੋ ਜੁਗ ਕਸ਼ਟ ਭੋਗਣਗੇ। ਦੇਖੋ, ਇਹ ਹੈ ਪ੍ਰਕਾਸ਼ ਦੀ ਪੋਥੀ ਦੇ ਵਿੱਚ ਜੋ ਆਉਣ ਵਾਲੇ ਸਮੇਂ ਬਾਰੇ ਪਰਮੇਸ਼ਰ ਨੇ ਲਿਖਾਇਆਗਾ। ਯਹੂਨਾ ਤੋਂ ਕੀ ਲਿਖਿਆਗਾ? ਕਿ ਸ਼ੈਤਾਨ ਕਿੱਥੇ ਸੁੱਟਿਆ ਗਿਆ? ਗੰਧਕ ਦੀ ਝੀਲ ਦੇ ਵਿੱਚ, ਅੱਗ ਤੇ ਗੰਧਕ ਦੀ ਝੀਲ ਦੇ ਵਿੱਚ ਸੁੱਟਿਆ ਗਿਆ। ਇਹਦਾ ਮਤਲਬ ਕਿ ਇਹ ਸੁੱਟਿਆ ਕਿਉਂ ਗਿਆ? ਕਿਉਂਕਿ ਜਦੋਂ ਆਪਣੇ ਸ਼ੈਤਾਨ ਨੇ ਗਲਤੀ ਕਰੀ। ਅਗਰ ਸ਼ੈਤਾਨ ਗਲਤੀ ਨਾ ਕਰਦਾ, ਅਗਰ ਸ਼ੈਤਾਨ ਹਵਾ ਤੇ ਆਦਮ ਨੂੰ ਨਾ ਫਲ ਖਵਾਉਂਦਾ, ਮਤਲਬ ਅਗਰ ਸ਼ੈਤਾਨ ਨੇ ਵੀ ਪਾਪ ਕੀਤਾਗਾ ਤਾਂ ਪਾਪ ਕਿੱਥੇ ਕੀਤਾ ਸ਼ੈਤਾਨ ਨੇ? ਇਹ ਅਦਨ ਬਾਗ ਦੇ ਵਿੱਚ ਕੀਤਾਗਾ। ਕਿਹੜਾ ਪਾਪ ਕੀਤਾਗਾ? ਉਸਨੇ ਆਦਮ ਤੇ ਹਵਾ ਨੂੰ ਫਲ ਖਵਾਇਆਗਾ। ਉਸ ਤੋਂ ਬਾਅਦ ਹੀ ਪਰਮੇਸ਼ਵਰ ਨੇ ਇਹ ਗੱਲ ਬੋਲੀ ਹੈ ਕਿ ਮੈਂ ਤੇਰੇ ਵਿੱਚ ਤੇ ਤੀਵੀਂ ਵਿੱਚ, ਤੀਵੀਂ ਦੀ ਸੰਤਾਨ ਵਿੱਚ ਤੇ ਤੇਰੀ ਸੰਤਾਨ ਦੇ ਵਿੱਚ ਮੈਂ ਵੈਰ ਪਾਵਾਂਗਾ। ਅਗਰ ਸ਼ੈਤਾਨ ਫਲ ਹੀ ਨਾ ਖਵਾਉਂਦਾ, ਕੀ ਗੱਲ ਪਰਮੇਸ਼ਰ ਬੋਲਣ ਵਾਲੇ ਸੀਗੇ? ਨਹੀਂ ਬੋਲਣ ਵਾਲੇ ਸੀਗੇ। ਕੀ ਪਰਮੇਸ਼ਰ ਕਹਿੰਦੇ ਤੂੰ ਸ਼ਰਾਪੀ ਹੈ? ਨਹੀਂ ਕਹਿੰਦੇ ਸੀ ਪਰਮੇਸ਼ਰ। ਲੇਕਿਨ ਕਦੋਂ ਹੋਇਆ? ਕਿ ਜਦੋਂ ਸ਼ੈਤਾਨ ਨੇ ਇਹ ਕੰਮ ਕੀਤਾਗਾ।
ਪਰਮੇਸ਼ਰ ਦੇ ਵਚਨ ਦੇ ਸਾਫ਼ ਲਿਖਿਆ 14 ਵਿੱਚ ਤੈਂ ਇਹ ਕੀਤਾਗਾ, ਮਤਲਬ ਤੈਂ ਇਹ ਕੀਤਾਗਾ, ਤੈਨੂੰ ਇਹਦੀ ਸਜ਼ਾ ਮਿਲੇਗੀ। ਹੁਣ ਦੇਖੋ ਕਿ ਸ਼ੈਤਾਨ ਹੈ ਜੋ, ਇਸ ਨੂੰ ਸਜ਼ਾ ਕਦੋਂ ਮਿਲੀ, ਮਤਲਬ ਇਹਦੇ ਲਈ ਸਜ਼ਾ ਕਦੋਂ ਠਹਿਰਾ ਦਿੱਤੀ ਪਰਮੇਸ਼ਰ ਨੇ? ਇਹਦੇ ਲਈ ਸਜ਼ਾ ਪਰਮੇਸ਼ਰ ਨੇ ਉਦੋਂ ਠਹਿਰਾਈ ਜਦੋਂ ਇਸਨੇ ਉਹ ਗਲਤੀ ਕੀਤੀ, ਮਤਲਬ ਜਦੋਂ ਇਹਨੇ ਕੰਮ ਕੀਤਾਗਾ। ਮਤਲਬ ਪਰਮੇਸ਼ਰ ਕੀ ਕਰਦੇ ਨੇ? ਕੰਮ ਦੇ ਅਨੁਸਾਰ ਨਿਆਂ ਕਰਨਗੇ। ਦੇਖੋ ਅਗਰ ਸ਼ੈਤਾਨ ਕੋਈ ਵੀ ਮਤਲਬ ਇਹ ਕੰਮ ਨਾ ਕਰਦਾ, ਸ਼ੈਤਾਨ ਪਰਮੇਸ਼ਰ ਦੇ ਸਾਹਮਣੇ ਚਲਾ ਜਾਂਦਾ, ਪਰਮੇਸ਼ਰ ਸ਼ੈਤਾਨ ਨੂੰ ਕੁਝ ਕਹਿਣ ਵਾਲੇ ਸੀਗੇ? ਪਰਮੇਸ਼ਰ ਸਾਡੇ ਬੇਨਿਆਈ ਪਰਮੇਸ਼ਰ ਨੇ, ਪਰਮੇਸ਼ਰ ਦਾ ਨਿਆਂ ਕਰਨ ਵਾਲੇ ਨੇ। ਸ਼ੈਤਾਨ ਪਰਮੇਸ਼ਰ ਦੇ ਸਾਹਮਣੇ ਤੁਰਦਾ ਫਿਰਦਾ, ਸ਼ੈਤਾਨ ਆਦਮ ਹਵਾ ਨਾਲ ਗੱਲਾਂ ਬਾਤਾਂ ਕਰਦਾ, ਕੁਝ ਵੀ ਨਹੀਂ ਹੁੰਦਾ ਸੀਗਾ। ਲੇਕਿਨ ਪਰਮੇਸ਼ਰ ਕੰਮ ਕਦੋਂ, ਨਿਆਂ ਕਦੋਂ ਕਰਦੇ? ਉਹਦਾ ਕੰਮ ਦੇ ਅਨੁਸਾਰ। ਸ਼ੈਤਾਨ ਨੇ ਕੋਈ ਗਲਤ ਕਰਿਆ ਨਹੀਂ ਸੀ ਹਾਲੇ ਤੱਕ ਆਦਮ ਬਾਗ ਦੇ ਵਿੱਚ। ਜਿੰਨਾ ਚਿਰ ਸ਼ੈਤਾਨ ਨੇ ਕੁਝ ਕਰਿਆ ਨਹੀਂ ਸੀਗਾ, ਉਹਨਾਂ ਚਿਰ ਸ਼ੈਤਾਨ ਵਾਸਤੇ ਅੱਗ ਦੀ ਝੀਲ ਵੀ ਨਹੀਂ ਸੀਗੀ। ਹਾਲੇਲੂਇਆ, ਹਾਲੇਲੂਇਆ। ਥੋੜੀ ਗੱਲ ਭਾਰੀ ਲੱਗਦੀ ਹੈ, ਲੇਕਿਨ ਸਮਝੋਗੇ ਪਤਾ ਚੱਲੇਗਾ ਤੁਹਾਨੂੰ। ਸਮਝ ਆ ਰਹੀ ਹੈ ਜਾਂ ਨਹੀਂ ਆ ਰਹੀ? ਅਗਰ ਸ਼ੈਤਾਨ ਆਦਮ ਤੇ ਹਵਾ ਨੂੰ ਫਲ ਨਾ ਖਵਾਉਂਦਾ, ਕੀ ਪਰਮੇਸ਼ਵਰ ਸ਼ੈਤਾਨ ਨੂੰ ਕੋਈ ਸਜ਼ਾ ਦੇ ਦਿੰਦੇ? ਦੇ ਦਿੰਦੇ? ਨਹੀਂ ਦਿੰਦੇ। ਕਿਉਂ? ਉਹਨੇ ਕੰਮ ਹੀ ਨਹੀਂ ਕਰਿਆ। ਜਦੋਂ ਕੋਈ ਨੇ ਕੰਮ ਹੀ ਨਹੀਂ ਕਰਿਆ ਸੀਗਾ, ਕੰਮ ਕਰਿਆ ਉਹਨੇ ਤੇ ਪਰਮੇਸ਼ਵਰ ਨੇ ਉਹਦੇ ਲਈ ਬਦਲਾ ਠਹਿਰਾ ਦਿੱਤਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇੱਕ ਵਾਰ ਫਿਰ ਪੜੋ 20:10। ਅਤੇ ਸ਼ੈਤਾਨ ਜੇ ਨੇ ਉਹਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ, ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ, ਅਤੇ ਰਾਤ ਦਿਨ ਉਹ ਜੁਗੋ ਜੁਗ ਕੱਟ ਭੋਗਣਗੇ। ਦੇਖੋ ਇਹ ਸ਼ੈਤਾਨ ਦੇ ਲਈ ਹੈ, ਮਤਲਬ ਕਿ ਰਾਤ ਦਿਨ ਜੁਗੋ ਜੁਗ ਸ਼ੈਤਾਨ ਕੀ ਹੈ? ਇਹ ਕਸ਼ਟ ਭੋਗੇਗਾ। ਸਹੀ ਦੇ ਵਿੱਚ ਸ਼ੈਤਾਨ ਖੁਦ ਵੀ ਨਹੀਂ ਜਾਣਦਾ ਸੀਗਾ ਕਿ ਮੈਂ ਨਰਕ ਦੀ ਅੱਗ ਵਿੱਚ ਜਾਵਾਂਗਾ। ਅਗਰ ਉਹ ਜਾਣਦਾ ਹੁੰਦਾ ਨਾ, ਅਗਰ ਉਹ ਜਾਣਦਾ ਹੁੰਦਾ ਤਾਂ ਕੀ ਉਹ ਐਸਾ ਕੰਮ ਕਰਦਾ? ਲੇਕਿਨ ਉਹ ਕਰ ਚੁੱਕਿਆ ਸੀ ਕੰਮ। ਉਸ ਤੋਂ ਬਾਅਦ ਪਰਮੇਸ਼ਰ ਨੇ ਗੱਲ ਬਣਾਤੀ ਕਿ ਤੂੰ ਨਰਕ ਦੀ ਅੱਗ ਵਿੱਚ ਜਾਏਗਾ। ਇਹਦਾ ਮਤਲਬ ਕਿ ਸ਼ੈਤਾਨ ਨੇ ਜੋ ਗਲਤੀ ਕਰੀ, ਸ਼ੈਤਾਨ ਨੇ ਜੋ ਗੁਨਾਹ ਕੀਤਾ, ਉਹਦੀ ਸਜ਼ਾ ਉਸ ਨੂੰ ਮਿਲ ਰਹੀ ਹੈ, ਉਹਦੀ ਸਜ਼ਾ ਉਸ ਨੂੰ ਮਿਲਣੀ ਹੈ। ਅਗਰ ਫਿਰ ਗੱਲ ਮੈਂ ਇੱਕ ਵਾਰ ਫਿਰ ਰਿਪੀਟ ਕਰਨਾ ਗੱਲ ਨੂੰ ਮੈਂ, ਸ਼ੈਤਾਨ ਨੂੰ ਨੇ ਪਰਮੇਸ਼ਰ ਨੇ ਨਹੀਂ ਕਿਹਾ ਸੀਗਾ ਕਿ ਤੂੰ ਮੇਰੇ ਲੋਕਾਂ ਨੂੰ ਪਰੇਸ਼ਾਨ ਨਾ ਕਰੀਂ। ਪਰਮੇਸ਼ਰ ਨੇ ਸ਼ੈਤਾਨ ਨੂੰ ਨਹੀਂ ਕਿਹਾ ਸੀਗਾ ਕਿ ਤੂੰ ਆਦਮ ਹਵਾ ਨੂੰ ਫਲ ਨਾ ਖਵਾਈ। ਉਹ ਜਾਣਦਾ ਸੀਗਾ ਕਿ ਪਰਮੇਸ਼ਰ ਦੇ ਲੋਕ ਨੇ, ਉਹ ਜਾਣਦਾ ਸੀਗਾ ਕਿ ਪਰਮੇਸ਼ਰ ਨੇ ਲੋਕਾਂ ਨੂੰ ਮਿਲਣ ਦੇ ਲਈ ਆਉਂਦਾਗਾ, ਪਰਮੇਸ਼ਰ ਇਹ ਲੋਕਾਂ ਨੂੰ ਪਿਆਰ ਕਰਦਾਗਾ। ਲੇਕਿਨ ਪਰਮੇਸ਼ਰ ਨੇ ਕੀ ਕਿਹਾ ਸੀਗਾ ਕਿ ਤੈਂ ਇਹ ਕੀਤਾਗਾ। ਇੱਕ ਵਾਰ ਫਿਰ ਪੜੋ ਨੂੰ 2:14 3:14 ਉਤਪਤ। ਇਸ ਵਚਨ ਨੂੰ ਬਹੁਤ ਧਿਆਨ ਨਾਲ ਸਮਝੋ। ਫਿਰ ਯਹੋਵਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ, ਦੇਖੋ ਮਤਲਬ ਸ਼ੈਤਾਨ ਨੂੰ ਆਖਿਆ, ਭਾਈ ਇਸ ਲਈ ਕਿ ਤੂੰ ਇਹ ਕੀਤਾ, ਹਾਂ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸ਼ਰਾਪੀ ਹੈ। ਹਾਂ ਤੂੰ ਇਹ ਕੀਤਾਗਾ। ਮਤਲਬ ਜੇ ਤੂੰ ਨਾ ਕਰਦਾ ਤਾਂ ਤੇਰੇ ਜੀਵਨ ਦੇ ਵਿੱਚ ਕੋਈ ਸਜ਼ਾ ਨਹੀਂ ਸੀਗੀ, ਤੇਰੇ ਜੀਵਨ ਦੇ ਵਿੱਚ ਕੋਈ ਵੀ ਸਰਾਪ ਨਹੀਂ ਸੀਗਾ, ਤੇਰੇ ਜੀਵਨ ਦੇ ਵਿੱਚ ਕੋਈ ਵੀ ਐਸੀ ਗੱਲਬਾਤ ਹੋਣ ਵਾਲੀ ਨਹੀਂ ਸੀਗੀ। ਕਿਉਂ? ਤੈਂ ਕੋਈ ਕੰਮ ਹੀ ਨਹੀਂ ਕੀਤਾ। ਜੋ ਤੈਂ ਕੰਮ ਕੀਤਾ ਹੀ ਨਹੀਂ ਹੈ, ਮਤਲਬ ਤੈਂ ਮੇਰੇ ਲੋਕਾਂ ਨੂੰ ਭਰਮਾਇਆ ਨਹੀਂ ਹੈ, ਤੈਂ ਪਾਪ ਨਹੀਂ ਕਰਵਾਇਆ, ਤੈਂ ਕੁਝ ਕਰਿਆ ਹੀ ਨਹੀਂ ਹੈ, ਤੇ ਤੈਨੂੰ ਸਜ਼ਾ ਕਾਹਦੀ? ਜੋ ਤੈਂ ਕੋਈ ਕੰਮ ਹੀ ਨਹੀਂ ਕਰਿਆ, ਤੈਨੂੰ ਮਜ਼ਦੂਰੀ ਕਾਹਦੀ? ਹਾਂ ਤੈਂ ਮਜ਼ਦੂਰੀ ਕਰੀ ਹੈ। ਕਿਹੜੀ ਮਜ਼ਦੂਰੀ ਕਰੀ ਹੈ? ਤੈਂ ਆਦਮ ਤੇ ਹਵਾ ਨੂੰ ਭਰਮਾਇਆਗਾ, ਇਹ ਤੈਂ ਮਜ਼ਦੂਰੀ ਕਰੀ ਹੈ, ਇਹ ਤੈਂ ਕੰਮ ਕਰਿਆਗਾ, ਤੈਨੂੰ ਇਹਦਾ ਫਲ ਮਿਲੇਗਾ। ਹੁਣ ਦੇਖੋ ਅੱਜ ਸ਼ੈਤਾਨ ਨੇ ਆਦਮ ਤੇ ਹਵਾ ਨੂੰ ਭਰਮਾਇਆ, ਆਦਮ ਤੇ ਹਵਾ ਤੋਂ ਫਲ ਖਵਾਇਆ, ਇਹ ਉਹਨੇ ਕੰਮ ਕਰਿਆ ਸੀਗਾ। ਜਦੋਂ ਕੰਮ ਕਰਿਆ ਉਸ ਤੋਂ ਬਾਅਦ ਹੀ ਪਰਮੇਸ਼ਵਰ ਨੇ ਉਸ ਨੂੰ ਕਿਹਾਗਾ ਕਿ ਤੂੰ ਕੀ ਹੈ? ਸਰਾਪੀ ਹੈ। ਹੁਣ ਤੇਰੇ ਵਿੱਚ ਤੇ ਤੀਵੀਂ ਦੀ ਸੰਤਾਨ ਵਿੱਚ ਕੀ ਹੈ? ਉਹ ਵੈਰ ਪਵੇਗਾ। ਔਰ ਦੇਖੋ ਇਹ ਗੱਲ ਸ਼ੈਤਾਨ ਨੂੰ ਬਾਅਦ ਵਿੱਚ ਪਤਾ ਚੱਲੀ। ਔਰ ਅੱਜ ਦੇਖੋ ਸ਼ੈਤਾਨ ਚੰਗੀ ਤਰ੍ਹਾਂ ਜਾਣਦਾਗਾ। ਕੀ ਜਾਣਦਾ ਸ਼ੈਤਾਨ ਚੰਗੀ ਤਰ੍ਹਾਂ? ਮੇਰਾ ਵਚਨ ਪੜੋ ਪ੍ਰਕਾਸ਼ ਦੀ ਪੋਥੀ ਉਹਦਾ 12 ਦੇ ਆਏ, ਉਹਦਾ 12 ਵਚਨ। ਇਸ ਕਰਕੇ ਹੇ ਆਕਾਸ਼ੋ ਅਤੇ ਜਿਹੜੇ ਉਹਨਾਂ ਉੱਤੇ ਰਹਿੰਦੇ ਹੋ, ਤੁਸੀਂ ਆਨੰਦ ਕਰੋ, ਧਰਤੀ ਅਤੇ ਸਮੁੰਦਰ ਨੂੰ ਹਾਏ ਹਾਏ। ਇਸ ਲਈ ਜੋ ਸ਼ੈਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹਨੂੰ ਵੱਡਾ ਕਰੋਧ ਹੈ, ਕਿਉਂ ਜੋ ਜਾਣਦਾ ਹੈ ਭਾਈ ਮੇਰਾ ਸਮਾਂ ਥੋੜਾ ਹੀ ਰਹਿੰਦਾ ਹੈ। ਹਾਲੇਲੂਇਆ। ਦੇਖੋ ਆਕਾਸ਼ ਦੇ ਲਈ ਬੋਲਿਆਗਾ ਕਿ ਤੁਸੀਂ ਕੀ ਕਰੋ? ਆਨੰਦ ਕਰੋ। ਧਰਤੀ ਦੇ ਸਮੁੰਦਰ ਲਈ ਕੀ ਬੋਲਿਆਗਾ? ਹਾਏ ਹਾਏ। ਕਿਉਂਕਿ ਤੁਹਾਡੇ ਕੋਲ ਕੌਣ ਆ ਗਿਆਗਾ? ਉਹ ਸ਼ੈਤਾਨ ਉਤਰ ਆਇਆਗਾ। ਉਹਨੂੰ ਕ੍ਰੋਧ ਬਹੁਤ ਹੈ, ਉਹਨੂੰ ਬਹੁਤ ਕ੍ਰੋਧ ਹੈ। ਕਿਹੜਾ ਕ੍ਰੋਧ ਹੈ? ਤਾਂ ਕਿ ਉਹ ਲੋਕਾਂ ਨੂੰ ਹੋਰ ਵੀ ਨਾਸ਼ ਕਰ ਸਕੇ। ਉਹਨੂੰ ਪਤਾ ਚੱਲ ਗਿਆ ਕਿ ਮੈਂ ਤਾਂ ਨਰਕ ਵਿੱਚ ਜਾਣਾ ਹੀ ਜਾਣਾਗਾ। ਹਾਲੇਲੂਇਆ। ਉਹਨੂੰ ਪਤਾ ਚੱਲ ਗਿਆ ਕਿ ਮੇਰੇ ਲਈ ਤਾਂ ਨਰਕ ਦੀ ਝੀਲ ਤਿਆਰ ਹੈ, ਮੈਂ ਤਾਂ ਉੱਥੇ ਜਾਣਾ ਹੀ ਜਾਣਾਗਾ। ਲੇਕਿਨ ਹੋਰ ਜਿੰਨਾ ਵੀ ਹੋ ਸਕੇ ਮੈਂ ਵੱਧ ਤੋਂ ਵੱਧ ਉੱਥੇ ਲੋਕਾਂ ਨੂੰ ਲੈ ਕੇ ਜਾ ਸਕਾਂ, ਮੈਂ ਵੱਧ ਤੋਂ ਵੱਧ ਉੱਥੇ ਲੋਕਾਂ ਦਾ ਨਾਸ਼ ਕਰ ਸਕਾਂ। ਕਿਉਂ? ਕਿਉਂਕਿ ਉਹ ਜਾਣਦਾਗਾ। ਉਹ ਕੀ ਜਾਣਦਾਗਾ?
ਹਾਲੇਲੂਇਆ। ਮੇਰਾ ਸਮਾਂ ਥੋੜਾ ਰਹਿ ਗਿਆ। ਜਿਹੜੇ ਮਸੀਹ ਲੋਕ ਵੀ ਨਹੀਂ ਜਾਣਦੇ, ਇਹਦਾ ਮਤਲਬ ਕਿ ਸ਼ੈਤਾਨ ਨੂੰ ਪੱਕਾ ਪਤਾਗਾ ਕਿ ਮੈਂ ਕਦੋਂ ਨਰਕ ਵਿੱਚ ਜਾਵਾਂਗਾ। ਇਹਦਾ ਮਤਲਬ ਉਸਨੂੰ ਪੱਕਾ ਪਤਾਗਾ ਕਿ ਪ੍ਰਭੂ ਯਿਸੂ ਮਸੀਹ ਕਦੋਂ ਆਉਣ ਵਾਲੇ ਨੇ। ਇਹਦਾ ਮਤਲਬ ਉਸਨੂੰ ਪੱਕਾ ਪਤਾਗਾ ਕਿ ਕਦੋਂ ਪਵਿੱਤਰ ਆਤਮਾ ਦਾ ਕੰਮ ਬੰਦ ਹੋ ਜਾਏਗਾ। ਉਹਨੂੰ ਸਾਰਾ ਹੀ ਪਤਾਗਾ। ਇੱਥੋਂ ਤੱਕ ਉਸਨੂੰ ਇਹ ਵੀ ਪਤਾਗਾ ਕਿ ਮੇਰਾ ਸਮਾਂ ਕੀ ਹੈ, ਉਹ ਤਾਂ ਬਹੁਤ ਥੋੜਾ ਗਾ। ਹਾਲੇਲੂਇਆ। ਸ਼ੈਤਾਨ ਦਾ ਸਮਾਂ ਕੀ ਹੈ, ਥੋੜਾ ਗਾ। ਲੇਕਿਨ ਦੇਖੋ, ਅਗਰ ਸ਼ੈਤਾਨ ਉਹ ਪਾਪ ਨਾ ਕਰਵਾਉਂਦਾ, ਸ਼ੈਤਾਨ ਉਹਨਾਂ ਲੋਕਾਂ ਨੂੰ ਨਾ ਭਰਮਾਉਂਦਾ, ਆਦਮ ਤੇ ਹਵਾ ਅੱਜ ਤੱਕ ਇਸ ਧਰਤੀ ਉੱਪਰ ਬਣੇ ਰਹਿੰਦੇ। ਅਰ ਸ਼ੈਤਾਨ ਚਾਹੇ ਲੋਕਾਂ ਦੇ ਵਿੱਚ ਆਉਂਦਾ ਵੀ, ਲੋਕਾਂ ਨੂੰ ਪਰੇਸ਼ਾਨ ਕੁਝ ਵੀ ਕਰਦਾ, ਗੱਲਾਂ ਬਾਤਾਂ ਕਰਦਾ, ਹੱਸਦਾ ਰਮਦਾ, ਬੋਲਦਾ ਚੱਲਦਾ, ਜੋ ਮਰਜ਼ੀ ਕਰਦਾ, ਲੇਕਿਨ ਸ਼ੈਤਾਨ ਦੇ ਉੱਪਰ ਵੀ ਕੋਈ ਸਜ਼ਾ ਨਹੀਂ ਸੀਗੀ। ਲੇਕਿਨ ਸ਼ੈਤਾਨ ਨੂੰ ਸਜ਼ਾ ਕਦੋਂ ਮਿਲੀ? ਕਿ ਜਦੋਂ ਉਸਨੇ ਇਹ ਕੰਮ ਕੀਤਾ। ਪਰਮੇਸ਼ਰ ਨੇ ਸਾਫ਼ ਕਿਹਾਗਾ, ਤੈਂ ਇਹ ਕੰਮ ਕੀਤਾਗਾ, ਮਤਲਬ ਤੂੰ ਨਾ ਕਰਦਾ ਤੇ ਮੈਂ ਵੀ ਤੈਨੂੰ ਸਜ਼ਾ ਨਹੀਂ ਦੇ ਸਕਦਾ ਸੀਗਾ। ਕਿ ਪਰਮੇਸ਼ਰ ਦੇਣ ਦੇ ਬਿਨਾਂ ਕੰਮ ਤੋਂ ਸਜ਼ਾ ਉਹਨੂੰ। ਪਰਮੇਸ਼ਰ ਸਾਡੇ ਬੇਨਿਆਈ ਪਰਮੇਸ਼ਰ ਨਹੀਂ, ਉਹ ਹਰ ਇਨਸਾਨ ਨੂੰ ਕੀ ਹੈ, ਉਹਦੇ ਕੰਮ ਦੇ ਅਨੁਸਾਰ ਕੀ ਦਿੰਦੇ ਨੇ, ਬਦਲਾ ਦੇਣ ਵਾਲੇ ਪਰਮੇਸ਼ਵਰ ਨੇ। ਚਾਹੇ ਇਨਸਾਨ ਹੈ ਤੇ ਚਾਹੇ ਸ਼ੈਤਾਨ ਹੈ, ਕੰਮ ਦੇ ਅਨੁਸਾਰ ਕੀ ਹੈ, ਪਰਮੇਸ਼ਵਰ ਬਦਲਾ ਦਿੰਦੇ ਨੇ। ਮਤਲਬ ਜੈਸੀ ਕਰਨੀ ਵੈਸੀ ਭਰਨੀ। ਹੁਣ ਦੇਖੋ, ਸ਼ੈਤਾਨ ਨੇ ਜੋ ਕੀਤਾ ਉਹਨੂੰ ਐਸਾ ਹੀ ਭਰਨਾ ਪਏਗਾ। ਹਾਲੇਲੂਇਆ। ਮਤਲਬ ਜਿਹੋ ਜੀ ਕਰਨੀ ਉਹੋ ਜੀ ਭਰਨੀ। ਸ਼ੈਤਾਨ ਨੇ ਜੋ ਵੀ ਕਰਿਆ, ਮੈਂ ਤਾਂ ਮੇਰਾ ਮੰਨਣਾ ਇਹੀ ਹੈ ਕਿ ਉਹ ਜਾਣਦਾ ਨਹੀਂ ਸੀਗਾ ਕਿ ਮੈਨੂੰ ਨਰਕ ਵਿੱਚ ਜਾਣਾ ਪਏਗਾ। ਤਾਂ ਇਹ ਮੈਨੂੰ ਲੱਗਦਾਗਾ ਬਈ ਕਿ ਉਹ ਨਹੀਂ ਜਾਣਦਾ ਸੀਗਾ ਕਿ ਮੈਨੂੰ ਨਰਕ ਵਿੱਚ ਜਾਣਾ ਪਏਗਾ। ਅਗਰ ਉਸਨੂੰ ਪਤਾ ਹੁੰਦਾ ਨਾ ਕਿ ਮੈਨੂੰ ਨਰਕ ਵਿੱਚ ਜਾਣਾ ਪਏਗਾ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕਦੇ ਵੀ ਗੜਬੜੀ ਕਰਦਾ। ਇਹ ਮੇਰਾ ਮੰਨਣਾ ਹੈਗਾ। ਹਾਂ, ਇਹ ਮੇਰਾ ਮੰਨਣਾ ਹੈਗਾ ਕਿ ਸ਼ੈਤਾਨ ਅਗਰ ਜਾਣਦਾ ਹੁੰਦਾ ਕਿ ਮੇਰੇ ਗਲਤੀ ਕਰਾਉਣ ਦੇ ਨਾਲ ਮੈਨੂੰ ਨੁਕਸਾਨ ਹੋਏਗਾ, ਮੈਂ ਕਿਸੇ ਲਈ ਖੱਡਾ ਖੋਦਾਂ, ਮੈਂ ਕਿਸੇ ਲਈ ਟੋਆ ਪੁੱਟਾਂ, ਉਹਦੇ ਵਿੱਚ ਮੈਂ ਖੁਦ ਡਿੱਗਣਾ ਪਏਗਾ, ਤਾਂ ਦੇਖੋ ਸ਼ੈਤਾਨ ਨੇ ਇਹੀ ਕੰਮ ਕੀਤਾ ਸੀਗਾ। ਆਦਮ ਤੇ ਹਵਾ ਨੂੰ ਉਸ ਟੋਏ ਵਿੱਚ ਸੁੱਟਣਾ ਚਾਹੁੰਦਾ ਸੀਗਾ, ਉਸ ਨਰਕ ਵਿੱਚ ਲੈ ਕੇ ਜਾਣਾ ਚਾਹੁੰਦਾ ਸੀਗਾ, ਪਰਮੇਸ਼ਵਰ ਤੋਂ ਦੂਰ ਕਰਨਾ ਚਾਹੁੰਦਾ ਸੀਗਾ, ਲੇਕਿਨ ਨਾਲ ਹੀ ਉਸਨੂੰ ਖੁਦ ਟੋਏ ਵਿੱਚ ਡਿੱਗਣਾ ਪਿਆ। ਇਹਦਾ ਮਤਲਬ ਜੋ ਜਿਹਦੇ ਲਈ ਟੋਆ ਪੱਟਦਾਗਾ ਉਹਦੇ ਵਿੱਚ ਉਹੀ ਡਿੱਗੇਗਾ। ਮਤਲਬ ਜੋ ਇਨਸਾਨ ਜੈਸਾ ਕਰੇਗਾ ਉਹ ਵੈਸਾ ਹੀ ਭਰੇਗਾ। ਇੱਕ ਵਾਰ ਮੇਰੇ ਤੋਂ ਵੀ ਐਸੀ ਗਲਤੀ ਹੋਈ, ਮੈਂ ਵੀ ਕਿਸੇ ਲਈ ਐਸਾ ਕਰ ਰਿਹਾ ਸੀਗਾ, ਲੇਕਿਨ ਮੇਰੇ ਤੋਂ ਵੀ ਐਸਾ ਹੋ ਗਿਆ। ਲੇਕਿਨ ਪ੍ਰਭੂ ਦੀ ਕਿਰਪਾ ਨਾਲ, ਕਿ ਪ੍ਰਭੂ ਦੀ ਦਇਆ ਨਾਲ ਪ੍ਰਭੂ ਨੇ ਸੰਭਾਲ ਲਿਆ। ਮਤਲਬ ਮੈਂ ਵੀ ਕੁਝ ਗਲਤ ਕਰਨਾ ਜਾ ਰਿਹਾ ਸੀ ਕਿਸੇ ਨਾਲ, ਲੇਕਿਨ ਮੇਰੇ ਤੋਂ ਵੀ ਕੁਝ ਗਲਤ ਹੋਇਆ ਸੀਗਾ, ਲੇਕਿਨ ਉਸ ਤੋਂ ਬਾਅਦ ਉਹ ਮੇਥੋਂ ਗਲਤੀ ਹੋ ਗਈ। ਫਿਰ ਪਰਮੇਸ਼ਰ ਮੈਨੂੰ ਵਚਨ ਸਿਖਾਇਆ ਏ। ਫਿਰ ਪਰਮੇਸ਼ਰ ਨੇ ਮੈਨੂੰ ਇਹੀ ਵਚਨ ਦਿੱਤਾ ਕਿ ਮੈਂ ਕਿਸੇ ਲਈ ਕੁਝ ਕਰ ਰਿਹਾ ਸੀਗਾ ਤਾਂ ਮੇਰੇ ਨਾਲ ਐਸਾ ਹੋਇਆ। ਮਤਲਬ ਜੈਸੀ ਕਰਨੀ ਵੈਸੀ ਭਰਨੀ। ਅੱਜ ਪਰਮੇਸ਼ਰ ਸਾਨੂੰ ਇਹੀ ਸਿਖਾਉਣਾ ਚਾਹੁੰਦੇ ਨੇ ਵੀ ਚਾਹੇ ਸ਼ੈਤਾਨ ਸੀਗਾ, ਅਗਰ ਸ਼ੈਤਾਨ ਗਲਤੀ ਨਾ ਕਰਵਾਉਂਦਾ ਆਦਮ ਹਵਾ ਤੋਂ, ਤੇ ਸ਼ੈਤਾਨ ਨੂੰ ਵੀ ਸਜ਼ਾ ਨਹੀਂ ਮਿਲਣੀ ਸੀਗੀ। ਤਾਂ ਸ਼ੈਤਾਨ ਵੀ ਅੱਜ ਇਸ ਧਰਤੀ ਉੱਪਰ ਉਹ ਇਸ ਤਰ੍ਹਾਂ ਘੁੰਮ ਫਿਰ ਸਕਦਾ ਸੀਗਾ, ਉਹ ਇਸੇ ਤਰ੍ਹਾਂ ਕੁਛ ਨਾ ਕੁਛ ਕਰ ਸਕਦਾ ਸੀਗਾ। ਲੇਕਿਨ ਜਦੋਂ ਸ਼ੈਤਾਨ ਨੇ ਗਲਤੀ ਕਰਵਾਈ ਤਾਂ ਉਸਨੂੰ ਉਸਦੇ ਕੰਮ ਦਾ ਫਲ ਮਿਲਿਆ ਔਰ ਮਿਲੇਗਾ। ਮੈਂ ਵੀ ਕੁਝ ਐਸਾ ਸੋਚਿਆ ਸੀਗਾ, ਮੈਂ ਵੀ ਕੁਝ ਐਸਾ ਕਰਨ ਜਾ ਰਿਹਾ ਸੀਗਾ, ਲੇਕਿਨ ਉਹ ਗਲਤੀ ਮੇਰੇ ਤੋਂ ਹੋ ਗਈ। ਔਰ ਉਸ ਤੋਂ ਬਾਅਦ ਪਰਮੇਸ਼ਵਰ ਨੇ ਮੈਨੂੰ ਇਹ ਵਚਨ ਸਿਖਾਇਆ। ਔਰ ਇਹੀ ਕੰਮ ਕਹਿਣ ਦਾ ਮਤਲਬ ਇਹੀ ਕਿ ਪਰਮੇਸ਼ਵਰ ਸਾਨੂੰ ਇਹ ਕਹਿਣਾ ਚਾਹੁੰਦੇ ਨੇ ਵੀ ਤੂੰ ਜੋ ਵੀ ਕਰੇਗਾ ਇਸ ਸੰਸਾਰ ਦੇ ਵਿੱਚ ਤਾਂ ਹੈ ਹੀ, ਲੇਕਿਨ ਉਸ ਤੋਂ ਬਾਅਦ ਜੋ ਪਰਮੇਸ਼ਵਰ ਨਿਆਂ ਕਰਨਗੇ, ਜਿਵੇਂ ਅਦੋਨੀ ਬਜਕ, ਉਸਨੇ ਉਹ ਕੀ ਕਰਦਾ ਸੀਗਾ, 70 ਲੋਕਾਂ ਦੇ ਹੱਥਾਂ ਪੈਰਾਂ ਦੇ ਅੰਗੂਠੇ ਉਸਨੇ ਵੱਢ ਕੇ ਉਹਨਾਂ ਨੂੰ ਆਪਣੀ ਮੇਜ਼ ਦੇ ਥੱਲੇ ਉਹਨਾਂ ਨੂੰ ਖਾਣਾ ਖਵਾਉਂਦਾ ਸੀਗਾ। ਉਹਨਾਂ ਨੂੰ ਆਪਣਾ ਨੌਕਰ ਬਣਾ ਕੇ, ਆਪਣਾ ਦਾਸ ਬਣਾ ਕੇ ਰੱਖਿਆ ਸੀਗਾ ਉਸਨੇ। ਤੇ ਜੋ ਹਮਾਨ ਨਾਮ ਦਾ ਇਨਸਾਨ ਸੀਗਾ, ਉਹ ਮਾਰਦਕਾਈ ਨੂੰ ਮਾਰਨ ਦੇ ਲਈ 50 ਹੱਥ ਲੰਬੀ ਸੂਲੀ ਬਣਾ ਲਈ ਉਸਨੇ, ਲੇਕਿਨ ਉਸਨੂੰ ਖੁਦ ਉਸਦੇ ਉੱਪਰ ਮਰਨਾ ਪਿਆ। ਦਾਨੀਏਲ ਦੇ ਨਾਲ ਜੋ ਸਾਥੀ ਲੋਕ ਸੀਗੇ ਜਿਨ੍ਹਾਂ ਉੱਪਰ ਦਾਨੀਏਲ ਰਾਜ ਕਰਦਾ ਸੀਗਾ, ਉਹਨਾਂ ਲੋਕਾਂ ਨੇ ਦਾਨੀਏਲ ਨੂੰ ਮਰਵਾਉਣ ਦੇ ਲਈ ਇੱਕ ਪਲਾਨ ਬਣਾਇਆ, ਲੇਕਿਨ ਉਸ ਦੇ ਵਿੱਚ ਉਹ ਨਾਸ ਹੋ ਗਏ। ਮਤਲਬ ਜੈਸੀ ਕੀਤੀ ਉਹਨਾਂ ਨੂੰ ਵੈਸੀ ਭਰਨੀ ਪਈ, ਜੈਸੀ ਕੀਤੀ ਵੈਸੀ ਭਰਨੀ ਪਈ। ਇਸੇ ਲਈ ਕੁਝ ਵੀ ਕਰ ਰਹੇ ਹਾਂ, ਕਿਵੇਂ ਵੀ ਕਰ ਰਹੇ ਹਾਂ, ਤਾਂ ਕੀ ਕਰੋ, ਆਪਣੇ ਆਪ ਨੂੰ ਸੈੱਟ ਕਰੋ, ਆਪਣੇ ਆਪ ਨੂੰ ਸੈੱਟ ਕਰ ਲਓ, ਤਾਂ ਕਿ ਪਰਮੇਸ਼ਵਰ ਕੀ ਹੈ ਉਹ ਤੁਹਾਡੇ ਜੀਵਨ ਦੇ ਵਿੱਚ ਆਪਣੇ ਅਦਭੁਤ ਕੰਮ ਕਰਨਾ। ਇਸ ਲਈ ਚਾਹੇ ਤੁਸੀਂ ਇਸ ਧਰਤੀ ਉੱਪਰ 60-70 ਸਾਲ ਦੀ ਉਮਰ ਹੈ ਤੁਹਾਡੀ, ਚਾਹੇ 100 ਸਾਲ ਦੀ, ਚਾਹੇ 120 ਸਾਲ ਦੀ, ਅਗਰ ਤੁਸੀਂ ਪਰਮੇਸ਼ਵਰ ਲਈ ਕੁਝ ਕਰ ਰਹੇ ਹੋ ਤਾਂ ਪਰਮੇਸ਼ਵਰ ਤੁਹਾਡੇ ਲਈ ਵੀ ਕੁਝ ਕਰੇਗਾ। ਅਗਰ ਤੁਸੀਂ ਪਰਮੇਸ਼ਵਰ ਦੇ ਲਈ ਪਰਮੇਸ਼ਵਰ ਦਾ ਕੰਮ ਕਰ ਰਹੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਆਪਣੇ ਰਾਜ ਦੇ ਵਿੱਚ ਲੈ ਕੇ ਜਾਏਗਾ। ਅਗਰ ਤੁਸੀਂ ਪਰਮੇਸ਼ਵਰ ਲਈ ਕੁਝ ਨਹੀਂ ਕਰ ਰਹੇ
ਤਾਂ ਪਰਮੇਸ਼ਵਰ ਤੁਹਾਨੂੰ ਉਸ ਦਾ ਕੋਈ ਵੀ ਫਲ ਨਹੀਂ ਦੇਣ ਵਾਲੇ। ਅਗਰ ਤੁਸੀਂ ਪਰਮੇਸ਼ਵਰ ਲਈ ਕੁਝ ਕਰ ਰਹੇ ਹੋ ਤਾਂ ਪਰਮੇਸ਼ਵਰ ਉਸ ਦਾ ਤੁਹਾਨੂੰ ਫਲ ਦੇਣਗੇ। ਅਗਰ ਕੁਝ ਫਲ ਨਾ ਦੇਣ ਦਾ ਮਤਲਬ ਕਿ ਸਵਰਗ ਰਾਜ ਵਿੱਚ ਕੋਈ ਫਲ ਨਹੀਂ ਮਿਲੇਗਾ ਤੁਹਾਨੂੰ, ਅਗਰ ਤੁਸੀਂ ਕੋਈ ਕੰਮ ਨਹੀਂ ਕਰ ਰਹੇ। ਇਸ ਲਈ ਪਰਮੇਸ਼ਵਰ ਦੇ ਲਈ ਕੁਝ ਕੰਮ ਕਰੋ, ਮਤਲਬ ਪਰਮੇਸ਼ਵਰ ਦੇ ਲਈ ਜੋ ਕੰਮ ਕਰੋਗੇ ਤੁਹਾਨੂੰ ਉਹਦਾ ਪ੍ਰਤੀਫਲ ਮਿਲੇਗਾ, ਉਹਦਾ ਫਲ ਮਿਲੇਗਾ। ਆਓ ਸਾਰੇ ਆਪਣੀ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ। ਹੁਣ ਕੋਈ ਵੀ ਜਨ ਆਪਣੀ ਅੱਖ ਨਾ ਖੋਲੇ। ਔਰ ਹੁਣ ਸਮਾਂਗਾ ਸਾਰੇ ਸ਼ਾਂਤ ਹੋ ਜਾਓ, ਆਪਣੀ ਅੱਖਾਂ ਬੰਦ ਰੱਖੋ। ਇੱਕ ਆਪਣੇ ਆਪ ਨੂੰ ਸਵਾਲ ਕਰੋ, ਕਿਉਂਕਿ ਬਾਈਬਲ ਦੇ ਵਿੱਚ ਆਪਾਂ ਜੋ ਸਿੱਖਿਆ ਕਿ ਜਿਹੋ ਜਿਹੀ ਜੈਸੀ ਦੀ ਕਰਨੀ ਉਹਦੀ ਉਹੋ ਜਿਹੀ ਭਰਨੀ। ਜੋ ਬੀਜੋਗੇ ਉਹ ਵੱਢੋਗੇ, ਜਿਹਾ ਕਰੋਗੇ ਤਿਹਾ ਭਰੋਗੇ। ਸ਼ੈਤਾਨ ਨੇ ਜੋ ਕੀਤਾ, ਸ਼ੈਤਾਨ ਚਾਹੁੰਦਾ ਸੀਗਾ ਕਿ ਲੋਕਾਂ ਨੂੰ ਉਹ ਨਾਸ ਵਿੱਚ ਲੈ ਕੇ ਚਲਾ ਜਾਏ, ਲੇਕਿਨ ਪਰਮੇਸ਼ਵਰ ਨੇ ਕੀ ਕਿਹਾ? ਤੈਂ ਕੀਤਾ। ਇਹਦਾ ਮਤਲਬ ਕਿ ਤੂੰ ਨਾ ਕਰਦਾ ਤੇਰੇ ਲਈ ਵੀ ਕੋਈ ਦੁੱਖ ਨਹੀਂ ਸੀਗਾ, ਤੇਰੇ ਲਈ ਕੋਈ ਨਰਕ ਦੀ ਅੱਗ ਨਹੀਂ ਸੀਗੀ, ਤੇਰੇ ਲਈ ਕੋਈ ਨਰਕ ਦੀ ਝੀਲ ਨਹੀਂ ਸੀਗੀ, ਲੇਕਿਨ ਸ਼ੈਤਾਨ ਨੇ ਕੀਤਾ। ਅਗਰ ਸ਼ੈਤਾਨ ਕੋਈ ਵੀ ਗਲਤੀ ਨਾ ਕਰਦਾ ਤਾਂ ਪਰਮੇਸ਼ਵਰ ਸ਼ੈਤਾਨ ਨੂੰ ਕੋਈ ਵੀ ਸਜ਼ਾ ਨਹੀਂ ਦੇਣ ਵਾਲੇ ਸੀਗੇ। ਅੱਜ ਸ਼ੈਤਾਨ ਜਾਣਦਾ ਗਾ ਕਿ ਮੇਰਾ ਸਮਾਂ ਥੋੜ੍ਹਾ ਗਾ, ਇਸ ਲਈ ਅੱਜ ਸ਼ੈਤਾਨ ਲੋਕਾਂ ਨੂੰ ਉਸ ਨਾਸ ਵਿੱਚ ਲੈ ਕੇ ਜਾ ਰਿਹਾ ਗਾ। ਅੱਜ ਸ਼ੈਤਾਨ ਕੀ ਹੈ? ਉਹ ਘਬਰਾ ਚੁੱਕਿਆ ਗਾ, ਸ਼ੈਤਾਨ ਡਰ ਚੁੱਕਿਆ ਗਾ ਕਿ ਮੇਰਾ ਸਮਾਂ ਥੋੜ੍ਹਾ ਗਾ, ਇਸ ਲਈ ਕਿੰਨੇ ਲੋਕਾਂ ਨੂੰ ਮੈਂ ਨਰਕ ਵਿੱਚ ਲੈ ਕੇ ਚਲਾ ਜਾਵਾਂ, ਕਿੰਨੇ ਲੋਕਾਂ ਦਾ ਨਾਸ ਕਰਾਂ। ਅੱਜ ਸ਼ੈਤਾਨ ਇਹੀ ਕੰਮ ਕਰ ਰਿਹਾ ਗਾ। ਅੱਜ ਲੋਕਾਂ ਤੋਂ ਉਹ ਜਾਣੇ ਅਣਜਾਣੇ ਦੇ ਵਿੱਚ ਪਰਮੇਸ਼ਵਰ ਦੇ ਖਿਲਾਫ ਉਹਨਾਂ ਲੋਕਾਂ ਨੂੰ ਲੈ ਕੇ ਜਾ ਰਿਹਾ ਗਾ, ਪਰਮੇਸ਼ਵਰ ਦੇ ਖਿਲਾਫ ਉਹਨਾਂ ਲੋਕਾਂ ਤੋਂ ਕੰਮ ਕਰਵਾ ਰਿਹਾ ਗਾ। ਲੇਕਿਨ ਪਰਮੇਸ਼ਵਰ ਇਹੀ ਕਹਿੰਦੇ ਨੇ ਕਿ ਜਿਹਾ ਤੂੰ ਕਰੇਗਾ ਤਿਹਾ ਭਰੇਗਾ, ਜੈਸੀ ਤੇਰੀ ਕਰਨੀ ਵੈਸੀ ਤੇਰੀ ਭਰਨੀ। ਤੁਸੀਂ ਕੀ ਕਰ ਰਹੇ ਹੋ? ਇਹ ਫੈਸਲਾ ਤੁਸੀਂ ਕਰਨਾ ਗਾ, ਕਿਉਂਕਿ ਜ਼ਿੰਦਗੀ ਤੁਹਾਡੀ ਹੈ ਔਰ ਫੈਸਲਾ ਵੀ ਤੁਹਾਡਾ। ਇਸ ਵਚਨ ਨੂੰ ਸਮਝ ਸਕੋ, ਇਸ ਨੂੰ ਕਬੂਲ ਕਰ ਸਕੋ, ਇਸ ਦੇ ਅਨੁਸਾਰ ਜੀਵਨ ਜੀ ਸਕੋ। ਇਸ ਵਚਨ ਦੀ ਆਸ ਨਾਲ ਪ੍ਰਭੂ ਯਿਸੂ ਸਭ ਨੂੰ ਭਰ ਦੇਣਾ। ਥੈਂਕ ਯੂ ਲਾਰਡ, ਥੈਂਕ ਯੂ ਜੀਸਸ। ਹਾਲੇਲੂਇਆ ਮੇਰੇ ਪਿਤਾ ਜੀ।